ਰਹੇ। ਸਤਿ ਸ਼੍ਰੀ ਅਕਾਲ ਸਰ, ਆ ਰਹੀ ਆਵਾਜ਼ ਜੀ? ਗੁੱਡ ਮਾਰਨਿੰਗ ਜੀ। हाँ जी, ਸਾਰਿਆਂ ਦੀ ਆਵਾਜ਼ ਆ ਰਹੀ ਹੈ, ਪਰ ਤਸਵੀਰਾਂ ਨਹੀਂ ਆ ਰਹੀਆਂ, ਬਟ ਜਿਹੜੇ ਵੀ ਸੁਣ ਰਹੇ ਨੇ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰ ਤੋਂ ਸਰ, ਹੁਸ਼ਿਆਰਪੁਰ ਤੋਂ। ਹਾਂ ਹੁਣ ਆ ਗਏ ਥੈਂਕ ਯੂ। ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਸਰ ਜੇ ਸਰ ਦੀ ਪ੍ਰਵਾਨਗੀ ਹੋਵੇ ਤਾਂ ਸਰ ਅੱਜ ਦੇ ਫੰਕਸ਼ਨ ਨੂੰ ਰਸਮੀ ਤੌਰ ਤੇ ਅਸੀਂ ਸ਼ੁਰੂ ਕਰੀਏ ਸਰ। ਹਾਂ ਪਲੀਜ਼ ਰਾਹੁਲ ਪਲੀਜ਼। ਹਾਂਜੀ ਗੁੱਡ ਮਾਰਨਿੰਗ एवरीवन, ਮੇਰਾ ਨਾਮ ਰਾਹੁਲ ਤਿਵਾੜੀ ਹੈ। ਮੈਂ ਨੋਡਲ ਆਫਿਸਰ ਐਂਟੀ ਡਰੱਗ ਕੈਂਪੇਨ ਹਾਂ। ਅੱਜ ਜੋ ਇਹ ਫੰਕਸ਼ਨ ਪੰਜਾਬ ਸਰਕਾਰ ਨੇ ਉਲੀਕਿਆ ਹੈ, ਇਸ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਬਤੌਰ ਮੁੱਖ ਮਹਿਮਾਨ ਸਾਡੇ ਨਾਲ ਸ਼ਾਮਲ ਹਨ। ਮਾਨਯੋਗ ਸੀਐਮ ਸਰ, ਇਸ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਦੇ ਸਾਰੇ ਮਾਨਯੋਗ ਮੰਤਰੀ ਸਾਹਿਬਾਨ, ਸਾਰੇ ਡਿਪਟੀ ਕਮਿਸ਼ਨਰਸ, ਐਸਐਸਪੀਜ਼ ਅਤੇ 4000 ਨੋਡਸ ਤੋਂ ਲੱਖਾਂ ਲੋਕ ਆਪਾਂ ਨੂੰ ਲਾਈਵ ਵੇਖ ਰਹੇ ਹਨ ਅਤੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਰਹੇ ਹਨ। ਸਰ, 4.25 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਜੰਗ ਦੀ ਸ਼ੁਰੂਆਤ ਕੀਤੀ ਸੀ ਔਰ EDP ਸਟ੍ਰੈਟਜੀ ਦੇ ਨਾਲ ਨਸ਼ਿਆਂ ਦੇ ਖਿਲਾਫ ਇਸ ਜੰਗ ਦਾ ਐਲਾਨ ਕੀਤਾ ਸੀ। मतलब कि एनफोर्समेंट सर, पंजाब पुलिस ने ड्रग स्मगलर्स और पेडलर्स के खिलाफ बहुत सख्त कार्रवाई की है सर, पर साड़ी सोच सिर्फ उत्थे तक नहीं सी। DP भी साड़ी स्ट्रैटजी का मुख्य हिस्सा सन। डी एडिक्शन के तौर पर असी ओट क्लिनिक्स बनाए और हमदर्दी और सिंपथी नाल ड्रग अब्यूज़ विक्टिम्स ਨੂੰ ਦਵਾ ਦਿਲਵਾਈ। ਸਰ, ਆਪ ਜੀ ਦੇ ਹੁਕਮਾਂ ਦੀ ਪਾਲਣਾ ਵਿੱਚ ਇੰਪਲੋਇਮੈਂਟ ਜਨਰੇਸ਼ਨ ਔਰ ਸਕਿੱਲ ਟ੍ਰੇਨਿੰਗ ਮਹਿਕਮੇ ਨੇ ਇਹਨਾਂ ਡਰੱਗ ਐਡਿਕਟਸ ਲਈ ਪ੍ਰੋਗਰਾਮ ਮਿਸ਼ਨ ਰੈੱਡ ਸਕਾਈ ਉਲੀਕਿਆ ਅਤੇ ਹਰ ਡਰੱਗ ਐਡਿਕਟ ਤੱਕ ਅਸੀਂ ਪਹੁੰਚ ਕਰ ਰਹੇ ਹਾਂ। ਉਸ ਨੂੰ ਸਕਿੱਲ ਕਰਕੇ ਕੋਈ ਨਾ ਕੋਈ ਰੁਜ਼ਗਾਰ ਦਿਲਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਰ, ਪ੍ਰੀਵੈਂਸ਼ਨ ਸਟ੍ਰੈਟਜੀ ਦੇ ਤਹਿਤ पंजाब सरकार ने डापो ਅਤੇ बडी 2 प्रोग्राम बनाए। बडी दी विड्थ और ब्रेड्थ ਦਾ प्रोग्राम दुनिया ਵਿੱਚ शायद ही किते होवे सर। आधे करोड़ ਦੇ लगभग बच्चे, टीचर्स और लोग इस प्रोग्राम ਵਿੱਚ जुड़े हुए हैं। कोरोना शुरू होने तो पहला 1 लाख तो ਵੱਧ बडी प्रोग्राम्स होए सन। बडी ग्रुप ਵਿੱਚ 5 ਬੱਚੇ एक दूजे ਦੇ हमसफर ਬਣਦੇ ਨੇ और यकीनी बनाते हैं कि कोई भी उन्होंने ग्रुप का बच्चा नशियां की गिरफ्त विच ना आवे। सर, अज असी सारे आप जी नूं यकीन दिवाने हाँ कि असी सारे जद तक पंजाब तो नशियां का सफाया नहीं कर लेंदे असी चैन नाल नहीं बैठांगे। और सर, आप जी की प्रवानगी नाल अज का फंक्शन मैं शुरू करदा हाँ। अते सर, सब तो पहला साडे विच मुख सकत्तर विनी महाजन मैडम मौजूद ने, उन्होंने बेनती करदा ना कि वह अपने विचार सारे नाल सांझे करन। मुख सकत्तर मैडम जी। सर, मैनू लगता है कि कोई टैक्नोलॉजिकल इशूज़ करके CS मैम ऑनलाइन नहीं हो पा रहे ने। मैं एडिशनल चीफ सैकटरी होम अनुराग अग्रवाल जी नू बेनती करदा वो अपने विचार साझे करेंगे और उस तो बाद सर एक शॉर्ट वीडियो जो सर ने अपने महकमे अते इस पूरे प्रोग्राम बारे बनवाया है वो सर चलाया जाएगा। अनुराग अग्रवाल जी। सर, आप जी की रहनुमाई हेठ एनफोर्समेंट डी एडिक्शन प्रिवेंशन की नीति ते अमल करते हुए सानू काफ़ी कामयाबी मिली है। गए 4.5 साल विच NDPS एक्ट तहत 50,000 तो वध अरेस्ट किए गए हैं। 2000 किलोग्राम तो वध हीरोइन जब्त की गई है
और इस समय साडा जिहड़ा कन्विक्शन रेट है वो पहला तकरीबन 58% सीगा, हुण वो 80% के तकरीबन पहुंच गया है, जो कि बहुत वधिया कन्विक्शन रेट है। सर, नौजवान पीढ़ी ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਲਈ ਸੂਬੇ ਦੇ ਲਗਭਗ ਸਾਰੇ ਸਕੂਲ ਕਾਲਜਾਂ ਦੇ ਵਿੱਚ ਅਸੀਂ ਬੜੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਔਰ ਸਰ, ਇਸ ਦੇ ਨਾਲ ਹੀ ਜਿਹੜੇ ਨੌਜਵਾਨ ਨਸ਼ਿਆਂ ਦੀ ਲੱਤ ਦੇ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਵਾਸਤੇ ਸਰ ਤਕਰੀਬਨ 268 ਸੈਂਟਰਾਂ ਵਿੱਚ ਮੁਫਤ ਇਲਾਜ। ਇਸ ਤੋਂ ਇਲਾਵਾ ਤਕਰੀਬਨ 172 ਡੀ ਐਡਿਕਸ਼ਨ ਸੈਂਟਰ ਪੰਜਾਬ ਦੇ ਵਿੱਚ ਚੱਲ ਰਹੇ ਨੇ ਸਰ। ਕੁੱਲ ਮਿਲਾ ਕੇ 5 ਲੱਖ ਤੋਂ ਵੱਧ ਜਿਹੜੇ ਵਿਅਕਤੀ ਹੈ ਉਹਨਾਂ ਦਾ ਇਲਾਜ ਪੰਜਾਬ ਵਿੱਚ ਇਸ ਵੇਲੇ ਹੋ ਰਿਹਾ ਹੈ ਸਰ। ਸਰ, ਹੁਣ ਅਸੀਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੈ ਜੋ ਆਪ ਜੀ ਦੇ ਮਜ਼ਬੂਤ ਇਰਾਦੇ ਨਾਲ ਨਸ਼ਾ ਦੇ ਖਿਲਾਫ ਲੜੀ ਰਹੀ ਜੰਗ ਤੇ ਰੋਸ਼ਨੀ ਪਾਵੇਗੀ ਸਰ। ਮੈਂ ਬੇਨਤੀ ਕਰਾਂਗਾ ਵੀਡੀਓ ਚਲਾਈ ਜਾਵੇ। ਪੰਜਾਬ ਨੂੰ ਨਸ਼ਿਆਂ ਦੀ ਗਲਤਾਨ ਚੋਂ ਕੱਢਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਨੇ ਹੁਣ ਤੱਕ ਪੂਰੀ ਸ਼ਿੱਦਤ ਅਤੇ ਗੰਭੀਰਤਾ ਨਾਲ ਕੰਮ ਕੀਤਾ ਹੈ ਅਤੇ ਕਰ ਰਹੀ ਹੈ। ਅਸੀਂ ਡੈਪੋ ਪ੍ਰੋਗਰਾਮ ਚਲਾਇਆ ਹੈ, ਅਸੀਂ ਡਰੱਗ ਯੂਜ਼ ਦੀ ਪ੍ਰੀਵੈਂਸ਼ਨ ਦਾ ਪ੍ਰੋਗਰਾਮ ਚਲਾਇਆ ਹੈ। ਅਸੀਂ ਇਹ ਵੀ ਕਰ ਰਹੇ ਹਾਂ ਕਿ ਆਊਟ ਪੇਸ਼ੈਂਟ ਜਿਹੜੀ ਸਾਡੀ ਟ੍ਰੀਟਮੈਂਟ ਹੈ ਉਹ ਅਸੀਂ ਲੋਕਾਂ ਨੂੰ ਦਈਏ ਤਾਂ ਕਿ ਇਸ ਤੋਂ ਕੱਢੀਏ, ਔਰ ਬੜੀ ਚੰਗੀ ਤਰੀਕੇ ਨਾਲ ਚੱਲ ਰਿਹਾ ਹੈ। ਇੱਕ ਪਾਸੇ ਪੁਲਿਸ ਦਾ ਦਬਾਅ ਇਹ ਨਸ਼ੇ ਵੇਚਣ ਵਾਲਿਆਂ ਤੇ, ਔਰ ਇੱਕ ਪਾਸੇ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਇਸ ਚੋਂ ਕੱਢਣਾ। ਨਸ਼ੇ ਦੇ ਜੜ ਤੋਂ ਖਾਤਮੇ ਲਈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਯੋਗ ਅਫਸਰਾਂ ਨੂੰ ਲੈ ਕੇ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ, ਜਿਸ ਤਹਿਤ ਨਸ਼ੇ ਦੀ ਸਪਲਾਈ ਨੂੰ ਤੋੜਨ ਲਈ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਗਈ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਗਿਆ। ਸਰਕਾਰ ਦੇ ਇਹਨਾਂ ਯਤਨਾਂ ਦੀ ਸ਼ਾਨਦਾਰ ਸਫਲਤਾ ਦਾ ਨਤੀਜਾ ਰਿਹਾ ਕਿ ਸਾਲ 2017 ਤੋਂ ਹੁਣ ਤੱਕ 47,323 ਕੇਸ ਰਜਿਸਟਰ ਕੀਤੇ ਗਏ ਅਤੇ 61,349 ਦੋਸ਼ੀ ਗ੍ਰਿਫਤਾਰ ਕੀਤੇ ਗਏ। ਇੰਨਾ ਹੀ ਨਹੀਂ, ਨਸ਼ੇ ਦੀਆਂ ਵੱਡੀਆਂ ਮਾਤਰਾ ਵਿੱਚ ਖੇਪਾਂ ਵੀ ਫੜੀਆਂ ਜੋ ਪੰਜਾਬ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਸਨ। ਹੁਣ ਤੱਕ 2094.123 ਕਿਲੋਗ੍ਰਾਮ ਹੈਰੋਇਨ, 2094.404 ਕਿਲੋਗ੍ਰਾਮ ਅਫੀਮ ਅਤੇ ਵੱਡੀ ਮਾਤਰਾ ਵਿੱਚ ਹੋਰ ਵੀ ਨਸ਼ੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਨਸ਼ਾ ਸ਼ੁਰੂ ਹੋਣ ਦੇ ਸ਼ੁਰੂਆਤੀ ਕਦਮਾਂ ਨੂੰ ਠੱਲ ਪਾਉਣ ਲਈ ਸ਼ੁਰੂ ਕੀਤਾ ਬਡੀ ਪ੍ਰੋਗਰਾਮ, ਜਿਸ ਤਹਿਤ ਪੂਰੇ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਦੇ ਬਡੀ ਗਰੁੱਪ ਬਣਾਏ ਗਏ ਜੋ ਹੋਰਨਾਂ ਵਿਦਿਆਰਥੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹਨ। ਜੇਕਰ ਕਿਸੇ ਵਿਦਿਆਰਥੀ ਦੇ ਗਲਤ ਦਿਸ਼ਾ ਵੱਲ ਜਾਣ ਦਾ ਸ਼ੱਕ ਹੁੰਦਾ ਹੈ ਤਾਂ ਉਹਨਾਂ ਨੂੰ ਸੀਨੀਅਰ ਬਡੀ ਨਾਲ ਮਿਲਵਾ ਕੇ ਉਸ ਨੂੰ ਸਮੇਂ ਸਿਰ ਖੂਬਸੂਰਤ ਜ਼ਿੰਦਗੀ ਵੱਲ ਮੋੜਿਆ ਜਾਂਦਾ ਹੈ। ਇਸ ਗਰੁੱਪ ਵਿੱਚ ਸਾਨੂੰ ਇੱਕ ਅਹਿਮ ਕੰਮ ਦਿੱਤਾ ਗਿਆ ਹੈ। ਜੇਕਰ ਸਾਡਾ ਕੋਈ ਕਲਾਸ ਦਾ ਵਿਦਿਆਰਥੀ ਇਕੱਲਾ ਰਹਿੰਦਾ ਹੈ ਜਾਂ ਨਸ਼ਿਆਂ ਵੱਲ ਜਾ ਰਿਹਾ ਹੈ, ਉਸ ਨੂੰ ਉਸ ਚੀਜ਼ ਤੋਂ ਦੂਰ ਰੱਖਣਾ ਅਤੇ ਉਸ ਦੇ ਭੈੜੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ। ਮੈਨੂੰ ਆਪਣੇ ਤੇ ਮਾਣ ਹੈ ਕਿ ਮੈਂ ਬੜੀ ਗਰੁੱਪ ਦਾ ਇੱਕ ਹਿੱਸਾ ਹਾਂ ਤੇ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਬੜੀ ਗਰੁੱਪ ਬਣਾਓ ਤੇ ਨਸ਼ਿਆਂ ਤੋਂ ਆਜ਼ਾਦ ਰਹੋ। ਹੁਣ ਤੱਕ ਲਗਭਗ 37 ਲੱਖ ਵਿਦਿਆਰਥੀ ਬਡੀ ਗਰੁੱਪ ਦਾ ਹਿੱਸਾ ਬਣ ਚੁੱਕੇ ਹਨ ਅਤੇ ਸੀਨੀਅਰ ਬਡੀ ਵਜੋਂ 3 ਲੱਖ ਅਧਿਆਪਕ ਅਤੇ ਲੈਕਚਰਰ ਨਿਗਰਾਨੀ ਕਰ ਰਹੇ ਹਨ। ਸਭ ਤੋਂ ਵੱਡਾ ਫਾਇਦਾ ਇਹ ਸੀ ਇਸ ਬੜੀ ਗਰੁੱਪ ਦਾ ਕਿ ਬੱਚਿਆਂ ਨੂੰ ਜੋ ਮੈਂਟਲ ਸਟ੍ਰੈਸਸ ਹੁੰਦੇ ਆ ਜਾਂ ਜੋ ਉਹਨਾਂ ਦੇ ਦਿਮਾਗ 'ਚ ਪਰੇਸ਼ਾਨੀਆਂ ਚੱਲ ਰਹੀਆਂ ਹੁੰਦੀਆਂ, ਉਹ ਆਪਸ ਦੇ ਵਿੱਚ ਡਿਸਕਸ਼ਨ ਦੇ ਨਾਲ ਉਹਨਾਂ ਦੇ ਉਹ ਪ੍ਰੋਬਲਮ ਸੋਲਵ ਹੋ ਜਾਂਦੀਆਂ ਸੀ, ਜਿਸ ਕਰਕੇ ਕਿ ਨਸ਼ਿਆਂ ਵੱਲ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ। ਪੰਜਾਬ ਨੂੰ ਨਸ਼ੇ ਦੇ ਮੱਕੜ ਜਾਲ ਚੋਂ ਕੱਢਣ ਲਈ ਪੰਜਾਬ ਸਰਕਾਰ ਨੇ ਇੱਕ ਹੋਰ ਪ੍ਰਭਾਵੀ ਰਣਨੀਤੀ ਸ਼ੁਰੂ ਕੀਤੀ। ਇਸ ਤਹਿਤ ਸ਼ੁਰੂ ਕੀਤਾ ਗਿਆ ਡੈਪੋ ਪ੍ਰੋਗਰਾਮ। ਡੈਪੋ ਪ੍ਰੋਗਰਾਮ ਦਾ ਮੁੱਖ ਮਕਸਦ ਘਰ ਘਰ ਜਾ ਕੇ ਨਸ਼ੇ ਦੀ ਗੰਦੀ ਲੱਤ ਨਾਲ ਪੈਦਾ ਹੋਣ ਵਾਲੀਆਂ ਮਾਰੂ ਸਥਿਤੀਆਂ ਤੋਂ ਜਾਣੂ ਕਰਵਾਉਣਾ, ਨਸ਼ਾ ਪੀੜਤਾਂ ਦੀ ਪਹਿਚਾਣ ਕਰਾਉਣਾ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨਸ਼ਾ ਮੁਕਤੀ ਲਈ ਇਲਾਜ ਸਹੂਲਤਾਂ ਬਾਰੇ ਦੱਸ ਕੇ ਇਲਾਜ ਲਈ ਪ੍ਰੇਰਿਤ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਹੁਣ ਤੱਕ ਪਿੰਡਾਂ ਦੇ 6,27,180 ਵਲੰਟੀਅਰਜ਼ ਨਸ਼ਾ ਛਡਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣ ਚੁੱਕੇ ਹਨ। ਡੈਪੋ ਦਾ ਜਿਹੜਾ ਰੋਲ ਹੈ ਉਹ ਹਰ ਨਸ਼ੇ, ਹਰ ਸਮਾਜ ਨੂੰ ਨਸ਼ਾ ਮੁਕਤ ਕਰਨਾ ਹੈ, ਜਿਸ ਦੇ ਵਿੱਚ ਉਹ ਪੂਰੇ ਮੁਹੱਲੇ ਤੇ ਆਪਣੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ, ਯੁਵਾ ਪੀੜ੍ਹੀ ਨੂੰ ਨਾਲ ਲੈ ਕੇ ਉਹਨਾਂ ਨੂੰ ਨਸ਼ੇ ਦੇ ਪ੍ਰਭਾਵਾਂ ਬਾਰੇ, ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹਨ। ਉਹਨਾਂ ਨੂੰ ਪੋਜ਼ਿਟਿਵ ਐਕਟੀਵਿਟੀ ਜਿਸ ਤਰ੍ਹਾਂ ਖੂਨਦਾਨ ਕੈਂਪ ਔਰ NSS ਕੈਂਪ ਵਗੈਰਾ ਦੇ ਵਿੱਚ ਜੋੜਦੇ ਹਨ।
ਨਸ਼ਾ ਪੀੜਤ ਨੂੰ ਨਸ਼ੇ ਦੀ ਲੱਤ ਛੁਡਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ 202 ਓਟ ਕਲੀਨਿਕ ਖੋਲੇ ਗਏ ਹਨ, ਜਿੱਥੇ ਮਰੀਜ਼ ਹਰ ਰੋਜ਼ ਦਵਾਈ ਲੈ ਕੇ ਆਪਣੇ ਘਰ ਜਾ ਸਕਦਾ ਹੈ ਤੇ ਆਪਣਾ ਰੋਜ਼ਗਾਰ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਸੂਬੇ ਦੀਆਂ ਜੇਲ੍ਹਾਂ ਵਿੱਚ ਵੀ 13 ਓਟ ਕਲੀਨਿਕ ਖੋਲੇ ਗਏ ਹਨ। ਪੰਜਾਬ ਵਿੱਚ ਨਸ਼ਾ ਪੀੜਤਾਂ ਲਈ ਡੀ ਐਡਿਕਸ਼ਨ ਸੈਂਟਰ ਅਤੇ ਰੀਹੈਬਿਲਿਟੇਸ਼ਨ ਸੈਂਟਰ ਵੀ ਨਸ਼ਾ ਮੁਕਤੀ ਲਈ ਦ੍ਰਿੜਤਾ ਨਾਲ ਕੰਮ ਕਰ ਰਹੇ ਹਨ। ਇੱਥੇ ਭਰਤੀ ਹੋਏ ਨਸ਼ਾ ਪੀੜਤਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ, ਉਹਨਾਂ ਦੇ ਨਸ਼ਾ ਕਰਨ ਦੇ ਕਾਰਨ, ਇਲਾਜ, ਯੋਗ ਮੈਡੀਟੇਸ਼ਨ ਕਰਵਾਉਣਾ ਅਤੇ ਮੁੜ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ, ਜਦੋਂ ਤੋਂ ਹੀ ਅਸੀਂ ਹੋ ਰਹੇ ਹਾਂ, ਆ ਜਿਹੜਾ ਇਹਨਾਂ ਦਾ ਲੱਕ ਟੁੱਟਿਆ ਔਰ ਇਹ ਲੱਕ ਨੂੰ ਇਹੋ ਜਿਹੀ ਤਰ੍ਹਾਂ ਇਹਨਾਂ ਦੀ ਸੱਟ ਵੱਜੂਗੀ, ਇਹਨਾਂ ਨੂੰ ਪਤਾ ਲੱਗ ਜੂਗਾ ਕਿ ਨਸ਼ਿਆਂ ਨਾਲ ਜਿਹੜੇ ਬੱਚਿਆਂ ਨੂੰ ਖਰਾਬ ਕਰਦੇ ਨੇ, ਇਹ ਕੈਸੇ ਇੱਥੇ ਇੱਕ ਪੰਜਾਬ ਸਰਕਾਰ ਕੀ ਇਹਨਾਂ ਦੇ ਨਾਲ ਕਰਦੀ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਓਟ ਕਲੀਨਿਕ ਦੇ ਡੀ ਐਡਿਕਸ਼ਨ ਸੈਂਟਰਾਂ ਤੇ ਰੀਹੈਬਿਲਿਟੇਸ਼ਨ ਸੈਂਟਰਾਂ ਵਿੱਚ ਹੁਣ ਤੱਕ ਕਈ ਮਰੀਜ਼ ਇਲਾਜ ਕਰਵਾ ਕੇ ਚੰਗੇ ਜੀਵਨ ਬਸਰ ਕਰ ਰਹੇ ਹਨ। ਅਸੀਂ ਧੰਨਵਾਦੀ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੇ, ਜਿਨ੍ਹਾਂ ਦੀ ਸਰਕਾਰ ਨੇ ਇਹ ਓਟ ਕਲੀਨਿਕ ਵਾਲੀ ਮੈਡੀਸਨ ਸ਼ੁਰੂ ਕਰੀ, ਜਿਸ ਦੀ ਵਜ੍ਹਾ ਕਰਕੇ ਹਜ਼ਾਰਾਂ ਨੌਜਵਾਨ ਆਪਦਾ ਭਵਿੱਖ ਬਚਾ ਸਕੇ ਤੇ ਨਸ਼ਿਆਂ ਦੀ ਦਲਦਲ ਚੋਂ ਬਾਹਰ ਨਿਕਲੇ, ਜਿਵੇਂ ਕਿ ਅਸੀਂ। ਪੰਜਾਬ ਸਰਕਾਰ ਜਿੱਥੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਦਾ ਇਰਾਦਾ ਲੈ ਕੇ ਚੱਲੀ ਹੈ, ਉੱਥੇ ਹੀ ਨਸ਼ਾ ਪੀੜਤਾਂ ਦੇ ਸਕਾਰਾਤਮਕ ਪ੍ਰਯਾਸਾਂ ਨਾਲ ਨਸ਼ਾ ਛੱਡਣ ਤੋਂ ਬਾਅਦ ਉਹਨਾਂ ਨੂੰ ਪੈਰਾਂ ਤੇ ਖੜਾ ਕਰਨ ਲਈ ਵੀ ਵਚਨਬੱਧ ਹੈ। ਇਸ ਲਈ ਸਰਕਾਰ ਨੇ ਸ਼ੁਰੂ ਕੀਤਾ ਆਪਰੇਸ਼ਨ ਰੈੱਡ ਸਕਾਈ, ਜਿਸ ਤਹਿਤ ਹਰ ਜ਼ਿਲ੍ਹੇ ਦੇ ਨਸ਼ਾ ਛੱਡ ਚੁੱਕੇ ਲੋਕਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਤਹਿਤ ਰੋਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣਗੇ। ਕੋਸ਼ਿਸ਼ ਬੜੀ ਕੀਤੀ ਹੈ ਇਸ ਚੀਜ਼ ਨੂੰ ਹੋਰ ਕਾਬੂ ਕਰਨ ਦੀ, ਔਰ ਤੁਹਾਡੀ ਲੋੜ ਪਏਗੀ, ਸਾਰਿਆਂ ਦੀ ਲੋੜ ਪਊਗੀ ਪੰਜਾਬੀਆਂ ਦੀ, ਕਿ ਇਸ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਨੂੰ ਹੋਰ ਕਦਮ ਚੱਕਣੇ ਪੈਣਗੇ। ਆਪਾਂ ਸਾਰੇ ਰਲ ਕੇ ਇੱਕ ਹਮਲਾ ਮਾਰੀਏ ਔਰ ਇਹ ਨਸ਼ਿਆਂ ਨੂੰ ਇੱਕ ਵਾਰ ਪੰਜਾਬ ਤੋਂ ਆਪਾਂ ਚੰਗੀ ਤਰ੍ਹਾਂ ਕੱਢ ਕੇ ਬਾਹਰ ਸਿੱਟੀਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ 4 ਸਾਲਾਂ ਦੇ ਅਣਥੱਕ ਪ੍ਰਯਾਸਾਂ ਸਦਕਾ ਪੰਜਾਬ ਦੀ ਜਵਾਨੀ ਮੁੜ ਤੋਂ ਠਾਠਾ ਮਾਰਦੀ ਨਜ਼ਰ ਆ ਰਹੀ ਹੈ। ਆਓ ਪੰਜਾਬ ਸਰਕਾਰ ਦੇ ਕਦਮਾਂ ਨਾਲ ਕਦਮ ਮਿਲਾਈਏ ਤੇ ਨਸ਼ਾ ਮੁਕਤ ਪੰਜਾਬ ਦੇ ਮਿਸ਼ਨ ਤੇ ਫਤਿਹ ਪਾਈਏ। ਸਰ, ਨਸ਼ਿਆਂ ਦੇ ਖਿਲਾਫ ਇਸ ਲੜਾਈ ਵਿੱਚ ਸਭ ਤੋਂ ਅੱਗੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਹੁੰਦੇ ਨੇ। ਬਹੁਤ ਵਾਰ ਪਰਸਨਲ ਸੈਕਰੀਫਾਈਸਿਸ ਵੀ ਉਹਨਾਂ ਨੂੰ ਕਰਨੇ ਪੈਂਦੇ ਇਸ ਲੜਾਈ ਲਈ, ਔਰ ਇਸ ਸਾਰੀ ਲੜਾਈ ਦੀ ਅਗਵਾਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਜੀ ਕਰ ਰਹੇ ਨੇ। ਮੈਂ ਬੇਨਤੀ ਕਰਾਂਗਾ ਡੀਜੀਪੀ ਪੰਜਾਬ ਨੂੰ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ। सर, मैनू लगता है कि जो लोग दूजे नोड्स पे हैं, आज बहुत ज़्यादा लोड पता लग गया है, हो चुका है, तो बहुत से लोग कनेक्ट नहीं कर पा रहे। पवन नेटवर्क ते जो ऑफिसर्स ने शायद सिर्फ वही कनेक्ट कर पा रहे हैं, असी टैक्नोलॉजिकली उन्होंने दुरुस्त करने की कोशिश कर रहे हैं सर। तब तक मैं रिक्वेस्ट करदा सर डॉक्टर सुखचैन सिंह गिल, कमिश्नर पुलिस। सर, I am okay, Rahul. I am okay. I'm just right, sir. Honorable Chief Minister Punjab Captain Amrinder Singh ji, ਹੋਰ Honorable Minister ਸਾਹਿਬਾਨ, MLA ਸਾਹਿਬਾਨ, MP ਸਾਹਿਬਾਨ ਤੇ ਜਿਹੜੇ ਪੰਜਾਬ ਦੇ ਲੋਕ ਅੱਜ ਜੁੜੇ ਹੋਏ ਹਨ, ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਤੇ ਇਲਿਸਿਟ ਟ੍ਰੈਫਿਕਿੰਗ ਦੇ ਸੰਬੰਧ ਵਿੱਚ ਮੈਂ ਸਰ ਤੁਹਾਡੇ ਇਹ ਦੱਸਣਾ ਚਾਹਾਂਗਾ ਕਿ ਤੁਹਾਡੀ ਰਹਿਨੁਮਾਈ ਦੇ ਵਿੱਚ ਇਹ ਲੜਾਈ ਜਿਹੜੀ ਸੀ ਡਰੱਗਸ ਦੇ ਖਿਲਾਫ ਸਰ, ਸਾਡਾ ਸਰਹੱਦੀ ਸੂਬਾ ਹੈ ਸਰ, ਸਾਡਾ 550 ਕਿਲੋਮੀਟਰ ਬਾਰਡਰ ਲੱਗਦਾ ਪਾਕਿਸਤਾਨ ਦੇ ਨਾਲ। ਸੋ ਸਾਡੀ ਜਿਹੜੀ ਜਿਓਗ੍ਰਾਫੀ ਹੈ ਸਰ, ਉਹ ਸਾਨੂੰ ਮਤਲਬ ਮਾਰ ਰਹੀ ਹੈ, ਕਿਉਂਕਿ ਜਿਹੜਾ ਪੈਦਾਇਸ਼ ਹੁੰਦੀ ਹੈ ਸਰ, ਤੁਹਾਨੂੰ ਸਭ ਨੂੰ ਪਤਾ ਹੈ ਸਰ ਕਿ ਹੈਰੋਇਨ ਦਾ ਜਿਹੜਾ ਪੌਪੀ ਪਲਾਂਟ ਹੈ ਉਹ ਸਾਰਾ ਅਫਗਾਨਿਸਤਾਨ ਦੇ ਵਿੱਚ ਹੈਰੋਇਨ ਤੇ ਜਿਹੜਾ ਅੱਗੇ ਚਿੱਟਾ ਬਣਦਾ ਹੈ ਦੂਸਰੀ ਚੀਜ਼, ਉਹ ਸਾਰਾ ਉੱਥੋਂ ਨਿਕਲਦਾ ਹੈ ਸਰ। ਤੇ ਪੰਜਾਬ, ਜੰਮੂ ਕਸ਼ਮੀਰ, ਹਿੰਦੁਸਤਾਨ, ਫਿਰ ਅੱਗੇ ਸਰ ਇਹ ਟ੍ਰਾਂਜ਼ਿਟ ਰੂਟ ਹਨ ਸਰ, ਤੇ ਉਹ ਬਹੁਤ ਸਾਰਾ ਡਰੱਗ ਸਰ, ਹੈਰੋਇਨ ਸਪੈਸ਼ਲੀ ਸਰ, ਇਹ ਇੱਧਰੋਂ ਸਾਡੇ ਬਾਰਡਰ ਵੱਲੋਂ ਪੰਜਾਬ ਵਿੱਚ ਧਕੇਲਿਆ ਜਾਂਦਾ ਹੈ ਸਰ। ਜਿਹੜੇ ਸਾਡੇ ਦਰਿਆ ਹੈਗੇ ਆ ਉਹਨਾਂ ਦੇ ਥਰੂ ਵੀ ਆਉਂਦਾ ਹੈ,
ਜਿਹੜੀ ਬਾਰਡਰ ਫੈਂਸਿੰਗ ਹੈ ਉਹਦੇ ਉੱਪਰੋਂ ਸੁੱਟਦੇ ਹੈਗੇ ਆ ਸਰ, ਪਾਈਪਾਂ ਦੇ ਰਾਹੀਂ ਭੇਜਦੇ ਹੈਗੇ ਆ ਸਰ, ਬਾਕੀ ਸੀ ਰੂਟ ਦੇ ਰਾਹੀਂ ਵੀ ਭੇਜਦੇ ਹਨ ਸਰ। ਜਦੋਂ 4 ਸਾਲ ਪਹਿਲਾਂ ਸਰ ਮਾਰਚ 2017 ਦੇ ਵਿੱਚ ਤੁਸੀਂ ਚਾਰਜ ਸੰਭਾਲਿਆ ਸੀ, ਸੀਐਮ ਪੰਜਾਬ ਸਾਹਿਬ ਨੇ ਚਾਰਜ ਸੰਭਾਲਿਆ ਸੀ, ਬਾਅਦ ਐਸਟੀਐਫ ਦਾ ਆਪ ਜੀ ਨੇ ਗਠਨ ਕੀਤਾ ਸਰ। ਉਹਦੇ ਬਾਅਦ ਕਲੀਅਰ ਆਰਡਰ ਸਨ ਤੇ ਉਹਦੇ ਬਾਅਦ ਬਹੁਤ ਵੱਡੀ ਪੱਧਰ ਤੇ ਸਰ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਵੱਡੀ ਪੱਧਰ ਤੇ ਐਕਸ਼ਨ ਹੋਇਆ ਹੈ ਸਰ ਡਰੱਗਸ ਦੇ ਖਿਲਾਫ ਸਰ। ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਦੀ ਰਿਕਵਰੀ ਹੋਈ ਹੈ। ਹੁਣੀ ਅਨੁਰਾਗ ਅਗਰਵਾਲ ਸਾਹਿਬ ACS ਹੋਮ ਸਾਹਿਬ ਨੇ, ਹੋਮ ਸੈਕਟਰੀ ਸਾਹਿਬ ਨੇ ਦੱਸਿਆ ਕਿ 2000 ਤੋਂ ਉੱਪਰ 2000 ਕਿਲੋਗ੍ਰਾਮ ਤੋਂ ਉੱਪਰ ਹੈਰੋਇਨ ਫੜੀ ਗਈ ਹੈ ਸਰ। ਅਸੀਂ 2100 ਕਿਲੋ ਤੋਂ ਉੱਪਰ ਹੈਰੋਇਨ ਫੜੀ ਹੈ ਸਰ, ਜਿਹਦੇ ਵਿੱਚ 4200 ਕਰੋੜ ਦੀ ਉਹਦੀ ਐਸਟੀਮੇਟਡ ਵੈਲਿਊ ਹੈ ਸਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਰ। ਤੇ ਇਸ ਕਰੀਬ 46000 ਕੇਸਿਸ ਰਜਿਸਟਰ ਹੋਏ ਹਨ ਸਰ। ਕਰੀਬ 60000 ਜਿਹੜੇ ਡਰੱਗ ਸਮਗਲਰ, ਡਰੱਗ ਸਪਲਾਇਰ, ਡਰੱਗ ਟ੍ਰੇਡਰ ਤੇ ਤਸਕਰ ਜਿਹੜੇ ਹੈਗੇ ਆ ਪੈਡਲਰ ਸਰ, ਉਹ ਅਰੈਸਟ ਹੋਏ ਹੈਗੇ ਆ ਸਰ ਪਿਛਲੇ ਸਾਲਾਂ ਦੇ ਵਿੱਚ। ਮੈਂ ਇਹ ਵੀ ਦੱਸਣਾ ਚਾਹਾਂਗਾ ਸਰ ਜੇ ਅਸੀਂ ਇਹਨੂੰ ਕੰਪੇਅਰ ਕਰੀਏ ਹਿੰਦੁਸਤਾਨ ਦੇ ਜਿਹੜੇ ਅੰਕੜੇ ਹਨ ਸਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ, ਤਾਂ ਅਸੀਂ ਕਰੀਬ ਸਰ ਪਿਛਲੇ 17 ਤੋਂ ਲੈ ਕੇ 19 ਤੱਕ ਦੇ ਅੰਕੜੇ ਸਾਡੇ ਕੋਲ ਅਵੇਲੇਬਲ ਹਨ। 2 ਲੱਖ ਕੇਸ ਰਜਿਸਟਰ ਹੋਏ ਸਰ ਪੂਰੇ ਹਿੰਦੁਸਤਾਨ ਦੇ ਵਿੱਚ, ਤਾਂ ਉਹਦੇ ਵਿੱਚੋਂ 36000 ਕੇਸ ਸਰ ਸਿਰਫ ਪੰਜਾਬ ਵਿੱਚ ਇਹ ਡਰੱਗ ਸਮਗਲਰਸ ਦੇ ਸਪਲਾਇਰਸ ਦੇ ਖਿਲਾਫ ਦਰਜ ਹੋਏ, ਜਿਹੜੇ 18% ਹਨ ਸਰ। ਸੋ ਹਰ 5ਵਾਂ ਕੇਸ ਤਕਰੀਬਨ ਸਰ, ਹਰ 5ਵਾਂ ਕੇਸ ਜਿਹੜਾ ਡਰੱਗ ਤਸਕਰਾਂ ਦੇ ਖਿਲਾਫ, ਡਰੱਗ ਸਮਗਲਰਾਂ ਦੇ ਖਿਲਾਫ ਦਰਜ ਹੋਇਆ ਹੈ ਉਹ ਪੰਜਾਬ ਵਿੱਚ ਦਰਜ ਹੋਇਆ ਸਰ ਤੁਹਾਡੀ ਰਹਿਨੁਮਾਈ ਦੇ ਵਿੱਚ। ਕਰੀਬ ਸਰ ਜੇ ਆਪਾਂ ਬੰਦੇ ਜਿਹੜੇ ਅਰੈਸਟ ਹੋਏ ਉਹਨਾਂ ਦੇ ਆંકੜੇ ਲਈਏ ਤੇ ਕਰੀਬ 3 ਸਾਲਾਂ ਦੇ ਵਿੱਚ 17 ਤੋਂ 19 ਦੇ ਦਰਮਿਆਨ 3 ਸਾਲਾਂ ਦੇ ਵਿੱਚ 2.5 ਲੱਖ ਬੰਦੇ ਫੜੇ ਗਏ ਸਰ। ਤੇ ਉਹਦੇ ਵਿੱਚੋਂ ਕਰੀਬ 45000 ਜਿਹੜੇ ਬੰਦੇ ਅਰੈਸਟ ਹੋਏ ਉਹ ਪੰਜਾਬ ਪੁਲਿਸ ਨੇ ਕੀਤੇ ਸਰ, STF ਨੇ ਕੀਤੇ, ਪੰਜਾਬ ਵਿੱਚ ਕੀਤੇ ਗਏ। ਇਹ ਵੀ 17.5% ਹੈਗੇ ਆ ਸਰ। ਸੋ ਕਰੀਬ ਹਰ 5ਵਾਂ ਬੰਦਾ ਸਮਝੋ ਕਿ ਪੰਜਾਬ ਵਿੱਚ ਗ੍ਰਿਫਤਾਰ ਹੋਇਆ। ਸੋ ਤੁਹਾਡੀ ਰਹਿਨੁਮਾਈ ਦੇ ਵਿੱਚ ਸਰ ਪਿਛਲੇ 4 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਰ ਡਰੱਗਸ ਦੇ ਖਿਲਾਫ ਇੰਨਾ ਕੰਮ ਕਦੇ ਨਹੀਂ ਹੋਇਆ ਸਰ। ਪਿਛਲੇ ਸਾਲ ਸਰ 2020 ਦੇ ਵਿੱਚ ਸਰ ਚਾਹੇ ਕਰੋਨਾ ਮਹਾਮਾਰੀ ਸੀ, ਲੇਕਿਨ ਪਾਕਿਸਤਾਨ ਤੇ ਦੂਸਰੀ ਸ਼ਕਤੀਆਂ ਜਿਹੜੀਆਂ ਬਾਰਡਰ ਦੇ ਉੱਧਰ ਬੈਠਿਆ ਸੀ, ਬਹੁਤ ਵੱਡਾ ਇੱਕ ਸਮਗਲਿੰਗ ਇਨਫਰਾਸਟ੍ਰਕਚਰ ਹੈ ਸਰ ਪਾਕਿਸਤਾਨ ਦੇ ਵਿੱਚ ਸਰ, ਜਿਹਦੇ ਵਿੱਚ ਜਿੱਥੋਂ ਸਮਾਨ ਇੱਧਰ ਆਉਂਦਾ ਹੈ ਸਰ, ਤੁਸੀਂ ਸਾਨੂੰ ਯਾਦ ਹੋਏਗਾ 532 kg ਦੀ ਖੇਪ ਇੱਕ ਆਈ ਸੀ ਅਟਾਰੀ ਬਾਰਡਰ ਤੇ, ਜਿਹੜੀ ਉੱਤੇ ਇਹਨਾਂ ਨੇ ਰੌਕ ਸੌਲਟ ਦੀ ਕੰਸਾਈਨਮੈਂਟ ਵਿੱਚ ਭੇਜੀ ਗਈ ਸੀ। ਉਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਸਰ ਉਹ NIA ਕੇਸ ਨੂੰ ਇਨਵੈਸਟੀਗੇਟ ਕਰ ਰਿਹਾ ਸੀ, ਕਸਟਮਸ ਨੇ ਫੜੀ ਸੀ। ਲੇਕਿਨ ਜਿਹੜੀ ਬਿਗ ਫਿਸ਼ ਸੀ, ਸਭ ਤੋਂ ਵੱਡਾ ਸਮਗਲਰ ਸਰ ਜਿਹੜਾ ਸਮਝੋ ਆਪਾਂ ਭਾਰਤ ਵਰਸ਼ ਦਾ ਹੋਏਗਾ, ਜਿਹਨੇ ਕਰੀਬ 2000 ਕਿਲੋ ਹੈਰੋਇਨ ਪੰਜਾਬ ਵਿੱਚ ਲਿਆਂਦੀ ਹੋਏਗੀ ਪਾਕਿਸਤਾਨ ਤੋਂ ਸਰ, ਰਣਜੀਤ ਸਿੰਘ ਚੀਤਾ। ਇਹਨੂੰ ਅਸੀਂ ਮਈ 2020 ਦੇ ਵਿੱਚ ਸਰ ਗ੍ਰਿਫਤਾਰ ਕੀਤਾ ਸੀ, ਸਰਸੇ ਤੋਂ ਅਸੀਂ ਫੜ ਕੇ ਲਿਆਏ ਸੀਗੇ ਸਰ ਮਈ 2020 ਦੇ ਵਿੱਚ ਸਰ, ਕਰੀਬ 1 ਸਾਲ ਹੋ ਗਿਆ ਸਰ। ਤੇ ਇਸ ਤੋਂ ਇਲਾਵਾ ਸਰ ਇੱਕ ਫੈਕਟਰੀ ਦਾ ਪਰਦਾਫਾਸ਼ STF ਨੇ ਕੀਤਾ ਪਿਛਲੀ ਜਨਵਰੀ ਦੇ ਵਿੱਚ, ਜਨਵਰੀ 20 ਦੇ ਵਿੱਚ ਸਰ 190 ਕਿਲੋ ਹੈਰੋਇਨ ਫੜੀ ਸਰ। ਤੇ ਉਹ ਇੱਕ ਅਫਗਾਨੀ ਨੈਸ਼ਨਲ ਜਿਹਨੂੰ ਲਿਆਂਦਾ ਗਿਆ ਸੀ, ਇੱਕ ਅਫਗਾਨਿਸਤਾਨ ਦੇ ਬੰਦੇ ਨੂੰ ਉੱਥੇ ਫੈਕਟਰੀ ਲਾਉਣ ਲਈ, ਇਹ ਹੈਰੋਇਨ ਨੂੰ ਪਿਉਰੀਫਾਈ ਕਰਨ ਦੇ ਲਈ ਸਰ, ਸੁਲਤਾਨਵਿੰਡ ਇਲਾਕੇ ਦੇ ਵਿੱਚ ਸਰ ਨੂੰ ਯਾਦ ਹੋਏਗਾ ਸਰ, ਉਹ ਵੀ ਫੜੀ ਗਈ ਸਰ। ਹੁਣ ਤੱਕ ਸਰ ਅਸੀਂ ਕਰੀਬ 420 ਜਿਹੜੇ ਵੱਡੇ ਹੈ ਕਿਹਾ ਜਾਂਦਾ ਹੈ ਸਰ ਕਿ ਬਿਗ ਫਿਸ਼ ਨੂੰ ਨਹੀਂ ਫੜਿਆ ਜਾ ਰਿਹਾ, ਛੋਟੇ ਬੰਦੇ ਫੜੇ ਜਾਂਦੇ ਆ। 420 ਤੋਂ ਉੱਪਰ ਸਰ ਇਹ ਬਿਗ ਫਿਸ਼ ਜਿਨ੍ਹਾਂ ਤੋਂ 2 ਕਿਲੋ ਤੋਂ ਉੱਪਰ ਦੀ ਹੈਰੋਇਨ ਦੀ ਰਿਕਵਰੀ ਹੋਈ ਸਰ, ਉਹ ਫੜੇ ਗਏ ਸਰ। ਤੇ ਜਿਹੜਾ ਸਰ ਕਾਫੀ ਪਹਿਲਾਂ ਮੌਤਾਂ ਹੁੰਦੀਆਂ ਸੀ ਸਰ, ਜਦੋਂ ਸਰਕਾਰ ਤੁਸੀਂ ਟੇਕ ਓਵਰ ਕੀਤਾ 17 ਦੇ ਵਿੱਚ, ਤੇ ਕਰੀਬ 120 ਤੋਂ ਵੱਧ ਬੰਦਿਆਂ ਦੀਆਂ ਡਰੱਗ ਰਿਲੇਟਡ ਡੈਥਸ ਹੋ ਰਹੀਆਂ ਸੀਗੀਆਂ ਸਰ। ਜਿਹੜੇ ਓਟ ਕਲੀਨਿਕ ਚਲਾਏ ਗਏ, ਡੀ ਐਡਿਕਸ਼ਨ ਸੈਂਟਰ ਚਲਾਏ ਗਏ ਸਰ, ਕਰੀਬ 372 ਇਹੋ ਜਿਹੇ ਇਦਾਰੇ ਹੈਗੇ ਆ ਸਰ, 200 ਇਹ ਓਟ ਕਲੀਨਿਕ, 172 ਡੀ ਐਡਿਕਸ਼ਨ ਸੈਂਟਰ। ਤੇ ਉਹਨਾਂ ਦੇ ਸਦਕੇ ਸਰ ਜਿਹੜੀਆਂ ਇਹ ਡੈਥਸ ਹੈਗੀਆਂ, ਕਰੀਬ 19 ਡੈਥਸ ਹੋਈਆਂ ਸਰ ਪਿਛਲੇ ਸਾਲ ਦੇ ਵਿੱਚ। ਸੋ ਉਹਨਾਂ ਦੀ ਮਾਤਰਾ ਵੀ ਬਹੁਤ ਘਟੀ ਹੈ ਸਰ। ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਸਰ ਅਸੀਂ ਕੰਮ ਕਰ ਰਹੇ ਹਾਂ ਸਰ, ਤੁਹਾਡੀ ਰਹਿਨੁਮਾਈ ਦੇ ਤਹਿਤ ਸਰ।
ਤੇ ਕਰੀਬ 70 ਸਰ ਪੁਲਿਸ ਕਰਮੀ ਸਨ ਸਰ, ਪੰਜਾਬ ਪੁਲਿਸ ਦੇ ਵੀ ਸੀਗੇ ਸਰ, BSF ਦੇ ਵੀ ਸੀਗੇ, ਫੌਜੀ ਜਵਾਨ ਵੀ ਅਸੀਂ ਫੜੇ ਆ ਸਰ, ਜਿਹੜੇ ਡਰੋਨ ਦੇ ਰਾਹੀਂ ਡਰੋਨ ਇੱਥੋਂ ਉਡਾ ਕੇ ਉਧਰ ਪਾਕਿਸਤਾਨ ਭੇਜ ਰਹੇ ਸੀ ਤੇ ਉਹਦੇ ਰਾਹੀਂ ਡਰੱਗ ਵੀ ਮੰਗਾ ਰਹੇ ਸੀ, ਵੈਪਨ ਵੀ ਮੰਗਾ ਰਹੇ ਸੀਗੇ ਸਰ। ਉਹ ਅਸੀਂ BSF ਦੇ ਜਵਾਨ ਸਰ ਫੜ ਕੇ ਲਿਆਂਦੇ ਜੰਮੂ ਕਸ਼ਮੀਰ ਤੋਂ, ਰਾਜਸਥਾਨ ਤੋਂ, ਉਹਨਾਂ ਦੇ ਸੀਨੀਅਰ DGP BSF ਦੇ ਨਾਲ ਗੱਲ ਕਰਕੇ। ਸੋ ਟੋਟਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਰ। 70 ਅਸੀਂ ਪੰਜਾਬ ਪੁਲਿਸ ਦੇ ਕਰਮੀ ਜਿਨ੍ਹਾਂ ਦੀ ਛੋਟੀ ਮੋਟੀ ਵੀ ਕੋਈ ਇਨਵੋਲਵਮੈਂਟ ਕਿਤੇ ਵੀ ਨਜ਼ਰ ਆਈ ਸਰ, ਤੇ ਉਹਨਾਂ ਨੂੰ ਅਸੀਂ ਡਿਸਮਿਸ ਕੀਤਾ ਹੈ ਸਰ ਪਿਛਲੇ 4 ਸਾਲਾਂ ਦੇ ਵਿੱਚ ਸਰ। ਸੋ ਬੜੇ ਵੱਡੇ ਪੱਧਰ ਤੇ ਕੰਮ ਹੋ ਰਿਹਾ ਹੈ ਸਰ। ਜਿਵੇਂ ਇੱਕ ਤਾਂ ਸਰ ਹੈਰੋਇਨ ਦੇ ਖਿਲਾਫ ਦੀ ਕੰਮ ਦੀ ਗੱਲ ਹੈ ਸਰ। ਮੈਂ ਇਹ ਵੀ ਸਰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜਾ ਫਾਰਮਾ ਡਰੱਗਸ ਹੈ, ਜਿਹੜੇ ਫਾਰਮਾ ਓਪੀਓਇਡਸ ਕਹਿੰਦੇ ਆਪਾਂ, ਜਿਹੜੀਆਂ ਦਵਾਈਆਂ ਹਨ ਸਰ, ਟ੍ਰੈਮਾਡੋਲ ਹੈ, ਐਲਪ੍ਰੈਕਸ ਹੈ, ਬੈਨਾਡਰਿਲ, ਇਹੋ ਜਿਹੇ ਕਾਫੀ ਸਾਰੇ ਚੀਜ਼ਾਂ ਹਨ ਜਿਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਸਰ। ਕਰੀਬ 50% ਜਿਹੜੇ ਸਰ ਇਹ ਡਰੱਗ ਟਰੈਪ ਵਿੱਚ ਫਸੇ ਹਨ ਆਪਣੇ ਜਿਹੜੇ ਪੰਜਾਬ ਦੇ ਲੋਕ ਸਰ, ਉਹ ਇਸ ਸਿੰਥੈਟਿਕ ਡਰੱਗ ਜਿਹੜੇ ਫਾਰਮਾ ਓਪੀਓਇਡ ਕਹਿੰਦੇ ਆ ਉਹਨਾਂ ਦਾ ਸੇਵਨ ਕਰਦੇ ਆ ਸਰ। ਇਸ ਤੇ ਵੀ ਬਹੁਤ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਸਰ ਤੁਹਾਡੀ ਰਹਿਨੁਮਾਈ ਦੇ ਵਿੱਚ। ਤੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਰੀਸੈਂਟਲੀ ਸਰ ਪਹਿਲਾਂ ਅਸੀਂ ਪਿਛਲੇ ਸਾਲ ਇੱਕ ਫੈਕਟਰੀ ਨਰੇਲਾ ਜਿਹੜਾ ਕਿ ਦਿੱਲੀ ਦੇ ਬਾਹਰ ਹੈ ਸਰ, ਉੱਥੋਂ ਇੱਕ ਫੈਕਟਰੀ ਫੜੀ ਸੀ ਸਰ ਜਿਹੜੀਆਂ ਇਹ ਡਰੱਗਸ ਨੂੰ ਬਣਾ ਰਹੀ ਸੀ ਤੇ ਸਪਲਾਈ ਕਰ ਰਹੀ ਸੀ। 18 ਸਟੇਟਾਂ ਦੇ ਵਿੱਚ ਸਰ ਹਿੰਦੁਸਤਾਨ ਦੇ ਉਹ ਸਪਲਾਈ ਕਰਦੇ ਪਏ ਸਨ ਸਰ। ਇੱਕ ਮਥੁਰਾ ਗੈਂਗ ਦਾ ਪਰਦਾਫਾਸ਼ ਕੀਤਾ ਗਿਆ, ਇੱਕ ਆਗਰਾ ਗੈਂਗ ਸੀਗਾ ਸਰ, ਬਹੁਤ ਵੱਡੇ ਪੱਧਰ ਤੇ ਹਵਾਲਾ ਟ੍ਰਾਂਜੈਕਸ਼ਨਸ, ਹੋਰ ਬਹੁਤ ਕੁਝ ਸਰ ਉਹਦਾ ਪਰਦਾਫਾਸ਼ ਹੋਇਆ ਸਰ। ਹੁਣੇ ਇੱਕ ਸਰ ਅੱਜ ਵੀ ਇੱਕ ਖਬਰ ਹੈ ਸਰ ਟ੍ਰਿਬਿਊਨ ਦੇ ਵਿੱਚ, ਕਰੀਬ 15 ਦਿਨ ਪਹਿਲਾਂ ਸਰ ਅੰਮ੍ਰਿਤਸਰ ਰੂਰਲ ਨੇ ਇੱਕ ਫੈਕਟਰੀ ਫੜੀ ਸੀ ਬੱਦੀ ਦੇ ਵਿੱਚ ਸਰ। ਉੱਥੇ ਵੀ ਬਹੁਤ ਸਾਰੀਆਂ ਦਵਾਈਆਂ ਫਾਰਮਾ ਇੱਕ ਯੂਨਿਟ ਸੀਗਾ ਸਰ ਇਲੀਗਲੀ ਚੱਲ ਰਿਹਾ ਸੀ, ਟ੍ਰੈਮਾਡੋਲ ਬਹੁਤ ਸਾਰੀ ਉੱਥੋਂ ਫੜੀ ਗਈ ਜਿਹੜੀ ਇੱਥੇ ਆ ਰਹੀ ਸੀ ਸਰ। ਸੋ ਅਸੀਂ ਉਹ ਵੀ ਜਿਹੜਾ ਫਾਰਮਾ ਡਰੱਗਸ ਹੈਗੇ ਆ ਉਹਦੇ ਖਿਲਾਫ ਵੀ ਸਰ ਬਹੁਤ ਕੰਮ ਹੋਇਆ ਸਰ। ਕਰੀਬ 233 ਕਰੋੜ ਦੀ ਸਰ ਜਿਹੜੀ ਇਹਨਾਂ ਦੀ ਇਲੀਗਲ ਪ੍ਰਾਪਰਟੀ ਬਣਾਈ ਗਈ ਸੀ ਸਮਗਲਰਾਂ ਦੀ ਸਰ, ਉਹਨਾਂ ਦਾ ਅਸੀਂ ਅਟੈਚਮੈਂਟ ਕਰਾਈ ਹੈ ਸਰ, ਜਿਹੜੀ 233 ਕਰੋੜ ਦੀ ਸਰ। ਤੇ ਕਰੀਬ 150 ਕਰੋੜ ਦੀ ਸਿਰਫ ਪਿਛਲੇ ਸਾਲ ਦੇ ਵਿੱਚ ਹੀ ਹੋਈ ਹੈ ਸਰ, 2020 ਦੇ ਵਿੱਚ ਸਰ। ਕਰੀਬ 4 ਕਰੋੜ ਰੁਪਇਆ ਬਰਾਮਦ ਕੀਤਾ ਹੈ ਸਰ ਵੱਖਰੇ ਵੱਖਰੇ ਤਸਕਰਾਂ ਤੋਂ, ਜਿਹੜੇ ਡਰੱਗ ਪ੍ਰੋਸੀਡ ਸਨ, ਕੈਸ਼ ਫੜਿਆ ਗਿਆ ਸਰ। ਬਾਕੀ ਬਹੁਤ ਸਾਰੀਆਂ ਗੱਡੀਆਂ ਵਗੈਰਾ ਹੋਰ ਉਹ ਕੀਤਾ ਗਿਆ ਸਰ। ਸੋ ਅਸੀਂ ਲੱਗੇ ਹੋਏ ਹਾਂ ਸਰ। ਇਹ ਜਿਹੜੀ ਲੜਾਈ ਹੈ ਇਹ ਲੜਾਈ ਕੰਟੀਨਿਊਸ ਲੜਾਈ ਹੈ ਸਰ। ਸਾਡਾ ਸਰਹੱਦੀ ਸੂਬਾ ਹੈ ਸਰ। ਸੋ ਉਧਰ ਜਿਹੜੀਆਂ ਸ਼ਕਤੀਆਂ ਬਾਹਰ ਬੈਠੀਆਂ ਹਨ ਸਰ, ਉਹ ਪੂਰਾ ਉਹ ਇਹ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹੈਗੀਆਂ ਸਰ। ਵੀ ਰਿਅਲਾਈਜ਼ ਦਿਸ ਐਂਡ ਵੀ ਵਿਲ ਕੰਟੀਨਿਊ ਦਿਸ ਬੈਟਲ ਅਗੇਂਸਟ ਡਰੱਗਸ ਸਰ ਅੰਡਰ ਯੋਰ ਲੀਡਰਸ਼ਿਪ ਸਰ। ਥੈਂਕ ਯੂ ਵੈਰੀ ਮਚ ਸਰ। ਜੈ ਹਿੰਦ ਸਰ। ਜਿਹੜੇ ਡਰੱਗਸ ਸੀਜ਼ ਕੀਤੇ ਜਾਂਦੇ ਨੇ ਇਹਨਾਂ ਨੂੰ ਡਿਸਟਰਕਟ ਕਰਨ ਲਈ ਇੱਕ ਪੂਰਾ ਪ੍ਰੋਸੀਜਰ ਹੈ। ਸਾਡੇ ਨਾਲ ਡਾਕਟਰ ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੁੜੇ ਹੋਏ ਨੇ। ਸਰ ਮੈਂ ਇਹਨਾਂ ਨੂੰ ਰਿਕੁਐਸਟ ਕਰਾਂਗਾ ਇਹ ਇਸ ਪ੍ਰੋਸੀਜਰ ਬਾਰੇ ਦੱਸਣਗੇ। ਸੁਖਚੈਨ ਸਿੰਘ ਜੀ। ਗੁੱਡ ਮਾਰਨਿੰਗ ਸਰ। ਸਰ ਮੈਨੂੰ ਆਦੇਸ਼ ਹੋਇਆ ਹੈ ਕਿ ਡਰੱਗਸ ਡਿਸਟਰਕਸ਼ਨ ਦਾ ਜਿਹੜਾ ਪ੍ਰੋਸੀਜਰ ਆ ਉਹ ਡਿਟੇਲ ਦੇ ਵਿੱਚ ਦੱਸਿਆ ਜਾਵੇ। ਇਹਦੇ ਸਬੰਧ 'ਚ ਮਿਨਿਸਟਰੀ ਆਫ ਫਾਈਨੈਂਸ, ਡਿਪਾਰਟਮੈਂਟ ਆਫ ਰੈਵਨਿਊ ਵੱਲੋਂ ਸਰ ਇੱਕ ਡਿਟੇਲਡ ਗਾਈਡਲਾਈਨਸ ਆ ਜਿਹੜੀਆਂ ਕਿ ਸੈਕਸ਼ਨ 52A NDPS ਐਕਟ ਦੇ ਅੰਡਰ ਜਿਹੜੀਆਂ ਇਸ਼ੂ ਕੀਤੀਆਂ ਗਈਆਂ। ਸੋ ਜਦੋਂ ਵੀ ਕੋਈ ਡਰੱਗ ਫੜਿਆ ਜਾਂਦਾ ਕਿਤੇ ਵੀ, ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਡਰੱਗ ਜਿਹੜਾ ਹੈ ਪੁਲਿਸ ਸਟੇਸ਼ਨ ਦੇ SHO ਦੇ ਕੋਲੇ ਡਿਪੋਜ਼ਿਟ ਕਰਾਇਆ ਜਾਂਦਾ ਵਾ, ਔਰ SHO 52A ਦੇ ਤਹਿਤ ਉਹ ਜਿਹੜੇ ਡਰੱਗਸ ਆ ਉਹ ਮੈਜਿਸਟ੍ਰੇਟ ਦੇ ਸਾਹਮਣੇ ਪ੍ਰੋਡਿਊਸ ਕਰਦਾ, ਜਿਹਦੇ ਵਿੱਚ ਉਹ 3 ਇੰਪੋਰਟੈਂਟ ਚੀਜ਼ਾਂ ਕਰਦਾ। ਇੱਕ ਤਾਂ ਉਹਦੀ ਇਨਵੈਂਟਰੀ ਬਣਾਉਂਦਾ ਹੈ ਕਿ ਉਹਦੇ ਵਿੱਚ ਕਿਹੜੀ ਟਾਈਪ ਦੀ ਡਰੱਗ ਆ, ਕਿੰਨੀ ਕੁਆਂਟੀਟੀ ਆ, ਉਹ ਇਨਵੈਂਟਰੀ ਜਿਹੜੀ ਆ। ਸੈਕੰਡ ਨੰਬਰ ਤੇ ਉਹਦੀ ਫੋਟੋਗ੍ਰਾਫੀ ਹੁੰਦੀ ਇਨ ਦੀ ਪ੍ਰੈਜ਼ੈਂਸ ਆਫ ਮੈਜਿਸਟ੍ਰੇਟ। ਫਿਰ ਉਹਦੇ ਸੈਂਪਲ ਲੈ ਜਾਂਦੇ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ। ਉਹ ਤਿੰਨੇ ਚੀਜ਼ਾਂ ਜਦੋਂ ਸਰਟੀਫਾਈ ਕਰ ਦਿੰਦੇ ਮੈਜਿਸਟ੍ਰੇਟ, ਦੈਟ ਇਜ਼ ਬੇਸਿਕਲੀ ਯੂਜ਼ਡ ਐਜ਼ ਅ ਪ੍ਰਾਇਮਰੀ ਐਵੀਡੈਂਸ। ਲੇਟਰ ਸਟੇਜ ਆਫ ਟ੍ਰਾਇਲ ਦੇ ਵਿੱਚ ਜਦੋਂ ਵੀ ਕਦੀ ਟ੍ਰਾਇਲ ਹੁੰਦਾ ਉਹਨੂੰ ਐਵੀਡੈਂਸ ਦੇ ਤੌਰ ਤੇ ਵਰਤਿਆ ਜਾਂਦਾ ਹੈ। ਉਹ ਇਨਵੈਂਟਰੀ ਤਿਆਰ ਕਰਨ ਤੋਂ ਬਾਅਦ ਫਿਰ ਉਹ ਮੈਜਿਸਟ੍ਰੇਟ ਸਾਹਿਬ ਤੋਂ ਇੱਕ ਆਰਡਰ ਲੈਂਦਾ ਹੈ ਫॉर ਡਿਸਪੋਜ਼ਲ ਆਫ ਦੋਜ਼ ਡਰੱਗਸ। ਉਹ ਡਿਸਪੋਜ਼ਲ ਵਾਸਤੇ ਫਿਰ SHO ਜਿਹੜਾ ਕੰਸਰਨਡ ਆ ਉਹ ਡਰੱਗ ਡਿਸਪੋਜ਼ਲ ਕਮੇਟੀ ਨੂੰ ਲਿਖਦਾ ਹੈ। ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ 2 ਟਾਈਪ ਦੀਆਂ ਡਰੱਗ ਡਿਸਪੋਜ਼ਲ ਕਮੇਟੀਜ਼ ਹੁੰਦੀਆਂ, ਇੱਕ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ, ਇੱਕ ਜਿਹੜੀ ਆ ਡਿਸਟ੍ਰਿਕਟ ਲੈਵਲ ਤੇ ਜਾਂ ਯੂਨਿਟ ਲੈਵਲ ਦੇ ਉੱਤੇ ਡਰੱਗ ਡਿਸਪੋਜ਼ਲ ਕਮੇਟੀ ਹੁੰਦੀ ਹੈ। ਸੋ ਇਹਨਾਂ ਦੋਨਾਂ ਕਮੇਟੀ ਦੇ ਵਿੱਚ ਡਿਸਟਿੰਗੁਇਸ਼ਿੰਗ ਫੀਚਰ ਇਹ ਹੁੰਦਾ ਹੈ ਕਿ ਇਹਦੀ ਕੁਆਂਟੀਟੀ ਪਰ ਕੰਸਾਈਨਮੈਂਟ ਦੇ ਹਿਸਾਬ ਨਾਲ ਡਿਸਾਈਡ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਹੈਰੋਇਨ ਦੀ ਜੇ ਕੁਆਂਟੀਟੀ ਪਰ ਕੰਸਾਈਨਮੈਂਟ 5 ਕਿਲੋ ਤੋਂ ਘੱਟ ਆ
ਤਾਂ ਉਹ ਡਿਸਟ੍ਰਿਕਟ ਡਰੱਗ ਡਿਸਪੋਜ਼ਲ ਕਮੇਟੀ ਦੇ ਕੋਲੇ ਜਾਂਦੀ ਆ। ਜੇ 5 ਕਿਲੋ ਤੋਂ ਜ਼ਿਆਦਾ ਪਰ ਕੰਸਾਈਨਮੈਂਟ ਤਾਂ ਉਹ ਸਟੇਟ ਦੀ ਜਿਹੜੀ ਆ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਕੋਲੇ ਜਾਂਦੀ ਆ। ਫਿਰ ਉਹ ਜਿਹੜੀ ਕਮੇਟੀ ਆ ਉਹ ਬਕਾਇਦਾ ਡਾਕੂਮੈਂਟ ਐਗਜ਼ਾਮਿਨ ਕਰਦੀ ਆ ਕਿ ਇਨਵੈਂਟਰੀ ਇਨ ਪਲੇਸ ਆ, ਸੈਂਪਲਿੰਗ ਪ੍ਰੋਪਰ ਹੋਈ ਆ, ਉਹਦੀਆਂ ਫੋਟੋਗ੍ਰਾਫਸ ਹੋਈਆਂ ਐਂਡ ਮੈਜਿਸਟ੍ਰੇਟ ਵੱਲੋਂ ਸਰਟੀਫਾਈਡ ਕਾਪੀਜ਼ ਚੈੱਕ ਕਰਕੇ ਜਿਹੜੇ ਗੋਡਾਊਨ ਦੇ ਵਿੱਚ, ਕਿਉਂਕਿ ਹਰ ਚੀਜ਼ ਜਿਹੜੀ ਹੈ ਇਹਦੇ ਵਿੱਚ ਇੱਕ ਚੇਨ ਆਫ ਕਸਟਡੀ ਮੇਨਟੇਨ ਕੀਤੀ ਜਾਂਦੀ ਹੈ। ਜਦੋਂ ਡਰੱਗ ਸੀਜ਼ ਹੋਣ ਤੋਂ ਬਾਅਦ SHO ਪ੍ਰੋਡਿਊਸ ਕਰਨ ਤੋਂ ਬਾਅਦ ਜਦੋਂ ਇਨਵੈਂਟਰੀ, ਫੋਟੋਗ੍ਰਾਫ ਔਰ ਸੈਂਪਲ ਲੈ ਲੈਂਦਾ ਹੈ ਤਾਂ ਉਹ ਡਰੱਗਸ ਇੱਕ ਸੈਂਟਰਲ ਮਾਲਖਾਨਾ ਬਣਿਆ ਹੁੰਦਾ ਹੈ, ਜਿਹੜਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਉਦੋਂ ਬਣਾਏ ਗਏ ਸੀਗੇ। ਫਿਰ ਉਹ ਡਰੱਗ ਡਿਸਪੋਜ਼ਲ ਕਮੇਟੀ ਫਿਰ ਉਹ ਬਕਾਇਦਾ ਆਰਡਰ ਕਰਦੀ ਹੈ ਕਿ ਇਹਦੇ ਵਿੱਚ ਸਾਰਾ ਕੁਝ ਠੀਕ ਆ, ਹੁਣ ਉਹ ਡਰੱਗਸ ਜਿਹੜੇ ਨੇ ਸੈਂਟਰਲ ਗੋਡਾਊਨ ਦੇ ਵਿੱਚੋਂ ਕਢਵਾਏ ਜਾ ਸਕਦੇ ਆ। ਕਢਾਉਣ ਤੋਂ ਬਾਅਦ ਕਮੇਟੀ ਦੀ ਪ੍ਰੈਜ਼ੈਂਸ ਦੇ ਵਿੱਚ ਫਿਰ ਉਹ ਡਰੱਗਸ ਡਿਸਟਰੋਏ ਕੀਤੇ ਜਾਂਦੇ ਆ। ਜਿਹੜੀ ਡਰੱਗਸ ਦੀ ਡਿਸਟਰਕਸ਼ਨ ਆ ਉਹ ਹਮੇਸ਼ਾ ਇਨਸੀਨਰੇਟਰ ਦੇ ਵਿੱਚ ਕੀਤੀ ਜਾਂਦੀ ਆ। ਇਨਸੀਨਰੇਟਰ ਵੀ ਉਹ ਹੋਣਾ ਚਾਹੀਦਾ ਜਿਹੜਾ ਪੋਲਿਊਸ਼ਨ ਬੋਰਡ ਵੱਲੋਂ ਸਰਟੀਫਾਈਡ ਹੋਵੇ। ਸੋ ਜਿਸ ਲੈਵਲ ਦੀ ਵੀ ਕਮੇਟੀ ਹੁੰਦੀ ਆ, ਜਿਸ ਲੈਵਲ ਦੀ ਡਰੱਗਸ ਦੀ ਕੰਸਾਈਨਮੈਂਟ ਹੁੰਦੀ ਆ, ਉਸ ਤਰੀਕੇ ਨਾਲ ਹਾਈ ਲੈਵਲ ਕਮੇਟੀ ਆਪਣੀ ਪ੍ਰੈਜ਼ੈਂਸ ਦੇ ਵਿੱਚ ਜਾਂ ਫਿਰ ਜਿਹੜੀ ਡਿਸਟ੍ਰਿਕਟ ਲੈਵਲ ਆਪਣੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਇਨਸੀਨਰੇਟਰ ਦੇ ਵਿੱਚ ਡਰੱਗਸ ਨੂੰ ਡਿਸਟਰੋਏ ਕੀਤਾ ਜਾਂਦਾ ਵਾ। ਸੋ ਇਸੇ ਇਵਜ ਦੇ ਤਹਿਤ ਸਰ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਸਰ ਦੀ ਗਾਈਡੈਂਸ ਔਰ ਸਰ ਦੀ ਹੁਕਮਾਂ ਦੇ ਮੁਤਾਬਕ ਬਹੁਤ ਵੱਡੇ ਲੈਵਲ ਤੇ ਅਸੀਂ ਡਿਸਟਰਕਸ਼ਨ ਕਰ ਰਹੇ ਹਾਂ, ਜਿਹਦੇ ਬਾਰੇ 'ਚ ਤਿਆਰੀ ਜਿਹੜੀ ਹੈ ਸਾਡੀ ਮੁਕੰਮਲ ਹੋ ਚੁੱਕੀ ਆ। ਜਦੋਂ ਹੀ ਸਰ ਉਹਨੂੰ ਡਿਜੀਟਲੀ ਲਾਂਚ ਕਰਨਗੇ ਤੁਰੰਤ ਸਾਡਾ ਪ੍ਰੋਸੈਸ ਜਿਹੜਾ ਉਹ ਸਟਾਰਟ ਹੋ ਜਾਏਗਾ। ਸੋ ਇਹਦੇ ਵਿੱਚ ਇੱਕ ਜਿਹੜਾ ਇਹ ਡਿਟੇਲਡ ਪ੍ਰੋਸੀਜਰ ਆ, ਪੂਰੀ ਚੇਨ ਆਫ ਕਸਟਡੀ ਮੇਨਟੇਨ ਕੀਤੀ ਜਾਂਦੀ ਆ, ਰਾਈਟ ਫਰੋਮ ਬਿਗਨਿੰਗ, ਜਿੱਦਾਂ ਮੈਜਿਸਟ੍ਰੇਟ ਦੀ ਹਾਜ਼ਰੀ ਤੋਂ ਲੈ ਕੇ ਜਦੋਂ ਕਮੇਟੀ ਉਹਨੂੰ ਡਿਸਟਰੋਏ ਕਰਦੀ ਆ, ਫਿਰ ਉਹ ਇੱਕ ਸਰਟੀਫਿਕੇਟ ਆਫ ਡਿਸਟਰਕਸ਼ਨ ਹੈ, ਉਹ ਸਿਗਨੇਚਰ ਹੁੰਦੇ ਆ ਸਾਰੀ ਕਮੇਟੀ ਦੇ ਚੇਅਰਮੈਨ ਦੇ, ਉਹਨਾਂ ਦੇ ਮੈਂਬਰਸ ਦੇ ਕਿ ਕਿੰਨਾ ਡਰੱਗ ਅੱਜ ਡਿਸਟਰੋਏ ਕੀਤਾ ਗਿਆ ਵਾ, ਸੋ ਦੈਟ ਕਿਸੇ ਵੀ ਸਟੇਜ ਦੇ ਉੱਤੇ ਕਿਸੇ ਤਰ੍ਹਾਂ ਦੀ ਪਿਲਫਰੇਜ ਦੀ ਜਿਹੜੀ ਹੈ ਗੁੰਜਾਇਸ਼ ਨਾ ਹੋਵੇ ਉਹਦੇ ਵਿੱਚ। ਸੋ ਅੱਜ ਅਸੀਂ ਸਰ ਦੇ ਹੁਕਮਾਂ ਦੇ ਤਹਿਤ ਬਹੁਤ ਵੱਡੇ ਲੈਵਲ ਦੇ ਉੱਤੇ ਡਿਸਟਰੋਏ ਕਰਨ ਜਾ ਰਹੇ ਹਾਂ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਸਾਡੀ ਇਹ ਜੋ ਡਰੱਗਸ ਦੇ ਖਿਲਾਫ ਲੜਾਈ ਚੱਲ ਰਹੀ ਹੈ, ਜਿਸ ਵਿੱਚ ਆਪ ਜੀ ਦੀ ਪ੍ਰਧਾਨਗੀ ਵਿੱਚ ਸਾਰੇ ਸੀਨੀਅਰ ਆਫਿਸਰਸ ਅਤੇ ਸਾਰੇ ਸਰਕਾਰ ਦੇ ਅਹੁਦੇਦਾਰ ਸ਼ਾਮਿਲ ਹਨ। ਇਸ ਤੋਂ ਇਲਾਵਾ ਸਰ ਜਿਹੜੇ ਡਾਪੋ ਔਰ ਬੜੀ ਪ੍ਰੋਗਰਾਮਸ ਦੇ ਨਾਲ ਅਸੀਂ ਇਹਨੂੰ ਮਾਸ ਮੂਵਮੈਂਟ ਬਣਾਇਆ ਹੈ, ਸਾਡੇ ਨਾਲ ਉਹ ਬਹੁਤ ਸੇ ਬੱਚੇ, ਉਹ ਬਹੁਤ ਸੇ ਟੀਚਰ, ਉਹ ਬਹੁਤ ਸੇ ਕਾਮਨ ਲੋਕ ਜੁੜੇ ਹੋਏ ਨੇ ਜਿਹੜੇ ਕਿ ਫੀਲਡ ਵਿੱਚ ਇਸ ਪ੍ਰੋਗਰਾਮ ਨੂੰ, ਇਸ ਲੜਾਈ ਨੂੰ ਅਸਲੀ ਰੂਪ ਵਿੱਚ ਲੜ ਰਹੇ ਨੇ। ਸਰ, ਅਗਲੇ 10 ਮਿੰਟਾਂ ਵਿੱਚ ਇਹੋ ਜਿਹੇ ਕਈ ਸਾਰੇ ਸਾਡੇ ਜਿਹੜੇ ਸੋਲਜਰਸ ਫੀਲਡ ਵਿੱਚ ਕੰਮ ਕਰ ਰਹੇ ਹੈ, ਭਾਵੇਂ ਸਟੂਡੈਂਟ ਹੋਣ ਭਾਵੇਂ ਟੀਚਰ ਹੋਣ, ਅਸੀਂ ਉਹ ਕੀ ਫੀਲ ਕਰਦੇ ਨੇ ਇਸ ਪ੍ਰੋਗਰਾਮ ਨਾਲ ਜੁੜ ਕੇ, ਜਾਂ ਉਹ ਕਿਵੇਂ ਡਰੱਗਸ ਵਿੱਚ ਉਲਝੇ ਹੋਏ ਸੀ ਔਰ ਕਿਸ ਤਰ੍ਹਾਂ ਇਹਨਾਂ ਪ੍ਰੋਗਰਾਮਸ ਨੇ ਉਹਨਾਂ ਦੀ ਮਦਦ ਕੀਤੀ, ਇਹਨਾਂ ਦੇ ਨਾਲ ਸਰ ਅਸੀਂ ਇਹਨਾਂ ਦੀ ਜਰਨੀ ਬਾਰੇ ਸੁਣਾਂਗੇ। ਸਭ ਤੋਂ ਪਹਿਲਾਂ ਸਰ ਨਵਜੀਤ ਕੌਰ ਹੈ, ਇਹ ਬੜੀ ਗਰੁੱਪ ਮੈਂਬਰ ਨੇ, ਇਹ 12th ਕਲਾਸ ਦੀ ਸਟੂਡੈਂਟ ਨੇ, ਕਸ਼ਮੀਰਾ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲੰਧਰ ਵਿੱਚ ਪੜ੍ਹਦੀ ਨੇ ਸਰ। ਸੋ ਮੈਂ ਰਿਕੁਐਸਟ ਕਰਾਂਗਾ ਇਹ ਸਾਡੇ ਨਾਲ ਜੁੜਨ। ਮੈਂ ਨਵਜੀਤ ਕੌਰ, ਸਰਦਾਰ ਕਸ਼ਮੀਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਾੜ ਜਲੰਧਰ ਦੀ +2 ਦੀ ਵਿਦਿਆਰਥਣ ਹਾਂ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਬਰਡੀ ਗਰੁੱਪ ਦੀ ਐਕਟਿਵ ਮੈਂਬਰ ਹਾਂ। ਬਰਡੀ ਗਰੁੱਪ ਜੋ ਵਿਦਿਅਕ ਸੰਸਥਾਵਾਂ ਵਿੱਚ ਬਣਾਏ ਗਏ ਸਨ, ਉਹਨਾਂ ਦੇ ਪਿੱਛੇ ਪੰਜਾਬ ਸਰਕਾਰ ਦਾ ਉਦੇਸ਼ ਸੀ ਕਿ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀ ਆਪਣੇ ਛੋਟੇ-ਛੋਟੇ ਬਰਡੀ ਗਰੁੱਪ ਬਣਾ ਕੇ ਵੱਖ-ਵੱਖ ਸਮਾਜਿਕ ਕੁਰੀਤੀਆਂ ਸੰਬੰਧ ਵਿੱਚ ਆਪਣੇ ਸਾਥੀਆਂ ਨਾਲ ਵਿਚਾਰ ਦੀ ਸਾਂਝ ਪਾਉਣ ਅਤੇ ਸਮਾਜ ਵਿੱਚੋਂ ਕਿਵੇਂ ਸਮਾਜਿਕ ਕੁਰੀਤੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ, ਸਮਾਜਿਕ ਕੁਰੀਤੀਆਂ ਦੇ ਖਿਲਾਫ ਕਿਵੇਂ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਸਕੂਲ ਵਿੱਚ ਅਸੀਂ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਅਭਿਆਨ ਚਲਾਉਣ ਸੰਬੰਧੀ ਸੈਮੀਨਾਰ ਕੀਤੇ। ਸਕੂਲ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵ ਦੇ ਵਿਸ਼ੇ ਤੇ ਵੱਖ-ਵੱਖ ਵਿਸ਼ਾ ਮਾਹਰਾਂ ਦੇ ਵਿਚਾਰ ਸੁਣੇ। ਅਸੀਂ ਸਕੂਲ ਪੱਧਰ ਤੇ ਲੇਖ ਮੁਕਾਬਲੇ, ਭਾਸ਼ਣ ਮੁਕਾਬਲੇ, ਪੋਸਟਰ ਮੇਕਿੰਗ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਦੂਸਰੇ ਸਾਥੀਆਂ ਨਾਲ ਮਿਲ ਕੇ ਆਪਣੇ ਸੀਨੀਅਰ ਬਡੀਜ਼ ਦੇ ਅਗਵਾਈ ਵਿੱਚ ਸਮਾਜ ਨਸ਼ਿਆਂ ਵਿੱਚ ਦੇ ਖਿਲਾਫ ਚੇਤਨਾ ਪੈਦਾ ਕੀਤੀ। ਪੰਜਾਬ ਸਰਕਾਰ ਦੇ ਇਸ ਬਰਡੀ ਗਰੁੱਪ ਦੇ ਨੌਜਵਾਨ ਪੀੜ੍ਹੀ ਵਿੱਚ ਸਾਰਥਿਕ ਸੋਚ ਪੈਦਾ ਕਰਨ ਵਿੱਚ ਅਹਿਮ ਰੋਲ ਨਿਭਾਇਆ। ਬਰਡੀ ਗਰੁੱਪ ਪ੍ਰੋਗਰਾਮ ਦੀ ਇੱਕ ਹੋਰ ਖਾਸੀਅਤ ਰਹੀ ਸਾਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ
ਵਧੀਆ ਲਿਟਰੇਚਰ ਪੜ੍ਹਾਉਣ ਦਾ ਮੌਕਾ ਮਿਲਿਆ। ਇੱਕ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਦੇ ਅਧਿਕਾਰ ਅਤੇ ਕਰਤੱਵਾਂ ਦੇ ਬਾਰੇ ਜਾਣੂ ਕਰਾਉਣ ਵਿੱਚ ਯੋਗਦਾਨ ਰਿਹਾ। ਵਿਦਿਅਕ ਸੰਸਥਾਵਾਂ ਵਿੱਚ ਚੱਲ ਰਹੇ ਬਡੀ ਗਰੁੱਪ ਪ੍ਰੋਗਰਾਮ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਵਿੱਚ ਸਮਾਜਿਕ ਚੇਤਨਾਵਾਂ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਸ ਨੇ ਇੱਕ ਨਰੋਏ ਸਮਾਜ ਦੀ ਉਸਾਰੀ ਵਿੱਚ ਪਹਿਲ ਕਦਮੀ ਕੀਤੀ, ਜਿਸ ਦੇ ਫਲਸਰੂਪ ਅੱਜ ਪੰਜਾਬ ਦੇ ਨੌਜਵਾਨ ਦੇਸ਼ ਦੇ ਨਿਰਮਾਣ ਵਿੱਚ ਬਣਦਾ ਆਪਣਾ ਯੋਗਦਾਨ ਪਾ ਰਹੇ ਹਨ। ਅਸੀਂ ਬਡੀ ਗਰੁੱਪ ਦੇ ਮੈਂਬਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਬਡੀ ਗਰੁੱਪ ਨੂੰ ਅੱਗੇ ਤੋੜਨ ਲਈ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਜੋ ਇੱਕ ਹੋਰ ਵੀ ਵਧੀਆ ਨਿਰੋਏ ਸਮਾਜ ਦੀ ਸਿਰਜਣਾ ਕਰ ਸਕੀਏ। ਸਰ, ਇਸ ਤੋਂ ਬਾਅਦ ਸਾਡੇ ਨਾਲ ਜੁੜਨਗੇ ਹਰਵਿੰਦਰ ਸਿੰਘ ਜੀ। ਸਰ ਇਹ ਸੰਗਰੂਰ ਤੋਂ ਹਨ। ਸਰ ਤੁਹਾਨੂੰ ਬੜਾ ਸਰਪ੍ਰਾਈਜ਼ ਹੋਏਗਾ ਸੁਣ ਕੇ ਕਿ ਇਹਨਾਂ ਨੇ ਨੈਟਵਰਕ ਇੰਜੀਨੀਅਰਿੰਗ ਕੀਤੀ ਹੋਈ ਸੀ ਮਾਈਕਰੋਸਾਫਟ 'ਚ। ਅਨਫੋਰਚੂਨੇਟਲੀ ਇਹ ਥੋੜ੍ਹਾ ਜਿਹਾ ਕਿਤੇ ਬੈਡ ਕੰਪਨੀ 'ਚ ਆ ਗਏ, ਬਟ ਨਾਓ ਉਹ ਸਰਕਲ ਕੰਪਲੀਟ ਕਰਕੇ ਗਵਰਨਮੈਂਟ ਦੇ ਸਹਿਯੋਗ ਨਾਲ ਇਹ ਦੁਬਾਰਾ ਰਿਹੈਬਿਲਿਟੇਟ ਹੋਏ ਨੇ ਔਰ ਇੱਕ ਪ੍ਰਾਈਵੇਟ ਜੌਬ ਵੀ ਇਹਨਾਂ ਨੇ ਸ਼ੁਰੂ ਕੀਤੀ ਹੈ। ਸੋ ਮੈਂ ਰਿਕੁਐਸਟ ਕਰਦਾ ਹਰਵਿੰਦਰ ਸਿੰਘ ਜੀ ਸਾਡੇ ਨਾਲ ਜੁੜਨ। मैं हरविंदर सिंह पुत्र दर्शन सिंह जिला संगरूर धूरी का वसनीक हाँ जी। मेरी उम्र लगभग 42 साल है और मैं कंप्यूटर एप्लीकेशनस दे विच डिप्लोमा होल्डर ते नैटवर्क इंजीनियरिंग दे विच मैं स्पैशलिस्ट हाँ जी। और मैं दसना चाहना कि पिछले कुछ सालों के विच गलत संगत का शिकार हो के मैं नशे की दलदल दे विच धस गया सी और इस दे दौरान ही मेरा आर्थिक नुकसान भी बहुत होया ते परिवारक दुखों का भी सामना करना पिया। पर इस दे दौरान ही मैनू मानयोग कैप्टन अमरिंदर सिंह जी के द्वारा चलाई गई नशा छुड़ाऊ मुहिम का पता चलिया, जिस के तहत मैं रैड क्रॉस के नशा छुड़ाऊ सेंटर संगरूर विखे पहुंचा। उत्थे रह के मैं इलाज करवाया और हुण मैं बिल्कुल नशा रहित हो चुके हाँ और मैं अपना जीवन है जोड़ा बहुत वधिया तरीके नाल बतीत कर रहा। एक प्राइवेट जॉब कर रहा तो अपने बच्चों को अच्छी शिक्षा दे रहा, अपने परिवार को पाल रहा। और मैं होर बाकी नौजवानों को भी ये अपील करनी चाहांगा कि तुसी पंजाब सरकार के नशा छुड़ाऊ प्रोग्राम के तहत इन्हां नशियां तो रहत हो के अपना अच्छा जीवन बतीत करो और चंगे नागरिक बनो। और अंत दे विच मैं कहांगा कि जिंदगी जिंदाबाद, जिंदगी जिंदाबाद, जिंदगी जिंदाबाद। ਸਰ ਹਰਵਿੰਦਰ ਜੀ ਹੁਣ ਦੁਬਾਰਾ ਰਿਹੈਬਿਲਿਟੇਟ ਹੋ ਕੇ ਆਪਣਾ ਜੀਵਨ ਠੀਕ ਢੰਗ ਨਾਲ ਜੀ ਰਹੇ ਨੇ ਔਰ ਇਹ ਸਾਡੇ ਲਈ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸਰ ਸਾਡੇ ਨਾਲ ਜੀਤ ਕੌਰ ਜੁੜਨਗੇ। ਇਹ ਹੈਡ ਮਿਨਿਸਟਰਸ ਹੈ ਪੰਜਵਰ GHS ਵਿੱਚ ਤਰਨਤਾਰਨ ਜ਼ਿਲ੍ਹੇ ਤੋਂ ਔਰ ਇਹਨਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ ਹੈ ਬੱਚਿਆਂ ਨੂੰ ਗਾਈਡ ਕਰਨ ਵਿੱਚ, ਬੜੀ ਗਰੁੱਪਸ ਬਣਾਉਣ ਵਿੱਚ, ਬੜੀ ਗਰੁੱਪਸ ਦਾ ਆਪਸ ਵਿੱਚ ਕੰਪੀਟੀਸ਼ਨ ਕਰਵਾਉਣ ਵਿੱਚ ਤਾਂ ਕਿ ਬੱਚੇ ਇੱਕ ਯੂਨਿਜ਼ਨ ਔਰ ਇੱਕ ਯੂਨਿਟੀ ਦੀ ਭਾਵਨਾ ਨਾਲ ਬਣ ਕੇ ਇੱਕ ਦੂਸਰੇ ਦਾ ਖਿਆਲ ਰੱਖ ਸਕਣ। ਸੋ ਮੈਂ ਰਿਕੁਐਸਟ ਕਰਦਾ ਜੀਤ ਕੌਰ ਜੀ ਹੁਣ ਸਾਡੇ ਨਾਲ ਜੁੜਨਗੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਰਸੋਈ ਨਗਰੀ ਤਰਨਤਾਰਨ ਸਾਹਿਬ ਸਰਹੱਦੀ ਇਲਾਕਾ ਜਿੱਥੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਪਵਿੱਤਰ ਨਗਰੀ ਵਸਾਈ ਸੀ। ਕੋੜੀਆਂ ਦੇ ਕੋੜ ਦੂਰ ਕੀਤੇ ਸਨ। ਦੂਰੋਂ ਦੂਰੋਂ ਇਲਾਕਿਆਂ ਤੋਂ ਲੋਕ ਪਾਤਸ਼ਾਹ ਦੇ ਪਵਿੱਤਰ ਦਰਸ਼ਨਾਂ ਲਈ ਆਉਂਦੇ ਨੇ। ਪਰ ਅਜੋਕੇ ਕੁਝ ਸਮੇਂ ਦੌਰਾਨ ਗੁਰੂ ਨਗਰੀ ਨੂੰ ਐਸੀ ਨਜ਼ਰ ਲੱਗੀ ਕਿ ਗੁਰੂ ਨਗਰੀ ਤਰਨਤਾਰਨ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਣ ਲੱਗੇ। ਸ਼ਰੇਆਮ ਚਿੱਟਾ, ਤੰਬਾਕੂ, ਟੀਕੇ, ਗੋਲੀਆਂ, ਕੈਪਸੂਲ ਤੇ ਪਤਾ ਨਹੀਂ ਕੀ ਕੁਝ ਹੋਰ ਮੇਰੀ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਗਲਤਾਨ ਹੋ ਕੇ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਜਵਾਨੀਆਂ ਤਬਾਹ ਹੋ ਗਈਆਂ ਤੇ ਬੁਢੇਪਾ ਰੁਲਣ ਲੱਗਾ। ਪਰ ਅੱਜ ਤੋਂ ਲਗਭਗ 4-5 ਸਾਲ ਪਹਿਲਾਂ ਪੰਜਾਬ ਸਰਕਾਰ ਦੀ ਅਗਾਂਹ-ਵਧੂ ਸੋਚ ਨੇ ਗੰਦੇ ਵਗਦੇ ਪਾਣੀ ਵਿੱਚ ਰੁਲਦੀ ਨੌਜਵਾਨੀ ਨੂੰ ਇੱਕ ਨਵੀਂ ਸੇਧ ਦਿੱਤੀ। ਇਹ ਨਵੀਂ ਸੇਧ ਹੈ ਕੀ ਸੀ? ਸਕੂਲਾਂ ਕਾਲਜਾਂ ਵਿੱਚ ਨਸ਼ਿਆਂ ਨੂੰ ਨੱਥ ਪਾਉਣ ਲਈ ਬੜੀ ਗਰੁੱਪ ਬਣਾਏ ਗਏ। ਬੱਚਿਆਂ ਤੇ ਅਧਿਆਪਕਾਂ ਨੇ ਮਿਲ ਕੇ ਜੂਨੀਅਰ ਤੇ ਸੀਨੀਅਰ ਬੜੀ ਵਜੋਂ ਕੰਮ ਕੀਤਾ। ਜਵਾਨੀਆਂ ਦਾ ਫਨਾਹ ਹੋ ਜਾਣਾ, ਬੁਢੇਪੇ ਦਾ ਰੁਲ ਜਾਣਾ, ਬਚਪਨ ਦਾ ਗਲੀਆਂ 'ਚ ਰੁਲ ਜਾਣਾ, ਇਹ ਸਾਰੇ ਨਸ਼ਿਆਂ ਦੇ ਤਾਂ ਕਾਰਨ ਨੇ।
ਪੰਜਾਬ ਸਰਕਾਰ ਦੇ ਨਵੇਕਲੇ ਯਤਨਾਂ ਸਦਕਾ ਅੱਜ ਸਾਡੇ ਪਿੰਡਾਂ ਵਿੱਚ ਫਿਰ ਤੋਂ ਚਹਿਲ ਪਹਿਲ, ਜਵਾਨੀ ਹੱਸਦੀ ਏ, ਫਿਰ ਤੋਂ ਮੱਲਾਂ ਮਾਰਦੀ ਏ। ਜਵਾਨੀ ਅੱਜ ਵਿਕਾਸ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ। ਇਹ ਸਾਰੇ ਕੰਮ ਪੰਜਾਬ ਸਰਕਾਰ ਦੀ ਅਗਾਂਹ ਵਧੂ ਸੋਚ ਦਾ ਹੀ ਨਤੀਜਾ ਹੈ। ਪੰਜਾਬ ਸਰਕਾਰ ਦੇ ਸੱਜੇ ਫੈਸਲੇ ਨਾਲ ਅੱਜ ਨਜਾਇਜ਼ ਤਰੀਕਿਆਂ ਨਾਲ ਕੀਤਾ ਜਾ ਰਿਹਾ ਨਸ਼ਿਆਂ ਦਾ ਧੰਦਾ ਬੰਦ ਹੋ ਗਿਆ ਹੈ। ਸਰਹੱਦੀ ਇਲਾਕਿਆਂ ਦੇ ਵਿੱਚ ਸਕੂਲਾਂ ਦੇ ਵਿੱਚ 100% ਖੇਡਾਂ ਦੇ ਅਧਿਆਪਕ ਤੇ ਗਰਾਊਂਡਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਬੱਚਿਆਂ ਦੇ ਵਿੱਚ ਅਗਾਂਹ ਵਧਣ ਦੀ ਭਾਵਨਾ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਭਾਵਨਾ ਵਿਕਸਿਤ ਹੋ ਰਹੀ ਹੈ। ਅੱਜ ਰੰਗ ਬਰੰਗੇ ਚਮਕਦੇ ਸਕੂਲ, ਖੇਡਾਂ ਦੇ ਮੈਦਾਨ ਚਾਵਾਂ ਨਾਲ ਬੱਚਿਆਂ ਦਾ ਸਵਾਗਤ ਕਰ ਰਹੇ ਨੇ, ਉਡੀਕ ਕਰ ਰਹੇ ਨੇ। ਮੈਂ ਤਰਨਤਾਰਨ ਜ਼ਿਲ੍ਹੇ ਵੱਲੋਂ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੇ ਨਵੇਕਲੇ ਯਤਨਾਂ ਸਦਕਾ ਅੱਜ ਤਾਂ ਇਹ ਤਰਨਤਾਰਨ ਜ਼ਿਲ੍ਹੇ ਲਈ ਕਹਿਣਾ ਬਣਦਾ ਹੈ, ਨਸ਼ਿਆਂ ਦੀ ਮੁੱਕੀ ਰਾਤ ਸਾਥੀਓ, ਨਸ਼ਿਆਂ ਦੀ ਮੁੱਕੀ ਰਾਤ ਸਾਥੀਓ, ਸੁੱਖਾਂ ਦੀ ਆਈ ਪ੍ਰਭਾਤ ਸਾਥੀਓ, ਸੁੱਖਾਂ ਦੀ ਆਈ ਪ੍ਰਭਾਤ ਸਾਥੀਓ। ਸਰ, ਆਪ ਜੀ ਨੇ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤਾਂ ਇਹ ਹੁਕਮ ਹੋਏ ਸੀ ਕਿ ਹਰ ਪਿੰਡ ਵਿੱਚ ਇੱਕ ਨਸ਼ਾ ਰੋਕੂ ਨਿਗਰਾਨ ਕਮੇਟੀ ਬਣੇ, ਔਰ ਅਸੀਂ ਹਰ ਪਿੰਡ ਵਿੱਚ ਨਸ਼ਾ ਰੋਕੂ ਨਿਗਰਾਨ ਕਮੇਟੀ ਬਣਾਈ ਸੀ, ਜੋ ਕਿ ਇੱਕ ਮਿਕਸਚਰ ਸੀਗੀ ਗਵਰਨਮੈਂਟ ਆਫਿਸਰਸ ਅਤੇ ਉਸ ਪਿੰਡ ਦੇ ਮਹੱਤਵਪੂਰਨ ਲੋਕਾਂ ਦਾ। ਸਰ, ਉਸ ਨਸ਼ਾ ਰੋਕੂ ਨਿਗਰਾਨ ਕਮੇਟੀ ਲੁਧਿਆਣਾ ਦੇ ਮੈਂਬਰ ਡਾਕਟਰ ਸੁਖਪਾਲ ਕੌਰ ਸਾਡੇ ਨਾਲ ਜੁੜ ਰਹੇ ਨੇ ਔਰ ਆਪਣੇ ਐਕਸਪੀਰੀਐਂਸਸ ਬਾਰੇ ਦੱਸਣਗੇ। ਡਾਕਟਰ ਸੁਖਪਾਲ ਕੌਰ ਜੀ। ਜੇ ਆਈਏ ਪੱਤਝੜ ਤਾਂ ਕੀ ਹੋਇਆ, ਜੇ ਆਈਏ ਪੱਤਝੜ ਤਾਂ ਕੀ ਹੋਇਆ, ਤੂੰ ਅਗਲੀ ਰੁੱਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਧਰੋਂ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਸੁਖਪਾਲ ਕੌਰ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਦੇ ਵਿੱਚ ਮੈਨੂੰ ਮੇਰਾ ਬਣਦਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਹੈ। ਪ੍ਰਸ਼ਾਸਨ ਵੱਲੋਂ ਨਸ਼ਾ ਨਿਗਰਾਨ ਕਮੇਟੀ ਦੀ ਮੈਂਬਰ ਵਜੋਂ ਨਾਮਜ਼ਦ ਕਰਨ ਤੋਂ ਬਾਅਦ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਸਾਡੇ ਆਸ-ਪਾਸ ਕੋਈ ਵੀ ਅਜਿਹੇ ਗੈਰ ਸਮਾਜੀ ਅਨਸਰ ਨਾ ਹੋਣ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਵੱਲ ਲੈ ਕੇ ਜਾ ਰਹੇ ਹੋਣ। ਇਸ ਲਈ ਅਸੀਂ ਅਕਸਰ ਆਪਣੇ ਆਸੇ-ਪਾਸੇ ਜਾਗ੍ਰਿਤੀ ਫੈਲਾਉਣ ਲਈ ਯਤਨ ਕਰਦੇ ਰਹਿੰਦੇ ਹਾਂ। ਇਸ ਤੋਂ ਇਲਾਵਾ ਨਸ਼ੇ ਦੀ ਗ੍ਰਿਫਤ ਵਿੱਚ ਆਏ ਨੌਜਵਾਨਾਂ ਨੂੰ ਓਟ ਸੈਂਟਰਸ ਲੈ ਕੇ ਜਾਣਾ, ਉਹਨਾਂ ਦੀ ਕਾਉਂਸਲਿੰਗ ਕਰਨੀ ਅਤੇ ਉਹਨਾਂ ਨੂੰ ਇਲਾਜ ਲਈ ਪ੍ਰੇਰਿਤ ਕਰਨਾ, ਇਹ ਵੀ ਜਿਹੜਾ ਹੈ ਅਸੀਂ ਕੰਮ ਕਰਦੇ ਰਹਿੰਦੇ ਹਾਂ। ਸਰਕਾਰ ਵੱਲੋਂ ਰੈੱਡ ਸਕਾਈ ਸਕੀਮ ਜੋ ਸ਼ੁਰੂ ਕੀਤੀ ਗਈ ਹੈ, ਉਸ ਅਧੀਨ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਸੰਭਵ ਯਤਨ ਸਾਡੇ ਵੱਲੋਂ ਕੀਤੇ ਜਾ ਰਹੇ ਨੇ, ਤਾਂ ਜੋ ਉਹ ਇੱਕ ਬਿਹਤਰ ਭਵਿੱਖ ਬਣਾ ਸਕਣ, ਆਪਣੇ ਪਰਿਵਾਰ ਦਾ ਭਵਿੱਖ ਬਣਾ ਸਕਣ ਅਤੇ ਸਮਾਜ ਦੀ ਬਿਹਤਰੀ ਦੇ ਵਿੱਚ, ਸਮਾਜ ਦੇ ਵਿਕਾਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਦੇ ਸਕਣ। ਇਸ ਨਸ਼ਾ ਨਿਗਰਾਨ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਸਾਡਾ ਇਹੀ ਸੁਪਨਾ ਹੈ ਕਿ ਅਸੀਂ ਸਾਰੇ ਰਲ ਕੇ ਨਸ਼ਾ ਮੁਕਤ ਪੰਜਾਬ ਸਿਰਜੀਏ ਔਰ ਪੂਰੀ ਦੁਨੀਆ ਦੇ ਵਿੱਚ ਪੰਜਾਬ ਨੂੰ ਮੁੜ ਤੋਂ ਉਸ ਪੰਜਾਬ ਵਜੋਂ ਲੈ ਕੇ ਆਈਏ ਜੋ ਆਪਣੀ ਬਹਾਦਰੀ, ਆਪਣੀ ਨਿਡਰਤਾ ਦੇ ਲਈ ਜਾਣਿਆ ਜਾਂਦਾ ਸੀ। ਆਓ ਸਾਰੇ ਰਲ ਕੇ ਸਰਕਾਰ ਨੂੰ ਇਸ ਲਈ ਸਹਿਯੋਗ ਦੇਈਏ ਔਰ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ। ਧੰਨਵਾਦ। ਸਰ, ਲਾਸਟ ਸਟੂਡੈਂਟ ਦੇ ਤੌਰ ਤੇ ਕਿਰਨਪ੍ਰੀਤ ਕੌਰ ਜੀ, ਜੋ ਕਿ BSc ਨਾਨ ਮੈਡੀਕਲ ਗਵਰਨਮੈਂਟ ਕਾਲਜ ਮੋਹਾਲੀ ਤੋਂ ਕਰ ਰਹੇ ਨੇ ਅਤੇ ਐਜ਼ ਅ ਕਾਲਜ ਸਟੂਡੈਂਟ ਬੜੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਨੇ, ਮੈਂ ਰਿਕੁਐਸਟ ਕਰਦਾ ਇਹ ਸਾਨੂੰ ਜੁਆਇਨ ਕਰਨ। ਕਿਰਨਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ, ਮੈਂ ਕਿਰਨਪ੍ਰੀਤ ਕੌਰ ਸਰਕਾਰੀ ਕਾਲਜ ਮੋਹਾਲੀ ਦੀ ਵਿਦਿਆਰਥਣ ਹਾਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਜ 26 ਜੂਨ ਹੈ ਅਤੇ ਇਹ ਦਿਨ ਆਪਾਂ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਦੇ ਤੌਰ ਤੇ ਜਾਣਦੇ ਹਾਂ। ਇਹ ਦਿਨ ਦਾ ਮਹੱਤਵ ਇਹ ਹੈ ਕਿ ਅਸੀਂ ਡਰੱਗ ਦੇ ਰਿਲੇਟਡ ਜਿਹੜੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਅਸੀਂ ਲੋਕਾਂ ਨੂੰ ਨਸ਼ਿਆਂ ਦੇ ਵਿਰੋਧੀ ਕਿਸ ਤਰ੍ਹਾਂ ਕਰਨਾ ਹੈ। ਇਹੀ ਮੇਨ ਮੋਟਿਵ ਬੜੀ ਗਰੁੱਪ ਦਾ ਹੈ। ਜੇ ਆਪਾਂ ਬੜੀ ਗਰੁੱਪ ਦੀ ਗੱਲ ਕਰੀਏ ਤਾਂ ਮੈਂ ਵੀ ਬੜੀ ਗਰੁੱਪ ਦੀ ਮੈਂਬਰ ਹਾਂ ਅਤੇ ਉਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹਾਂ।
ਜੇ ਮੈਂ ਗੱਲ ਕਰਾਂ ਸਾਡੇ ਕਾਲਜ ਦੀ, ਅਸੀਂ ਆਪਣੇ ਕਾਲਜ ਦੇ ਵਿੱਚ ਬੱਚਿਆਂ ਨੂੰ ਅਲੱਗ-ਅਲੱਗ ਤੌਰ ਤੇ ਕਾਉਂਸਲਿੰਗਸ ਕਰਵਾਈਆਂ, ਅਲੱਗ-ਅਲੱਗ ਐਕਟੀਵਿਟੀਜ਼ ਕਰਵਾਈਆਂ ਤਾਂ ਕਿ ਜਿਹੜੀ ਉਹਦੀ ਕੰਸਟਰਕਟਿਵ એનર્ਜੀ ਆ ਉਹਨਾਂ ਨੂੰ ਪੋਜ਼ਿਟਿਵ ਵਿੱਚ ਯੂਜ਼ ਕਰ ਸਕੀਏ ਤੇ ਉਹ ਨਸ਼ਿਆਂ ਤੋਂ ਵਿਰੋਧੀ ਹੋ ਸਕਣ ਅਤੇ ਨਸ਼ਿਆਂ ਦੇ ਵੱਲ ਨਾ ਜਾਣ। ਕਿਉਂਕਿ ਵਿਹਲਾ ਬੰਦਾ ਹੀ ਇਹ ਸਭ ਚੀਜ਼ਾਂ ਬਾਰੇ ਸੋਚਦਾ, ਇਸ ਕਰਕੇ ਜਿਹੜੀ એનર્ਜੀ ਇਹਨੂੰ ਆਪਾਂ ਸਹੀ ਢੰਗ ਨਾਲ ਯੂਜ਼ ਕਰ ਰਹੇ ਹਾਂ। ਜੇ ਹੁਣ ਆਪਾਂ ਪਬਲਿਕ ਦੀ ਗੱਲ ਕਰੀਏ ਤਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਨੁੱਕੜ ਨਾਟਕ ਕਰਦੇ ਰਹੇ ਹਾਂ। ਨੁੱਕੜ ਨਾਟਕ ਦੇ ਵਿੱਚ ਇਹ ਮੇਨ ਮੋਟਿਵ ਹੁੰਦਾ ਸੀ ਕਿ ਲੋਕਾਂ ਨੂੰ ਅਸੀਂ ਨਸ਼ਿਆਂ ਦੇ ਵਿਰੋਧੀ ਕਰਨਾ ਹੈ, ਉਹਨਾਂ ਨੂੰ ਜਾਣੂ ਕਰਾਉਣਾ ਹੈ ਕਿ ਇਹਦੇ ਪ੍ਰਭਾਵ ਕੀ ਹੋ ਸਕਦੇ ਨੇ। ਜਿੱਦਾਂ ਕਿ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਹਾਣ ਨੂੰ ਹਾਣੀ। ਹੁਣ ਜੇ ਅਸੀਂ ਯੂਥ ਹੀ ਜਾ ਕੇ ਲੋਕਾਂ ਨੂੰ ਸਮਝਾਵਾਂਗੇ, ਯੂਥ ਨੂੰ ਸਮਝਾਵਾਂਗੇ, ਆਪਣੇ ਫਰੈਂਡਸ ਨੂੰ ਸਮਝਾਵਾਂਗੇ ਤਾਂ ਆਪਣੇ ਉੱਪਰ ਬੈਟਰ ਪ੍ਰਭਾਵ ਲੈਣਗੇ ਵੀ ਜਿਹੜੇ ਵੱਡੇ ਨੇ ਉਹਨਾਂ ਨਾਲੋਂ ਵੱਧ ਕੇ ਪ੍ਰਭਾਵ ਆਪਣੇ ਫਰੈਂਡਸ ਦਾ ਪਏਗਾ। ਹੁਣ ਜੇ ਗੱਲ ਕਰੀਏ ਆਪਾਂ ਬੜੀ ਗਰੁੱਪਸ ਦੇ ਮੇਨ ਮੋਟਿਵ ਦੀ, ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਬੜੀ ਗਰੁੱਪ ਹੈ ਉਹ ਲੋਕਾਂ ਦੇ ਮਾਨਸਿਕ ਤੌਰ ਤੇ ਪ੍ਰਭਾਵਿਤ ਕਰਦਾ ਹੈ। ਮਾਨਸਿਕ ਤੌਰ ਤੇ ਇੱਦਾਂ ਪ੍ਰਭਾਵਿਤ ਕਰਦਾ ਹੈ ਕਿ ਲੋਕਾਂ ਦੀ ਸੋਚ ਨੂੰ ਇਸ ਤਰ੍ਹਾਂ ਬਣਾ ਦਿੰਦਾ ਹੈ ਕਿ ਉਹ ਨਸ਼ਿਆਂ ਦੇ ਵਿਰੋਧੀ ਹੋ ਜਾਂਦੇ ਹਨ। ਕਿਉਂਕਿ ਜੇ ਹੁਣ ਆਪਾਂ ਗੱਲ ਕਰੀਏ ਲੋਕਾਂ ਨੂੰ ਵਿਰੋਧੀ ਕਰਨ ਦੇ, ਜਿੱਦਾਂ ਕਿ ਅੰਗਰੇਜ਼ੀ ਦੀ ਕਹਾਵਤ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਉਹਦੇ ਵਿੱਚ ਕੀ ਹੁੰਦਾ ਹੈ ਕਿ ਮੇਨ ਆਪਾਂ ਸਲੋਗਨ ਕਹਿ ਸਕਦੇ ਹਾਂ ਬੜੀ ਗਰੁੱਪ ਦਾ ਆਪਾਂ ਇਹ ਯੂਜ਼ ਕਰਦੇ ਹਾਂ। ਆਪਾਂ ਪ੍ਰੀਵੈਂਸ਼ਨ ਇਸ ਤਰ੍ਹਾਂ ਕਰ ਦਾਂਗੇ ਕਿ ਲੋਕਾਂ ਨੂੰ ਆਪਾਂ ਇੰਨੇ ਜ਼ਿਆਦਾ ਮੋਟੀਵੇਟ ਕਰ ਦਾਂਗੇ ਕਿ ਉਹ ਨਸ਼ਿਆਂ ਦੇ ਵਿਰੋਧੀ ਹੋ ਸਕਣ ਤਾਂ ਕਿ ਜਿਹੜਾ ਅੱਗੇ ਆਪਣੇ ਕੋਲ ਇਹੋ ਜਿਹੇ ਦੁਸ਼ਪ੍ਰਭਾਵ ਆ ਹੀ ਨਾ ਸਕਣ ਤੇ ਜਿਹੜਾ ਸਾਡਾ ਪੰਜਾਬ ਹੈ ਉਹਨੂੰ ਅਸੀਂ ਨਸ਼ਿਆਂ ਦੇ ਮੁਕਤ ਬਣਾ ਸਕੀਏ ਤੇ ਇਹ ਮੁਹਿੰਮ ਨੂੰ ਅੱਗੇ ਚਲਾ ਸਕੀਏ। ਧੰਨਵਾਦ। ਸਰ, ਇਹ ਸਾਰੇ ਬਡੀ ਸਟੂਡੈਂਟਸ, ਡਾਪੋਜ਼, ਡਰੱਗ ਅਬਿਊਜ਼ ਵਿਕਟਮਸ ਇਸ ਵੇਲੇ ਫੀਲਡ ਵਿੱਚ ਸਾਡੀ ਲੜਾਈ ਵਿੱਚ ਸਾਡਾ ਸਾਥ ਦੇ ਰਹੇ ਨੇ। ਔਰ ਸਰ, ਪੁਲਿਸ ਦਾ ਜਿਵੇਂ ਮੈਂ ਬੇਨਤੀ ਕੀਤੀ ਬੜਾ ਇੰਪੋਰਟੈਂਟ ਰੋਲ ਹੈ। ਇੱਕ ਬੜੇ ਕਮਿਟਡ ਪੁਲਿਸ ਆਫਿਸਰ ਰਗਬੀਰ ਜੀ PPS ਇਹ ਸਾਡੇ ਨਾਲ ਜੁੜ ਰਹੇ ਫਤਿਹਗੜ੍ਹ ਸਾਹਿਬ ਤੋਂ। ਸਰ, ਇਹ ਵੀ 2 ਮਿੰਟ ਲਈ ਦੱਸਣਗੇ ਆਪਣੇ ਐਕਸਪੀਰੀਐਂਸਸ। ਰਗਬੀਰ ਜੀ। ਮਾਨਯੋਗ CM ਸਾਹਿਬ ਅਤੇ DGP ਸਾਹਿਬ, ਸ਼ੁਕਰਗੁਜ਼ਾਰ ਹਾਂ ਕਿ ਸਮਾਂ ਦਿੱਤਾ ਗਿਆ। ਡਰੱਗ ਦਾ ਸਭ ਤੋਂ ਮਾੜਾ ਪ੍ਰਭਾਵ ਬ੍ਰੇਨ ਤੇ ਪੈਂਦਾ ਹੈ। ਬ੍ਰੇਨ ਦਾ ਨਿਊਰੋ ਟਰਾਂਸਮਿਟਰ ਸਿਸਟਮ, ਇਮੋਸ਼ਨਲ ਕੰਟਰੋਲ ਰੈਗੂਲੇਟਰੀ ਸਿਸਟਮ, ਸਪੀਚ ਸੈਂਟਰ ਪ੍ਰਭਾਵਿਤ ਹੋ ਜਾਂਦੇ ਨੇ। ਜਦੋਂ ਅਸੀਂ ਡਰੱਗ ਦਾ ਇਸਤੇਮਾਲ ਕਰਦੇ ਹਾਂ, ਬ੍ਰੇਨ ਦੇ ਵਿੱਚੋਂ ਡੋਪਾਮਾਈਨ ਕੈਮੀਕਲ 2 ਤੋਂ 8% ਜ਼ਿਆਦਾ ਮਾਤਰਾ ਦੇ ਵਿੱਚ ਰਿਲੀਜ਼ ਹੋ ਜਾਂਦਾ। ਇਹਦੇ ਨਾਲ ਆਰਜੀ ਤੌਰ ਤੇ ਖੁਸ਼ੀ ਮਿਲਦੀ ਹੈ। ਅਸੀਂ ਇਹ ਖੁਸ਼ੀ ਪ੍ਰਾਪਤ ਕਰਨ ਦੇ ਲਈ ਬਾਰ-ਬਾਰ ਡਰੱਗ ਦਾ ਇਸਤੇਮਾਲ ਕਰਦੇ ਹਾਂ। ਡੈਫੀਸ਼ੈਂਸੀ ਆਫ ਡੋਪਾਮਾਈਨ ਕੈਮੀਕਲ ਬ੍ਰੇਨ ਦੇ ਵਿੱਚ ਹੋ ਜਾਂਦੀ ਹੈ। ਫਲੱਡਿੰਗ ਆਫ ਡੋਪਾਮਾਈਨ ਕੈਮੀਕਲ ਡਿਸਟਰਬ ਦਾ ਨੈਚੁਰਲ ਪ੍ਰੋਸੈਸ ਆਫ ਦਾ ਬ੍ਰੇਨ। ਫਿਰ ਉਹ ਪਹਿਲਾਂ ਵਾਲੀ ਗੱਲ ਨਹੀਂ ਬਣਦੀ। ਡੇ ਬਾਈ ਡੇ ਸਾਨੂੰ ਡੋਜ਼ ਇਨਕਰੀਜ਼ ਕਰਨੀ ਪੈਂਦੀ ਹੈ ਜੋ ਫੈਟਲ ਡੋਜ਼ ਬਣ ਜਾਂਦੀ ਹੈ। ਇਹ ਸਾਰੇ ਤੱਥ ਮੈਡੀਕਲ ਸਾਇੰਸ ਨੇ ਸਾਬਤ ਕੀਤੇ ਹੋਏ ਨੇ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ 500 ਸਾਲ ਪਹਿਲਾਂ ਲਿਖ ਦਿੱਤਾ ਹੈ, ਮੱਤ ਵਿੱਚ ਰਤਨ ਜਵਾਹਰ ਮਾਨਕ। ਉਹ ਸਾਰੇ ਹੀਰੇ ਮੋਤੀ ਸਾਡੀ ਮੱਤ ਦੇ ਵਿੱਚ ਹੈ। ਨਸ਼ਾ ਕਰਦਾ ਕੀ ਹੈ? ਸਾਡੀ ਮੱਤ ਨੂੰ ਖਰਾਬ ਕਰ ਦਿੰਦਾ। ਆਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਪੈਰਾ ਦਈਏ। ਆਪਣਾ ਨਿਊਰੋ ਟਰਾਂਸਮਿਟਰ ਸਿਸਟਮ, ਆਪਣੀ ਮੱਤ ਨੂੰ ਨਸ਼ੇ ਤੋਂ ਬਚਾ ਕੇ ਰੱਖੀਏ। ਨਸ਼ਾ ਕਰਦਾ ਕੀ ਹੈ? ਹੈਲਥ ਦਾ ਨੁਕਸਾਨ, ਪੈਸੇ ਦਾ ਨੁਕਸਾਨ, ਕਰੈਕਟਰ ਦਾ ਨੁਕਸਾਨ। ਮੈਂ ਪੜ੍ਹਿਆ ਸੀ ਜੇਕਰ ਪੈਸੇ ਦਾ ਨੁਕਸਾਨ ਹੋ ਜੇ ਕੋਈ ਨੁਕਸਾਨ ਨਹੀਂ, ਜੇਕਰ ਹੈਲਥ ਦਾ ਨੁਕਸਾਨ ਹੋ ਜੇ ਸਮਝ ਲੈਣਾ ਕਿ ਕੁਝ ਨਾ ਕੁਝ ਨੁਕਸਾਨ ਹੋਇਆ। ਜੇਕਰ ਕਰੈਕਟਰ ਦਾ ਨੁਕਸਾਨ ਹੋਇਆ ਤਾਂ ਸਾਰਾ ਕੁਝ ਖਤਮ ਹੋ ਜਾਂਦਾ ਹੈ। ਡਰੱਗ ਇਨਸਾਨੀਅਤ ਨੂੰ ਖਤਮ ਕਰ ਦਿੰਦਾ ਹੈ। ਨਰੂ ਮਰੀ ਨਰ ਕਾਮ ਨਾ ਆਵੈ, ਪਸ਼ੂ ਮਰੇ ਦਸਕਾ ਸਵਾਰੈ। ਜਦੋਂ ਇਨਸਾਨ ਦੀ ਇਨਸਾਨੀਅਤ ਮਰ ਗਈ ਉਹ ਕਿਸੇ ਕੰਮ ਦਾ ਨਹੀਂ। ਡਰੱਗ ਦਾ ਇਸਤੇਮਾਲ ਕਰਨ ਨਾਲ ਏਜ ਘਟਦੀ ਹੈ, ਓਵਰਡੋਜ਼ ਦੇ ਨਾਲ ਡੈਥ ਹੋ ਜਾਂਦੀ ਹੈ। ਕਲਚਰ ਦਾ ਨੁਕਸਾਨ ਹੈ, ਰਿਲੀਜੀਅਸ ਜ਼ਿੰਦਗੀ ਦਾ ਨੁਕਸਾਨ ਹੈ। ਕਬੀਰਾ ਭੰਗ ਮਛਲੀ ਸੁਰਾਪਾਨ, ਜੋ ਜੋ ਪ੍ਰਾਣੀ ਖਾਏ, ਤੀਰਥ ਵਰਤ ਨੇਮ ਕੀਏ, ਸਭੇ ਰਸਾ ਤਲ ਜਾਏ। ਜੋ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਲਈ ਚਲਾਏ ਜਾ ਰਹੇ ਨੇ। ਡਰੱਗ ਐਡਿਕਟਡ ਦਾ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਮੋਟੀਵੇਟ ਕਰਕੇ, ਇਹਨਾਂ ਨੂੰ ਇਕੱਲੇਪਨ ਤੋਂ ਬਚਾ ਕੇ, ਵਧੀਆ ਲਿਟਰੇਚਰ ਪ੍ਰੋਵਾਈਡ ਕਰਕੇ, ਵਧੀਆ ਡਾਕੂਮੈਂਟਰੀ ਫਿਲਮਾਂ ਦਿਖਾ ਕੇ, ਇਹਨਾਂ ਨੂੰ ਐਕਸਰਸਾਈਜ਼ ਲਈ ਪ੍ਰੇਰਿਤ ਕਰਕੇ, ਕਿਉਂਕਿ ਸਟਰੈਂਥ ਇਜ਼ ਲਾਈਫ, ਵੀਕਨੈਸ ਇਜ਼ ਡੈਥ। ਚੰਗੀ ਖੁਰਾਕ ਲਈ ਪ੍ਰੇਰਿਤ ਕਰਕੇ, ਚੰਗੀ ਖੁਰਾਕ ਦੇ ਵਿੱਚ ਨਸ਼ੇ ਦੀ ਕੋਈ ਜਗ੍ਹਾ ਨਹੀਂ। ਮੈਂ ਮਾਨਯੋਗ CM ਸਾਹਿਬ ਅਤੇ DGP ਸਾਹਿਬ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਮੈਂ ਨਸ਼ੇ ਦੇ ਲਈ, ਇਹਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਜ਼ਿੰਦਗੀ ਦੇ ਆਖਰੀ ਸਾਹ ਤੱਕ ਕੰਮ ਕਰਦਾ ਰਹਾਂਗਾ। ਮੈਂ ਇੱਕ ਬੁੱਕ ਡਰੱਗ ਸੋਸ਼ਲ ਐਂਡ ਫਿਜ਼ੀਕਲ ਡੈਥ ਲਿਖੀ ਹੈ। ਮੇਰੀ ਸੋਸ਼ਲ ਡੈਥ ਨਹੀਂ ਹੋ ਸਕਦੀ ਕਿਉਂਕਿ ਮੈਂ ਨਸ਼ਾ ਨਹੀਂ ਕਰਦਾ। ਮੇਰੀ ਪ੍ਰੀਮੈਚੁਰ ਫਿਜ਼ੀਕਲ ਡੈਥ ਨਹੀਂ ਹੋ ਸਕਦੀ ਕਿਉਂਕਿ ਮੈਂ ਨਸ਼ੇ ਦਾ ਪੱਕੇ ਤੌਰ ਤੇ ਤਿਆਗ ਕੀਤਾ ਹੈ। ਮੈਂ ਨਸ਼ਾ ਕਰਕੇ ਆਪਣੇ ਸਰੀਰ ਨੂੰ ਕਸ਼ਟ ਨਹੀਂ ਦਵਾਂਗਾ ਜੋ ਮੇਰਾ ਪਿਆਰਾ ਦੋਸਤ ਹੈ। ਆਖਰੀ ਸੰਦੇਸ਼, ਆਲਵੇਜ਼ ਮੂਵ ਇਨ ਦਾ ਪੋਜ਼ਿਟਿਵ ਡਾਇਰੈਕਸ਼ਨ ਬਾਈ ਸੇਵਿੰਗ ਯੂਰ ਨਿਊਰੋ ਟਰਾਂਸਮਿਟਰ ਸਿਸਟਮ ਫਰੋਮ ਡਰੱਗ।
Thank you very much to avoid social death. Jai Hind, sir. ਸਰ ਸਾਡੇ ਆਫਿਸਰ ਸਾਹਿਬ ਬੱਚਿਆਂ ਕੋਲ ਸਕੂਲਾਂ ਵਿੱਚ ਜਾ ਕੇ ਉਹਨਾਂ ਨੂੰ ਮੋਟੀਵੇਟ ਕਰਦੇ ਹੈ ਔਰ ਇੱਕ ਮਿਸਾਲ ਕਾਇਮ ਕਰ ਰਹੇ ਹੈ ਕਿ ਕਿਸ ਤਰ੍ਹਾਂ ਸਾਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਸਰ ਜੋ ਮਿਸ਼ਨ ਰੈੱਡ ਸਕਾਈ ਹੈ ਉਹ ਵੀ ਸਰ ਤੁਹਾਡੀ ਜੋ ਗਾਈਡਲਾਈਨ ਸੀਗੀਆਂ ਕਿ ਆਫਿਸਰਸ ਜਾ ਕੇ ਡਰਗ ਐਡਿਕਟਸ ਨੂੰ ਕਾਉਂਸਲ ਕਰਨ, ਉਹਦਾ ਹੀ ਹਿੱਸਾ ਹੈ ਸਰ। ਔਰ ਅਸੀਂ ਉਹਨੂੰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਾਉਂਸਲਿੰਗ, उसके बाद स्किलिंग तो उस तो बाद एम्प्लॉयमेंट नाल इन्हां नूं एक चंगी लाइफ दे सकीए। सर पुलिस तो अलावा सब तो इंपॉर्टेंट रोल हैल्थ महकमे दा है और मैं बड़ी खुशी नाल कहंदा सर कि मैं शुरू तो इस प्रोग्राम नाल जुड़िया। ओट सेंटर्स विच जिस तरह दवा दित्ती जा रही है ड्रग एडिक्ट्स नूं, अज आपां बहुत सारे ड्रग एडिक्ट्स नूं जो कि हेरोइन दे स्मैक दे आदि हो चुके सी, उन्हां नूं एक श्योर शॉट डेथ वाले पासे जिथे वो जा रहे सी उत्थों वापस लिया है। उत्थे सर इन्हां दी बड़ी सिंपथेटिक तरह नाल काउंसलिंग हुंदी है। ये सारा कुछ सरदार बलबीर सिंह जी सिद्धू हैल्थ एंड फैमिली वेलफेयर मिनिस्टर की अगवाई विच हो रहा है। मैं उन्होंने बेनती करांगा सर वो कुछ मिनटां लई अपने विचार सारिਆਂ नाल साझे करन। सर सर सत श्री अकाल। सत श्री अकाल सर अज जो अपनी सरकार वालों अंतरराष्ट्रीय नशाखोरी ते गैर कानूनी तस्करी ते आप अज जो दिवस मना रहे हैं, एक बहुत ही शलाघायोग उपराला है। और मैं सोचना ये जो डिपार्टमेंट शुरुआत की अपनी सरकार बनी है, तुसीं पहला वादा किया सी कि असीं पंजाब नूं नशा मुक्त ते कर्जा मुक्त करना है। मैं ये कह सकदा असीं उस पासे नूं बहुत अगे वधे हाँ कि जो साढ़े को सारे असी जो पायलट प्रोजैक्ट शुरू किए तरन तारण ते मोगा दे विच उहदे बड़े बेहतर रिजल्ट आए थे। उस तो बाद जो थोड़ा कंटिन्यू प्रोसैस चल रहा है, अज साढ़े को कोई तकरीबन 6,72,000 जिहड़े अपने पेशेंट ने सर ये डिडिक्शन के, वो सर साढ़े को इस वे मैडिसिन ट्रीटमेंट ते आए ने। ये बहुत ही बड़ी जनसंख्या है सर। दूजी गल ये सी सर, जो कोविड स्टार्ट होया उदों पहला 2,67,000 सी सारे, पर अज ये 4 लाख का जोड़ा इजाफा होया है। मैं कह सकदा भी इसदा सब तो वड्डा कारण है कि अगे बच्चों के माँ बाप भी ये गल छपाउंदे सी कि साडा जिहड़ा बच्चा कोई नशा नहीं करता, पर हुण बड़ी खुशी वाली गल है कि हुण माँ बाप आप सामने अगे आउण लगे ने, प्लस बहुत सारे बच्चे ये खुद कबूल कर चुके हैं कि असीं इस तो मुक्ति पाउणा चाहुंदे हां ते सानूं कोई रस्ता दसो। सर ये जिहड़ा आपां प्रोग्राम स्टार्ट किया ओट सेंटर वाला ते डिडिक्शन सेंटर वाला, इन्हें सर बहुत वड्डा थंम पाया सर। जिवें DGP साहब ने दस्सिया कि इस तो पहला जिहड़े सर 10 साल सरकारां रहीआं ने उदों उन्होंने सियासी पुष्ट पराही भी रही है सरकारां नूं, लेकिन तुसीं आके जो करड़े फैसले लए उदों बाद एक बड़ा अच्छा इहदा मैसेज आ रहा। तो उदों अखबारां भरियां हुंदियां सी कि अज फलानी जगह ते इन्ने बंदे 2 बच्चे मर गए, 4 बच्चे मर गए, पर हुण सानूं वध तो वध टामी टरी किते ना किते कोई ना कोई बहुत देखण नूं मिलदी है, क्योंकि ये बीमारी एक ऐसी है जिहड़ी नशे दी सर इहनूं जड़ों खत्म करने वास्ते सानूं लंबा समा संघर्ष करना पैना, जिहड़ा कि साडे डिपार्टमेंट भी कर रहे हैं, साडा पुलिस प्रशासन भी कर रहा है, प्लस जिहड़ी लोकां दी NGO ने सर वो भी साडे नाल इनवॉल्व हो रही ने कि असीं इन्हां बच्चों नूं इस गलत रास्ते तो वापस लेके आना है। सर मैं एक गल ये सर कला ये नहीं कि भी बच्चे का जिमें अपने डिप्टी साहब बोल रहे थे कि भी मैं अपनी लाइफ खराब कर रहा सर, वो नाल दी नाल अपने परिवार की लाइफ भी खराब करता है सर। बहुत सारे बच्चों दी शादियां हो जांदियां ने, पर लेकिन जो उन्होंने पता लगता है कि जिहड़ा मुंडा सी तां नशा करता है बड़े वड्डे पद्धर ते, सर वो जिहड़े मैट्रिमोनियल डिस्प्यूट ने तुसीं देखिया होना है, उन्होंने रेशो भी पहले नालों बहुत ज़्यादा हो गई है तो हो गई सी, लेकिन हुण हौली 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 स्लोली वो घर बस रहे हैं सर। ये अपनी सरकार की सब तो वड्डी मैं प्राप्ति कह सकदा सर। दूसरा सर जिहड़ा साडे डिपार्टमेंट का सर असी जिहड़ा माहर डॉक्टर ने स्कैटिस्ट ने उन्होंने सलाह अनुसार 0.4 मिलीग्राम तो शुरू करके 2.5 ग्राम तक की मेडिसिन देने सर। ये विचाले सर कोई इदा का है नहीं जो 1 मिलीग्राम या 1.5 मिलीग्राम सर असी इन्होंने टेपर ऑफ कर लगे हैं कि भी 1 मिलीग्राम भी शुरू करिए, ताकि जो बच्चा 2.5 मिलीग्राम लेंदा है वो हौली हौली जो आएगा वापस तो 0 करना तो सानू ये विचाले कई स्टेजा बनानिया पैणगियां ताकि सारे बच्चे इस गल तो हौली हौली नशा मुक्त हो जाए। सर एक खास करके जिवें उन्होंने कहा है कि मैं एक बुक लिखी है
ਸਰ ਸਾਨੂੰ ਇੱਕ ਚਾਹੀਦਾ ਸਾਡਾ ਜਿਹੜਾ ਸਿਲੇਬਸ ਹੈ ਕਰੰਟ ਸਰ ਉਹ ਸਿਲੇਬਸ ਦੇ ਵਿੱਚ ਸਾਨੂੰ ਸ਼ੁਰੂ ਤੋਂ ਹੀ ਇੱਕ ਸਬਜੈਕਟ ਵਗੈਰਾ ਬਣਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਬੱਚਾ ਜਦੋਂ ਸਰ ਕੋਰ ਹਟਣ ਹੁੰਦਾ ਉਦੋਂ ਸ਼ੁਰੂ ਤੋਂ ਕਿਤਾਬਾਂ ਪੜ੍ਹੂਗਾ ਉਹਨੂੰ ਇਸ ਗੱਲ ਦੀ ਸਮਝ ਪਊ ਮੇਰੇ ਲਈ ਕਿੰਨਾ ਇਹ ਡੇਂਜਰਸ ਹੈਗਾ ਸਰ। ਅਸੀਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਰੋਕਣ ਵਾਸਤੇ ਸਰ ਸਾਡੇ ਉਪਰਾਲਾ ਕਰਦੇ ਵੀ ਅਤੇ ਕਰ ਵੀ ਰਹੇ ਕਰਨਾ ਵੀ ਚਾਹੀਦਾ ਸਰ। ਜੇ ਇਹ ਸਾਰੇ ਸਬਜੈਕਟ ਬਣਾ ਦਈਏ ਆਪਾਂ ਚੰਗੇ ਐਕਸਪਰਟਸ ਦੀਆਂ ਜਿਹੜੀਆਂ ਆਪਣੀਆਂ ਰਾਏ ਲੈ ਕੇ ਤਾਂ ਉਹਦੇ ਨਾਲ ਅਸੀਂ ਕਾਫੀ ਆਪਣੇ ਇਸ ਬਿਮਾਰੀ ਨੂੰ ਠੱਲ ਪਾ ਸਕਦੇ ਹਾਂ। ਸਰ ਤੁਹਾਡੀ ਕਿਰਪਾ ਨਾਲ ਤੁਸੀਂ ਸਰ ਜੋ ਇਹ ਪ੍ਰੋਗਰਾਮ ਲਿਖਿਆ ਹੈ ਮੈਂ ਦੱਸਣਾ ਚਾਹੁੰਦਾ ਕਿ 70 ਕਰੋੜ ਰੁਪਇਆ ਹਰ ਸਾਲ ਜਿਹੜਾ ਆਪਾਂ ਇਹ ਹੁਣ ਇਸ ਵੇਲੇ ਇਹ 'ਤੇ ਖਰਚ ਕਰ ਰਹੇ ਹਾਂ, ਜਿਹੜੀ ਫ੍ਰੀ ਆਫ ਕਾਸਟ ਮੈਡੀਸਨ ਪ੍ਰੋਵਾਈਡ ਕਰ ਰਹੇ ਹਾਂ ਸਰ ਇਹ ਬੜੀ ਵੱਡੀ ਅਮਾਊਂਟ ਆ। ਤੁਸੀਂ ਸਰ ਪਿੱਛੇ ਯੂਰਿਨ ਟੈਸਟਾਂ ਵੀ ਫ੍ਰੀ ਕਰਤਾ ਸੀ ਸਰ, ਉਹਦੇ ਨਾਲ ਵੀ ਜਿਹੜੇ ਬੱਚੇ ਸੀ ਉਹਨਾਂ ਨੂੰ ਰਾਹਤ ਮਿਲੀ, ਉਹਨਾਂ ਪਰਿਵਾਰਾਂ ਨੂੰ ਰਾਹਤ ਮਿਲੀ ਹੈ ਸਰ। ਮੈਂ ਇੱਕ ਕਹੂੰਗਾ ਵੀ ਸਾਨੂੰ ਜਿਹੜੀ ਕਈ ਵਾਰੀ ਕੀ ਹੁੰਦਾ ਸੁਸਾਇਟੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਨਫ਼ਰਤ ਨਾਲ ਦੇਖਿਆ ਜਾਂਦਾ ਸੀ ਸਰ। ਇਹ ਜਿਹੜਾ ਸਾਡੇ ਡੈਪੋ ਪ੍ਰੋਗਰਾਮ ਜਾਂ ਬੜੀ ਗਰੁੱਪ ਪ੍ਰੋਗਰਾਮ ਨੇ ਇਹ 'ਚ ਅਸੀਂ ਇਹ ਗੱਲਾਂ ਵੀ ਸ਼ਾਮਲ ਕਰੀਏ ਕਿ ਜਿਹੜੇ ਆਂਢੀ ਗੁਆਂਢੀ ਨੇ ਉਹਨਾਂ ਨੂੰ ਨਸ਼ੇੜੀ ਜਾਂ ਅਮਲੀ ਨਾ ਕਹਿਣ, ਉਹਨਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਹਿ ਸਕਦੇ ਹਾਂ ਅਤੇ ਪਲੱਸ ਉਹਨਾਂ ਨੂੰ ਸਰ ਸਾਰੇ ਜੇ ਉਹ ਬੰਦੇ ਨਾਲ ਜੁੜ ਜਾਣ ਤਾਂ ਹੋਰ ਜਲਦੀ ਅਸੀਂ ਨਸ਼ੇ ਨੂੰ ਖਤਮ ਕਰ ਸਕਦੇ ਹਾਂ ਸਰ। ਜਿਸ ਤਰੀਕੇ ਨਾਲ ਤੁਹਾਡੀ ਰਹਿਨੁਮਾਈ ਥੱਲੇ ਪੁਲਿਸ ਨੇ ਤਸਕਰੀ ਰੋਕੀ ਆ ਜਾਂ ਤੁਸੀਂ ਸਰ ਸੈਂਟਰਲ ਲੈਟਰ ਵੀ ਲਿਖੇ ਮੈਂ ਪੜ੍ਹਿਆ ਸੀ ਕਿ ਇਕੱਲਾ ਸਾਡਾ ਬਾਰਡਰ ਸਟੇਟ ਹੈਗੀ ਆ ਕਿ ਸਾਡਾ ਸੂਬਾ ਇਕੱਲਾ ਨਹੀਂ ਹੋ ਸਕਦਾ, ਸਾਨੂੰ ਸੈਂਟਰ ਦੀ ਨਾਲ ਸਪੋਰਟ ਚਾਹੀਦੀ ਹੈ ਸਰ। ਉਸ ਤੋਂ ਬਾਅਦ ਕਾਫੀ ਅੱਛਾ ਰਿਜ਼ਲਟ ਆਏ ਨੇ, ਜਿਵੇਂ ਗੁਪਤਾ ਜੀ ਦੱਸਿਆ ਕਿ ਜਿਹੜੇ ਡਰੋਨ ਸੀ ਕਿੱਦਾਂ ਨਸ਼ਾ ਜਾਂ ਪਾਈਪਾਂ ਰਾਹੀਂ ਕਿੱਦਾਂ ਨਸ਼ਾ ਛੱਡਿਆ ਜਾਂਦਾ ਸੀ ਸਰ। ਜਿਵੇਂ ਬੀਬੀ ਤਰਨਤਾਰਨ ਤੋਂ ਬੋਲ ਰਹੇ ਸੀ ਕਿ ਤਰਨਤਾਰਨ ਤਾਂ ਮੈਨੂੰ 2-3 ਵਾਰ ਜਾਣ ਦਾ ਮੌਕਾ ਮਿਲਿਆ ਹੈ ਕਿ ਹਰ ਘਰ ਦੇ 'ਚ ਕੋਈ ਨਾ ਕੋਈ ਚਿੱਟਾ ਲੈਣ ਵਾਲਾ ਬੱਚਾ ਸੀਗਾ ਸਰ। ਮੇਰੇ ਨਾਲ ਇੱਕ ਅਜਨਾਲੇ ਹਲਕੇ ਦਾ ਮੁੰਡਾ ਬੜਾ ਜੰਗ ਸੀ ਅਤੇ ਉਹ ਗਨਮੈਨ ਸੀਗਾ, ਉਹਨੂੰ ਮੈਂ 6 ਮਹੀਨੇ ਬੜੀ ਮੁਸ਼ਕਿਲ ਨਾਲ ਸੰਭਾਲ ਕੇ ਰੱਖਿਆ, ਪਰ ਉਹ ਉਸ ਤੋਂ ਬਾਅਦ ਸਰ ਉਹ ਟ੍ਰਾਂਸਫਰ ਕਰਾ ਕੇ ਅੰਮ੍ਰਿਤਸਰ ਚਲਾ ਗਿਆ, ਉਹ ਦੁਬਾਰਾ ਸਰ ਉਸ ਰਸਤੇ ਚਲਾ ਗਿਆ ਸਰ। ਉਹਦੇ ਬਾਪ ਨੇ ਖੁਦ ਨੇ ਉਹਨੂੰ ਗੋਲੀ ਮਾਰੀ ਆਪਣੇ ਬੱਚੇ ਨੂੰ ਸਰ। ਉਹ 26 ਸਾਲ ਦੀ ਏਜ ਦਾ ਸਾਰਾ ਬੱਚਾ ਸੀ ਸਰ। ਸਰ ਮੈਂ ਕਹਿੰਦਾ ਵੀ ਆਪਾਂ ਜੇ ਸਾਰੀਆਂ ਜਿਹੜੀਆਂ ਸੁਸਾਇਟੀਆਂ ਨੇ ਸਰ ਕਈ ਬੰਦੇ ਸਰ ਬਾਰਡਰ ਸਟੇਟ ਦੇ ਉੱਤੇ ਹੋਰ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਕਿਉਂਕਿ ਇਸ ਤਰ੍ਹਾਂ ਦੀਆਂ ਟੀਮਾਂ ਬਣਾਈਆਂ ਜਾਣ ਜਿਹੜੀਆਂ ਕਿ ਸਾਰੇ ਪਿੰਡਾਂ ਦੀ ਜਿਹੜਾ ਪ੍ਰਸ਼ਾਸਨ ਡੀਸੀ ਥੱਲੇ ਹੋਵੇ ਸਰ ਜ਼ਿਆਦਾ ਉਹਦਾ ਡੀਸੀ ਸਾਹਿਬ ਉਹਨੂੰ ਮੋਨੀਟਰਿੰਗ ਕਰਨ ਅਤੇ ਇੱਕ ਟੀਮ ਹੋਵੇ ਜਿੱਥੇ ਸਾਨੂੰ ਜ਼ਿਆਦਾ ਕੇਸ ਮਿਲਦੇ ਨੇ ਅਸੀਂ ਸਰਚ ਕਰਕੇ ਸਾਨੂੰ ਦੱਸਦੇ ਹਾਂ ਵੀ ਇੱਥੇ ਸਾਨੂੰ ਵੱਧ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਜਿੱਥੇ ਸਾਡੀ ਮੈਡੀਸਨ ਬਹੁਤ ਵੱਡੀ ਮਾਤਰਾ ਦੇ ਵਿੱਚ ਲੱਗ ਰਹੀ ਹੈ ਸਰ। ਇੱਕ ਵੱਡੀ ਗੱਲ ਜਿਹੜੀ ਤੁਸੀਂ ਕਿਤੇ ਦਿਨ ਪਹਿਲਾਂ ਹੁੰਦਾ ਸੀ ਜਿਹੜੇ ਰੀਹੈਬਿਲਿਟੇਸ਼ਨ ਸੈਂਟਰ ਸੀਗੇ ਸਰ, ਉੱਥੇ ਲੋਕਾਂ ਨੇ ਪ੍ਰਾਈਵੇਟ ਬੰਦਿਆਂ ਨੂੰ ਉਹਨਾਂ ਨੂੰ ਕੈਦ ਕਰਕੇ ਰੱਖ ਲੈਂਦੇ ਸੀ ਅਤੇ ਬੜਾ ਟੌਰਚਰ ਕਰਦੇ ਸੀਗੇ ਅਤੇ ਫਿਰ ਉਹ ਬੱਚੇ ਉੱਥੋਂ ਭੱਜ ਜਾਂਦੇ ਸੀ ਸਰ। ਜਿਹੜਾ ਅਸੀਂ ਓਟ ਕਲੀਨਿਕ ਵਾਲਾ ਜਿਹੜਾ ਆਪਣਾ ਕਨਸੈਪਟ ਹੈ ਸਰ ਇਹਨੇ ਬਹੁਤ ਕਾਮਯਾਬੀ ਸਾਨੂੰ ਦਿੱਤੀ ਹੈ ਸਰ। ਦੂਜੀ ਗੱਲ ਇਹ ਹੈਗੀ ਹੈ ਕਿ ਅੱਜ ਪੰਜਾਬ ਨੇ ਸਰ ਪੂਰਾ ਇਹ ਵਾਰਡ ਲੈਵਲ 'ਤੇ ਹੀ ਇਹ ਨੈਕਸਸ ਹੈਗਾ ਜਿਹੜਾ ਕਿ ਨਸ਼ੇ ਦਾ, ਪਰ ਲੇਕਿਨ ਜਿੰਨੀ ਆਪਾਂ ਨੇ ਦੇਖੋ 7 ਲੱਖ ਬੱਚੇ ਨੂੰ ਅਸੀਂ ਇਸ ਪਾਸੇ ਲੈ ਆਏ ਹਾਂ ਅਤੇ ਜੇ 1-2 ਲੱਖ ਹੋਰ ਰਹਿ ਗਏ ਹੋਣੇ ਆ ਤਾਂ ਅਸੀਂ ਇਹਨੂੰ ਕੰਟੀਨਿਊ ਹੋਰ ਵਧਾ ਦਿਆਂਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਸਰ। ਇਹ ਖਾਸ ਕਰਕੇ ਸਾਡੇ ਵਾਸਤੇ ਬਹੁਤ ਤੁਸੀਂ ਅੱਜ ਵਧੀਆ ਪ੍ਰੋਗਰਾਮ ਰੱਖਿਆ ਅਤੇ ਬਹੁਤ ਸਾਰੇ ਵਿਚਾਰ ਸਾਰਿਆਂ ਦੇ ਸੁਣੇ ਨੇ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਇਸ ਪਾਸੇ ਸ਼ਾਮਲ ਹੋਵਾਂਗੇ। ਧੰਨਵਾਦ ਸਰ। ਥੈਂਕ ਯੂ ਸਰ। ਸਾਡੇ ਨਾਲ ਸ਼੍ਰੀ ਸੁਨੀਲ ਜਾਖੜ ਜੀ ਪ੍ਰੈਜ਼ੀਡੈਂਟ PPCC ਜੁੜੇ ਹੋਏ ਨੇ। ਮੈਂ ਸਰ ਦੇ ਨਾਲ ਕੰਮ ਕੀਤਾ ਹੈ ਫਿਰੋਜ਼ਪੁਰ ਵਿੱਚ ਔਰ ਅਪਾਰਟ ਫਰੋਮ ਬੀਇੰਗ ਏ ਪੋਲੀਟੀਕਲ ਐਕਟਿਵਿਸਟ ਇਹਨਾਂ ਦੇ ਜਿਹੜੇ ਸੋਸ਼ਲ ਰਿਫਾਰਮ ਦੀ ਜ਼ੀਲ ਸੀ ਬਹੁਤ ਕੁਝ ਉਸ ਕੋਲੋਂ ਸਿੱਖਿਆ। ਮੈਂ ਰਿਕੁਐਸਟ ਕਰਦਾ ਸੁਨੀਲ ਜਾਖੜ ਜੀ ਨੂੰ ਉਹ ਵੀ ਆਪਣੇ ਵਿਚਾਰ ਰੱਖਣ। ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ, ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਇਸ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜੁੜੇ ਮੰਤਰੀ ਸਾਹਿਬਾਨ, MLA ਸਾਹਿਬਾਨ, ਆਫਿਸਰ ਸਾਹਿਬਾਨ ਤੇ ਸਾਰੇ ਅੱਜ ਜਿਹੜੋ ਇਸ ਫੰਕਸ਼ਨ 'ਚ ਜੁੜੇ ਹੈ। ਸਭ ਤੋਂ ਪਹਿਲਾਂ ਫਤਿਹ ਕਬੂਲ ਕਰਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। CM ਸਾਹਿਬ, ਸਭ ਤੋਂ ਪਹਿਲਾਂ ਤਾਂ ਆਈ ਵੁੱਡ ਲਾਈਕ ਟੂ ਕੰਗ੍ਰੈਚੁਲੇਟ ਯੂ ਦੈਟ ਯੂ ਫੋਕਸਡ ਔਨ ਦਿਸ ਇਸ਼ੂ ਵੈਰੀ ਇਸ਼ੂ ਵਿਚ ਹੈਜ਼ ਮੈਂ ਸਮਝਦਾ ਵੀ ਪੰਜਾਬ ਦੇ ਮੱਥੇ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਜਿਹੜੀ ਉਸ ਸਮੇਂ ਦੀਆਂ ਸਰਕਾਰਾਂ ਸੀ ਉਹ ਸਾਡੇ ਲਾ ਕੇ ਗਈਆਂ। ਹੱਸਦਾ ਖੇਡਦਾ ਪੰਜਾਬ, ਰੰਗਲਾ ਪੰਜਾਬ ਸਾਡਾ ਇੱਕ ਉੱਡਦਾ ਪੰਜਾਬ ਦੇ ਨਾਮ ਤੋਂ ਜਾਣਿਆ ਜਾਣ ਲੱਗਿਆ। ਮੈਂ ਸਮਝਦਾ ਅੱਜ ਅਸੀਂ ਉਹਦਾ ਭੁਗਤਾਨ ਅੱਜ ਵੀ ਕਰ ਰਹੇ ਹਾਂ ਅਤੇ ਬੜੇ ਲੰਬੇ ਸਮੇਂ 'ਤੇ ਸਾਨੂੰ ਉਹਦਾ ਭੁਗਤਣਾ ਪਊਗਾ ਆਉਣ ਵਾਲੀ ਨਸਲਾਂ ਨੂੰ, ਕਿਉਂਕਿ ਇਹ ਇੱਕ ਕੰਡਿਆਲੀ ਵਾਂਗੂ ਹੈ, ਤੁਸੀਂ ਕੱਢ ਦਿਓ ਫਿਰ ਦੁਬਾਰਾ ਪੈਦਾ ਹੋ ਜਾਂਦੀ ਹੈ।
ਮੇਰੇ ਤੋਂ ਜ਼ਿਆਦਾ ਬੈਠੇ ਇੱਥੇ ਮੈਂ ਡੀਜੀਪੀ ਸਾਹਿਬ ਦਾ ਸੁਣ ਰਿਹਾ ਸੀਗਾ, ਬਲਬੀਰ ਸਿੱਧੂ ਜੀ ਦੇ ਬਿਆਨ ਮੈਂ ਸੁਣ ਰਿਹਾ ਸੀਗਾ। ਇਸ ਬੇਸਿਕਲੀ ਮੇਰਾ ਮੰਨਣਾ ਸਾਹਿਬ ਇਸ ਡਿਮਾਂਡ ਡਰਿਵਨ ਥਿੰਗ, ਤੁਸੀਂ ਜਿੰਨੇ ਪਕੜਦੇ ਹੋ ਉਸ ਤੋਂ ਜ਼ਿਆਦਾ ਪੈਦਾ ਹੋ ਜਾਂਦੇ ਆ, ਬਿਕੋਜ਼ ਦੇयर इज अ ਡਿਮਾਂਡ ਦੇयर। ਤੇ ਡਿਮਾਂਡ ਕਦੋਂ ਹੋਈ? ਜਿਹੜੇ ਬਲਬੀਰ ਸਿੱਧੂ ਜੀ ਨੇ ਕਿਹਾ ਆਪਾਂ ਉਹਨਾਂ ਨੂੰ ਅਮਲੀ ਨਾ ਆਖੀਏ। ਅਮਲੀ ਨਾਮ ਪੰਜਾਬ ਦੇ ਅੰਦਰ ਬਹੁਤ ਹੀ ਮੈਂ ਸਮਝਦਾ ਵੀ ਜਿਸ ਤਰ੍ਹਾਂ ਉੱਡਦਾ ਪੰਜਾਬ ਆਪਾਂ ਪਰਿੰਦਿਆਂ ਨੂੰ ਵਿਚਾਲੇ ਸ਼ਾਮਿਲ ਕਰ ਲਿਆ, ਮਗਰਮੱਛ ਵੀ ਨਾਮ ਇੱਥੇ ਚਾਲੂ ਹੋ ਗਿਆ, ਅਮਲੀ, ਨਸ਼ੇੜੀ, ਸਮੈਕੀਏ। ਆਈ ਥਿੰਕ ਦਿਸ I differ from Sidhu Sahab। I ਕਹਿ ਰਹੇ ਸੀ ਵੀ ਇਹਨਾਂ ਨੂੰ ਅਮਲੀ ਨਾ ਕਹੋ। I think there should be a stigma attached to it sir। ਬੱਚਿਆਂ ਨੂੰ ਆਪਣੇ ਆਪ ਨੂੰ ਅਮਲੀ ਕਹਾ ਕੇ ਮਹਿਸੂਸ ਕਰਨ ਵੀ ਅਸੀਂ ਕਿਹੜੇ ਰਾਹ ਤੇ ਪੈ ਗਏ। ਇਟ ਹੈਜ਼ ਟੂ ਬੀ ਸਟਿਗਮੈਟਾਈਜ਼ ਸਭ ਠੀਕ ਹੈ। ਮੈਂ ਇਹਨਾਂ ਦੀ ਗੱਲ ਸੁਣ ਰਿਹਾ ਸੀਗਾ ਵੀ ਹੁਣ ਫੈਮਿਲੀਜ਼ ਆ ਰਹੀਆਂ ਬਾਹਰ, ਫੈਮਿਲੀਜ਼ ਨੂੰ ਆਉਣਾ ਚਾਹੀਦਾ। ਇਫ ਯੂ ਹੈਵ ਸਮ, ਅਗਰ ਘਰੇ ਕੈਂਸਰ ਆ ਜਾਂਦਾ ਉਹਨੂੰ ਲੁਕਾਉਣ ਨਾਲ ਕੁਝ ਨਹੀਂ ਬਣਨਾ ਸਭ। ਅਸੀਂ ਲੋਕਾਂ ਨੂੰ ਦਵਾਈ ਜਦੋਂ ਤਾਈਂ ਨਹੀਂ ਲਵਾਂਗੇ, ਜਿਹੜਾ ਮੁਹਿੰਮ ਚਾਲੂ ਕੀਤੀ ਹੈ, ਸਿੱਧੂ ਸਾਹਿਬ ਕਹਿ ਰਹੇ ਵੀ ਅਸੀਂ 70 ਕਰੋੜ ਰੁਪਏ ਦੀ ਦਵਾਈਆਂ ਦੇ ਰਹੇ ਹਾਂ, ਦਿਸ ਇਜ਼ ਅ ਰਾਈਟ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ। ਬਟ ਦਾ ਪ੍ਰੋਬਲਮ ਰਿਮੇਨਸ ਆਫ ਦੇयर इज ਅ ਡਿਸਕ੍ਰਿਪੈਂਸੀ, ਜਿਹਨੂੰ ਮੈਂ ਨਹੀਂ ਸਮਝਦਾ ਵੀ ਆਪਾਂ ਕੋਈ ਇਸ ਭੁਲੇਖੇ 'ਚ ਰਹੀਏ ਵੀ ਆਪਾਂ ਅੱਜ ਖਤਮ ਕਰ ਦਿਆਂਗੇ ਤੇ ਸਵੇਰੇ ਨਿਬੜ ਜੂਗੀ। ਬਿਕੋਜ਼ ਇੱਕ ਤਾਂ ਫਾਈਨੈਂਸ਼ੀਅਲ ਆਸਪੈਕਟ ਇੰਨਾ ਜ਼ਿਆਦਾ ਮਾਰਜਿਨ ਹੈ ਵੀ ਕੋਈ ਨਾ ਕੋਈ ਜਿੱਥੇ ਡਿਮਾਂਡ ਹੈ ਉਹ ਭਾੜ ਲਿਆਣਗੇ ਕਿਤੇ ਨਾ ਕਿਤੇ। ਓਨਲੀ ਇਟ ਐਡਸ ਟੂ ਦਾ ਕੋਸਟ, ਹੋਰ ਐਕਸਪੈਂਸਿਵ ਹੋ ਜਾਊਗਾ। ਪਰ ਤੁਸੀਂ ਦੱਸਿਆ ਪਿਛਲੇ ਮੀਟਿੰਗ ਦੇ ਅੰਦਰ, ਤੁਸੀਂ ਦੱਸ ਰਹੇ ਸੀ ਵੀ ਪਹਿਲਾਂ ਜਿਹੜਾ ਅਕ੍ਰੋਸ ਦੀ ਬਾਰਡਰ ਇੱਧਰੋਂ ਆ ਰਿਹਾ ਸੀ ਪਾਕਿਸਤਾਨ ਤੋਂ, ਹੁਣ ਕਾਂਡਲਾ ਹੋ ਕੇ ਆਉਣ ਲੱਗਿਆ। ਇਟ ਵਿਲ ਨਾਟ ਸਟਾਪ ਬਿਕੋਜ਼ ਦੇयर इज ਸੋ ਮਚ ਮਾਰਜਿਨ ਟੂ ਬੀ ਮੇਡ। ਜਿਹੜੇ ਲੋਕ ਬੈਠੇ ਹੈ, ਜੇ ਧਨਾਢ ਹੋ ਗਏ, ਚਾਹੇ ਬੱਦੀ ਦੇ ਅੰਦਰ ਬੈਠੇ ਹੈ, ਚਾਹੇ ਅਫਗਾਨਿਸਤਾਨ ਬੈਠੇ ਹੈ। I would request DG Sahab, he is much more aware, and on top of the things मैं सारे आंकड़े भी ना तो सुने, 18% every 5th person who is captured in arrested in this पंजाब तो आ रहे हैं। तो इन्होंने दस्या भी किस तरह असी ठल पाई है। but I believe the changing geopolitical scenario, अफगानिस्तान के अंदरों जो अमरीकन फौजां वापस जा वड़ियां साहब, तालिबान टेक ओवर, I think होर किसी नूं फर्क पवे ना पवे, but this narco terrorism is going to impact Punjab like anything। आ जेडे drones इस्तेमाल कर रहे हैं, you have yourself time and again mentioned sir भी किन्ना असला आ रहा है, ते असले नू to finance those terrorist act there is nothing like drug। so I think we are at the receiving end। we are somehow geographically located at a place ਜਿਹੜੀ ਆ ਗੋਲਡਨ ਟ੍ਰਾਇੰਗਲ ਨੂੰ ਪਹਿਲਾਂ ਵੱਜਦੀ ਸੀ, ਹੁਣ ਤਾਂ ਗੋਲਡਨ ਟ੍ਰਾਇੰਗਲ ਦੀ ਵੀ ਲੋੜ ਨਹੀਂ ਆ। ਸਾਡੇ ਬੱਦੀ ਜੜਚੇ ਬੈਠੇ ਆ ਸਾਰੇ, ਆਲ ਦਿਸ ਫਾਰਮਾ ਡਰੱਗਸ ਜਿਨ੍ਹਾਂ ਨੂੰ ਕਹਿ ਰਹੇ ਸੀ, ਔਰ ਦਿਸ ਸਿੰਥੈਟਿਕ ਓਪੀਆਇਡਸ ਵਿਚ ਆਰ ਬੀਇੰਗ ਯੂਜ਼ਡ ਫॉर ਇੰਟੌਕਸੀਕੇਸ਼ਨ। ਇਹਨਾਂ ਗੱਲਾਂ ਦੇ ਉੱਤੇ ਸਾਨੂੰ ਬਹੁਤ ਹੀ ਡੂੰਘਾ ਵਿਚਾਰ ਕਰਕੇ ਵੀ ਹੈਵ ਡਨ ਅ ਰਿਮਾਰਕੇਬਲ ਜੌਬ ਨੋ ਡਾਊਟ। ਬਟ ਐਟ ਦ ਸੇਮ ਟਾਈਮ ਡੀਜੀਪੀ ਸਾਹਿਬ ਨੇ ਦੱਸਿਆ ਵੀ ਅਸੀਂ ਇੰਨੇ ਬੰਦੇ ਫੜੇ ਹੈ, ਬਟ that it shows that our police is working on it। but at the same time it also reflects भी आ खत्म नहीं हो रहा, आ ही रहा, चल ही रहा। so somewhere we have to, this social awareness बड़ी program है, this somehow has been put on the back burner। पहले 2 साल जो तुसी इन्हू promote कीता, STF initially I think it was in the limelight, for all of a sudden आज कई दिनों के बाद बड़ी program का नाम सुन रहे हैं, somehow it has gone out of focus। it has to be maintained in a persistent and consistent way sir। ਇਹਨੂੰ ਛੱਡ ਨਹੀਂ ਸਕਦੇ। this peer pressure, ਸਾਡੇ ਕੋਲ ਸੈਕਟਰ ਸਾਹਿਬ ਬੈਠੇ ਹਾਇਰ ਐਜੂਕੇਸ਼ਨ ਦੇ, even in school level also it is this peer pressure which has to be brought in, and that cannot be done in a better way than through the body programs। but ਇਹਨਾਂ ਨੂੰ ਵੀ ਮੈਂ ਆਫੀਸਰ ਸਾਹਿਬਾਨ ਨੂੰ ਸੁਣ ਰਿਹਾ ਸੀ, was very involved, ਜਿਹੜਾ ਡੋਪਾਮੀਨ ਤੇ ਇਹਨਾਂ ਦੀ ਗੱਲ ਕਰ ਰਹੇ ਸੀ, at least is involved in it। ਤੇ ਮੁੰਡਿਆਂ ਨੂੰ ਸਾਰਿਆਂ ਨੂੰ ਅਸੀਂ अपने तौर पर अबोर च आई कैन टेल यू, असी एक प्रोग्राम कई साल पहला चालू किया सी, नशे से दूर खेलों की ओर। वी हैव टू एंगेज दैम। मैं एक बच्ची का बयान सुन रहा सी दैट वी हैव टू एंगेज देयर एनर्जीज इन अ पॉजिटिव वे, इन अ कंस्ट्रक्टिव वे। ਉਹਦੇ ਵਾਸਤੇ ਸਾਡਾ ਸਕੂਲ ਐਜੂਕੇਸ਼ਨ ਸਿਸਟਮ, ਸਪੋਰਟਸ ਡਿਪਾਰਟਮੈਂਟ ਐਂਡ ਈਵਨ ਹੈਲਥ ਡਿਪਾਰਟਮੈਂਟ ਹੈਵ ਟੂ ਕਮ ਟੁਗੇਦਰ। ਐਂਡ ਆਈ ਕੰਗ੍ਰੈਚੁਲੇਟ ਯੂ ਐਂਡ ਥਰੂ ਯੂ ਯੂਰ ਐਡਮਿਨਿਸਟ੍ਰੇਸ਼ਨ। ਜਿਹੜੇ ਗੈਂਗਸਟਰਸ ਪਕੜੇ ਆ ਸਾਹਿਬ, these gangsters are also involved in, ਜਿੱਥੇ ਫਿਰੋਤੀਆਂ ਵਾਲਾ ਕੰਮ ਕਰਦੇ ਉੱਥੇ ਨਸ਼ੇ ਵਾਲਾ ਕੰਮ ਵੀ ਕਰਦੇ ਆ, ਔਰ ਇੰਟਰ ਰਿਲੇਟਡ। lot of ਜਿਹੜਾ ਗੈਂਗਸਟਰ ਕਲਚਰ ਹੈ ਆ ਵੀ ਉਦੋਂ ਦੀ ਦੇਣ ਹੈ।
ਸਾਨੂੰ ਨਸ਼ਾ ਦੇ ਕੇ ਗਏ, ਪੁਰਾਣੀ ਜਿਹੜੀ ਰਜੀਮ ਸੀਗੀ ਸਾਨੂੰ ਬਦਨਾਮੀ ਦੇ ਕੇ ਗਏ। ਸਾਡੇ ਨਾਲ ਜਿਹੜਾ ਕਲੰਕ ਸਾਡੇ ਮੱਥੇ ਦੇ ਉੱਤੇ, ਸਾਡੇ ਮੱਥੇ ਤੇ ਲੱਗਿਆ, ਕਾਲਜੇ ਤੇ ਲੱਗਿਆ ਬੇਅਦਬੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਤੇ ਸਾਡੇ ਮੁੰਡਿਆਂ ਦੇ ਭਵਿੱਖ ਦੇ ਉੱਤੇ ਆ ਨਸ਼ੇ ਵਾਲਾ ਜਿਹੜਾ ਕਲੰਕ ਲਾ ਕੇ ਗਏ ਹੈ। ਆਈ ਥਿੰਕ ਇਹਨੂੰ ਅਗਰ ਕੋਈ ਜੜੋਂ ਕੱਢ ਸਕਦਾ, ਇਟ ਇਜ਼ ਯੋਰ ਏਬਲ ਲੀਡਰਸ਼ਿਪ ਐਂਡ ਯੋਰ dedication to it ਵੀ ਅਸੀਂ ਇਸ ਕੋਡ ਨੂੰ ਖਤਮ ਕਰਨਾ ਹੈ। ਸੋ ਲੈਟਸ ਰਿਜ਼ੋਲਵ ਔਨ ਦਿਸ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ ਵੀ ਅਸੀਂ ਸਾਰੇ ਮਿਲ ਕੇ ਸਾਰਾ ਪੰਜਾਬ ਉੱਡਦੇ ਪੰਜਾਬ ਤੋਂ ਇਹਨੂੰ ਵਾਪਸ ਰੰਗਲਾ ਪੰਜਾਬ ਬਣਾਵਾਂਗੇ। ਇਹਨਾਂ ਮਗਰਮੱਛਾਂ ਤੋਂ DGP ਸਾਹਿਬ ਮੈਂਸ਼ਨਡ ਅਬਾਊਟ ਬਿਗ ਫਿਸ਼, ਬਟ ਦੇयर इज ਅਨਦਰ ਕੈਟੇਗਰੀ ਆਲਸੋ ਸਾਹਿਬ, ਲੋਕ ਮਗਰਮੱਛਾਂ ਤੋਂ ਵੀ ਬਹੁਤ ਡਰਦੇ ਹੈ। ਇਹਨਾਂ ਤੋਂ ਵੀ ਖਹਿੜਾ ਛੁਡਾਈਏ। ਮਗਰਮੱਛਾਂ ਦੀ ਜਿਹੜੀ ਜਗ੍ਹਾ ਹੈ ਦੈਟ ਇਜ਼ ਓਨਲੀ ਬਿਆਸ ਦਰਿਆ 'ਚ ਮਿਲਣ ਤਾਂ ਮਿਲਣ, ਪੰਜਾਬ ਦੇ ਸੜਕਾਂ ਤੇ ਨਾ ਮਿਲ। ਲੈਟਸ ਇੰਸ਼ੋਰ ਦੈਟ ਐਂਡ ਆਈ ਕੰਗ੍ਰੈਚੁਲੇਟ ਯੂ ਐਂਡ ਆਈ ਐਕਸਪ੍ਰੈਸ ਮਾਈ ਫੇਥ ਵੀ ਅਸੀਂ ਤਗੜੇ ਹੋ ਕੇ ਪੰਜਾਬ ਦੇ ਲੋਕ ਇਸ ਮਸਲੇ ਨੂੰ ਖਤਮ ਕਰਾਂਗੇ। ਜੈ ਹਿੰਦ ਸਰ। ਥੈਂਕ ਯੂ ਸੁਨੀਲ ਜੀ। Sir, another thing, if with your permission, I would like to mention something that was on my mind and forgot. Please, sir. ਸਿੱਧੂ ਸਾਹਿਬ, sorry, ਮੈਂ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ, ਤੁਸੀਂ ਵਰਡ ਇਸਤੇਮਾਲ ਕੀਤਾ ਅਮਲੀ। ਸਭ of late there has been a discussion, ਸਾਡੀ ਜਿਹੜੀ ਪੋਲੀਟੀਕਲ ਜਮਾਤ ਹੈ for sake of ਚੰਦ ਵੋਟਾਂ ਲੈਣ ਵਾਸਤੇ ਬਾਰ-ਬਾਰ ਇੱਕ ਗੱਲ ਆ ਜਾਂਦੀ ਹੈ ਜੀ, ਸਾਨੂੰ ਅਫੀਮ ਦੀ ਖੇਤੀ ਕਰਨ ਦਿਓ ਜੀ, ਅਫੀਮ ਦੇ ਠੇਕੇ ਖੋਲ ਦਿਓ ਜੀ, ਪੋਸਟ ਦੇ ਠੇਕੇ ਖੋਲ ਦਿਓ ਸਾਹਿਬ। ਸਭ ਲੈਟਸ ਪੁੱਟ ਐਨ ਐਂਡ ਟੂ ਇਟ ਵਨਸ ਐਂਡ ਫॉर ਆਲ। ਲੈਟ ਦੀਜ਼ ਪੀਪਲ ਬੀ ਐਕਸਪੋਜ਼ਡ। ਖੁੱਲ ਕੇ ਬੋਲੋ, ਇਹਨਾਂ ਨੂੰ ਇੱਕ ਡਿਸਕਸ਼ਨ ਸੈਮੀਨਾਰ ਕਰਵਾ ਲਓ, ਸੈਸ਼ਨ ਬੁਲਾ ਲਓ। ਲੈਟ ਦੀਜ਼ ਪੀਪਲ ਬੀ ਐਕਸਪੋਜ਼ਡ। ਦੇ ਕੈਨ ਨਾਟ ਬੀ ਅਲਾਉਡ to meddle with the future of our state sab. This cannot be permitted sab. I am opposed to it, but एक ਅਸੀਂ ਲੋਕਤੰਤਰ 'ਚ ਬੈਠੇ ਹਾਂ। ਮੈਂ ਕਈ ਜਿਹੜੇ ਰਾਜਨੀਤਿਕ ਲੋਕ ਹੈ ਜਿਨ੍ਹਾਂ ਦੀ ਮੈਂ ਬੜੀ ਕਦਰ ਕਰਦਾ, ਬੜੇ ਸੂਝਵਾਨ ਹੈ, but I don't know how they are influenced in this direction. ਇਸ ਮਸਲੇ ਤੇ ਇੱਕ ਪੂਰੀ ਡਿਬੇਟ ਕਰਾਓ ਸਾਹਿਬ। let them be exposed, let them come out in the open. ਆ ਕਬਰ ਵਾਲੇ ਜਿਹੜੇ ਬੈਠੇ ਹਨ ਅੰਦਰ ਬੈਠ ਕੇ ਅੰਦਰੋਂ ਮਾਰ ਕਰ ਰਹੇ ਹੈ, ਇਹਨੂੰ ਖਤਮ। ਜਿਹੜੇ ਅਮਲੀ ਹੈ let them be called ਵੀ ਅਸੀਂ ਅਮਲ ਦੇ ਨਾਲ ਖੜੇ, ਅਸੀਂ ਅਮਲੀ ਦਲ ਬਣਾ ਦਿਓ ਉਹਨਾਂ ਨੂੰ। but this cannot be allowed to keep doing it sir. so my request to you is ਇਸ ਤੇ ਗੌਰ ਕਰਕੇ how do you get a discussion going in political sphere ਵੀ ਇਹਦੇ ਤੇ ਨਿਬੇੜਾ ਕਰੀਏ, ਕਿਉਂ ਮੁੰਡਿਆਂ ਨੂੰ ਮਾਰਨ ਤੇ ਤੁਰਿਆ। sorry for interrupting again sir. thank you ਸੁਨੀਲ ਜੀ। ਸਰ, ਜਿਹੜਾ ਅੱਜ ਡਰੱਗਸ ਦੀ ਡਿਸਟਰਕਸ਼ਨ ਹੋਣੀ ਹੈ ਉਹਦਾ ਅੰਮ੍ਰਿਤਸਰ ਤੋਂ ਲਾਈਵ ਵਿਊ ਮੈਂ ਰਿਕੁਐਸਟ ਕਰਾਂਗਾ, ਉਹਨੂੰ ਸਰ ਇਨੀਸ਼ੀਏਟ ਕਰਨ ਦੀ ਸਰ ਪ੍ਰਵਾਨਗੀ ਦੇਣ। ਪਲੀਜ਼ ਕਰੋ ਰਾਓ। ਪਲੀਜ਼ ਕੈਰੀ ਔਨ ਐਂਡ ਡੂ ਦਾ ਲਾਈਵ ਡੈਮੋ ਪਲੀਜ਼। ਡੇ ਅਗੇਂਸਟ ਡਰੱਗ ਅਬਿਊਜ਼ ਵਾਲੇ ਦਿਨ ਮਾਨਯੋਗ ਚੀਫ ਮਿਨਿਸਟਰ ਆਫ ਪੰਜਾਬ ਜੀ ਨੇ ਜਿੰਨਾ ਵੀ ਅਸੀਂ ਪਿਛਲੇ ਕੁਝ ਦਿਨਾਂ ਵਿੱਚ ਨਸ਼ੀਲਾ ਪਦਾਰਥ ਜਿਹੜਾ ਉਹ ਰਿਕਵਰ ਕੀਤਾ ਸੀਗਾ ਉਸ ਨੂੰ ਡਿਸਟਰਾਏ ਕਰਨ ਦੀ ਹਰੀ ਝੰਡੀ ਦਿੱਤੀ ਹੈ। ਅਸੀਂ ਹੁਣ ਜੋ ਇਹ ਮਾਲ ਹੈ ਡਿਸਟਰਾਏ ਕਰਨ ਜਾ ਰਹੇ ਹਾਂ। ਡਿਸਟਰਾਏ ਕਰਦੇ ਨਾਲ ਹੀ ਆ ਕੱਪੜਾ ਸਾਰਾ ਹੀ ਕੱਟੋ 8900 ਕੱਟੋ। ਉਹ ਵੀ ਚੀਜ਼ ਦੇ ਬੱਚੇ ਇਹਨੂੰ ਫੜ ਕੇ ਨਾ ਰਾਜ ਫੜੋ ਉਹ ਬਰਾਬਰ ਇੱਕ ਤੇ ਲਿਆਓ ਦਾ ਜਿਆਦਾ ਪਰ ਮਾਰ ਸਾਡੀ ਕਰੋ ਦੀ ਚਰਚਾ ਥੱਲੇ ਨਹੀਂ ਜਾਮੋ तो ज़्यादा पड़ गया था ना कुछ ब्लॉक करके।
300 ग्राम। हाँ मैं आता 4 बजे और एक रूम पास डब्बे समेत ओके तोड़ लो 3 किलो 300 ग्राम हौली हौली चुकना पैना बेटा हौली हौली सर वहीं पर फेंक देते हैं आभा कर दीजिए खाली कर दीजिए कोई बात कर दो पैंट कर दो ਸਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਅਹਿਮ ਹਿੱਸਾ ਇਹ ਹੈ ਕਿ ਜਿਹੜੇ ਸਾਡੇ ਫਲੈਗ ਬੈਰੀਅਰਸ ਨੇ ਸਕੂਲ ਦੇ ਔਰ ਕਾਲਜਾਂ ਦੇ ਬੱਚੇ ਇੱਕ ਮੈਸਿਵ 1 ਵੀਕ ਸਟੇਟ ਵਾਈਡ ਅਵੇਅਰਨੈਸ ਡਰਾਈਵ एजुकेशन महकमा स्कूल और एजुकेशन महकमा हायर एजुकेशन लॉन्च कर रहे हैं। सो मैं बेनती करदा सर तुसी इसनू लॉन्च करने की प्रवानगी दो सर। प्लीज करो। सर मैं हुण बेनती करांगा कि आप जी हुण अपने विचार सारिਆਂ ਦੇ ਨਾਲ ਸਾਂਝੇ करो सर। थैंक यू राहुल। साडे कांग्रेस के प्रधान साहब सुनील जाखड़ जी, मिनिस्टर साहिबान, MLA साहिबान, चीफ सैकटरी साहिबा, पंजाब गवर्नमेंट के ऑफिसर साहिबान, मुलाजम साहिबान, DGP साहब, उन्होंने सारे पुलिस ऑफिसर्स, NGOs ते जवान और होर भी अज जेड़े अज तुसी इस गल नूं इत्थे प्रोग्राम नूं देख रहे हो, पंजाब दे वक्-वक् जगह 'च अपनी स्क्रीनां लाइयां होईयां ने, स्कूलां कॉलेजेस बच्चे देख रहे ने, पिंडां दे विच लोग देख रहे ने। तुहानूं सारिआं नूं बहुत बहुत मैं धन्नवादी है कि तुसी अज इस प्रोग्राम दे विच शामिल होए हो। और मैं थोड़ा ਜਿਹੜੀ बहुत साल पहला सीखिया सी कि असी इस नशे का लक तोड़ांगे, वो लक तोड़न की शुरुआत हो गई काफ़ी देर पहला, लेकिन अज जिथे असी पहुँचे हैं और अज दिन यह जा जिहदे ते असी ये कर रहे हैं कि इंटरनेशनल डे अंतरराष्ट्र विच एक दिन मनाया जाता है हर साल, जिथे नशिਆਂ के खिलाफ और नशे बेचण वालिਆਂ के खिलाफ कदम चक्के जाते हैं और जो भी उन्होंने कदम वगैरह बनाने ने ये अपनी अपनी सरकारां बनाउंदियां ने। अज उस दिन ते तुसी अज पहली बार बना कदम तो करदे आए हो, लेकिन लोगों के सामने अज तुसी ये नशिਆਂ नूं अज जिहड़ा फूकिया है, मैं समझदा एक शुरुआत हुई और ये मैं आस करदा है कि होर फड़े जान और ज्यों फड़े जान इसनूं डिस्ट्रॉय करते रही आपां, ताकि बच्चों की जाना और अपने परिवारों को आप बचा सकीए। अज DGP साहब ने क्या, पहला मैं एक गल कहना चाहना कि शुरुआत मैं की थी एक स्पैशल टास्क फोर्स बनाया सी। हरप्रीत सिद्धू जी साढ़े DGP ADGP दे अधीन
ਉਹਨਾਂ ਨੂੰ ਮੈਂ ਸਪੈਸ਼ਲੀ ਲਿਆਇਆ ਸੀ ਛੱਤੀਸਗੜ੍ਹ ਤੋਂ, ਔਰ ਉਹਨਾਂ ਨੂੰ ਇਹ ਟਾਸਕ ਦਿੱਤਾ ਸੀ ਕਿ ਤੁਸੀਂ ਇਹ ਕੰਮ ਕੀਤਾ ਹੈ, ਕਰਨਾ ਹੈ। ਔਰ ਉਹਨਾਂ ਨੇ ਇੱਕ ਟੀਮ ਬਣਾਈ ਹੈ, ਔਰ ਉਸ ਟੀਮ ਨੇ ਅੱਜ ਸ਼ੁਰੂਆਤ ਕੀਤੀ ਸੀ ਇਹ ਬੜੀ ਪ੍ਰੋਗਰਾਮ ਕੋਵਿਡ ਸੈਂਟਰਸ। ਇੱਕ ਪਾਸੇ ਇਹਦੀ ਕਾਨੂੰਨੀ ਤੌਰ 'ਤੇ ਇਹਦਾ ਸਾਹਮਣਾ ਕਰਨਾ, ਔਰ ਦੂਜੇ ਪਾਸੇ ਉਹ ਬੱਚੇ ਜਿਹੜੇ ਫਸੇ ਹੋਏ ਨੇ ਇਹਦੇ ਵਿੱਚ ਉਹਨਾਂ ਨੂੰ ਉਸ ਤੋਂ ਕੱਢਣਾ। ਇਹ ਸਾਰਾ ਕੁਛ ਉਸ ਟੀਮ ਨੇ ਕੀਤਾ ਸੀ। ਅੱਜ ਉਹ ਨਹੀਂ ਹੈ, ਉਰੇ ਬਾਹਰ ਗਏ ਹੋਏ ਨੇ, ਲੇਕਿਨ ਉਹਨਾਂ ਦੀ ਟੀਮ ਉਰੇ ਸੁਣਦੀ ਹੋਊਗੀ ਜ਼ਰੂਰ। ਮੈਂ ਤੁਹਾਡਾ ਧੰਨਵਾਦੀ ਹਾਂ, ਔਰ ਮੈਂ ਪੰਜਾਬ ਪੁਲਿਸ ਦਾ ਧੰਨਵਾਦੀ ਹਾਂ, ਕਿਉਂਕਿ ਇਹ ਗੱਲਾਂ ਚਾਹੇ ਟਾਸਕ ਫੋਰਸ ਆਪਾਂ ਬਣਾਈਏ, ਲੇਕਿਨ ਜਦੋਂ ਤਾਈਂ ਸਾਰੇ ਇਹਦੇ ਵਿੱਚ ਹਿੱਸਾ ਨਹੀਂ ਪਾਉਣਗੇ ਇਹ ਕਾਮਯਾਬ ਨਹੀਂ ਹੋ ਸਕਦੀ। ਆਪਾਂ ਨੂੰ ਹਰ SHO ਦੀ ਲੋੜ ਹੈ, ਹਰ ਡਿਸਟ੍ਰਿਕਟ ਦੀ ਲੋੜ ਹੈ, ਹਰ ਪੁਲਿਸ ਫੋਰਸ ਦੀ ਇੰਟੈਲੀਜੈਂਸ ਵਾਲਿਆਂ ਦੀ ਲੋੜ ਹੈ, ਜਿਹੜੇ ਸਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਇੱਥੇ ਕਿੱਥੇ ਆਪਣੇ STF ਦੇ ਨਾਲ ਜੁੜ ਕੇ STF ਉਹਨਾਂ ਤੋਂ ਸਭ ਕੁਝ ਲੈ ਸਕਦੀ ਹੈ ਇਨਫੋਰਮੇਸ਼ਨ ਵਗੈਰਾ, ਤਾਂ ਹੀ ਇਹ ਗੱਲ ਚੱਲਦੀ ਹੈ। ਦੇਖੋ ਅੱਜ ਇਹ ਜਿਹੜਾ ਨਸ਼ਾ ਹੈ ਦੁਨੀਆ ਦੇ ਵਿੱਚ ਫੈਲਿਆ ਹੋਇਆ, ਤਾਂ ਹੀ ਇੰਟਰਨੈਸ਼ਨਲ ਡੇ ਰੱਖਿਆ ਹੋਇਆ। ਦੇਖੋ ਸਕਰੀਨ ਦੇ ਉੱਪਰ ਆ ਰਿਹਾ ਇੰਟਰਨੈਸ਼ਨਲ ਡੇ, ਔਰ ਇਸ ਨੂੰ ਖਤਮ ਕਰਨ ਨੂੰ ਸਰਕਾਰਾਂ ਲੱਗੀਆਂ ਹੋਈਆਂ ਨੇ। ਕਿਤੇ ਕਿਤੇ ਤਾਂ ਸਾਊਥ ਅਮਰੀਕਾ ਵਿੱਚ ਮੁਲਕਾਂ ਨੂੰ ਚਲਾਉਂਦੇ ਨੇ ਨਸ਼ੇ ਵਾਲੇ। ਸੈਂਟਰਲ ਅਮਰੀਕਾ ਇੱਕ ਪਿਕਟਿੰਗ ਵਾਲਾ ਏਰੀਆ ਹੋ ਗਿਆ ਜਿੱਥੇ ਨਸ਼ਿਆਂ ਦਾ ਵਿਕਾਊ ਵਗੈਰਾ ਹੁੰਦਾ ਹੈ। ਕਿੰਨੇ ਸਾਲਾਂ ਤੋਂ ਅਮਰੀਕਾ ਲੱਗੀ ਹੋਈ ਹੈ ਕਿ ਇਸ ਨੂੰ ਖਤਮ ਕੀਤਾ ਜਾਵੇ, ਲੇਕਿਨ ਨਹੀਂ, ਇਹਦੇ ਪੈਸਾ ਬਹੁਤ ਹੈ, ਔਰ ਤਾਂ ਹੀ ਸਾਰੇ ਮੁਲਕਾਂ ਦੇ ਵਿੱਚ ਫੈਲ ਗਿਆ। ਆਪਾਂ ਤਾਂ ਇੱਕ ਛੋਟਾ ਜਿਹਾ ਹਿੱਸਾ ਹੈ ਦੁਨੀਆ ਦਾ, ਪੰਜਾਬ ਤਾਂ ਕੁਛ ਵੀ ਨਹੀਂ, ਹਿੰਦੁਸਤਾਨ ਦਾ 2% ਦੀ ਧਰਤੀ ਵੀ ਨਹੀਂ ਸਾਡੀ, ਲੇਕਿਨ ਆਪਾਂ ਆਪਣੇ ਤੌਰ 'ਤੇ ਜੋ ਹਿੱਸਾ ਪਾ ਸਕਦੇ ਹਾਂ ਆਪਾਂ ਪਾ ਰਹੇ ਹਾਂ। ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਾਡੀ ਗਵਰਨਮੈਂਟ, ਸਾਡੇ ਮੁਲਾਜ਼ਮ, ਚਾਹੇ ਉੱਪਰ ਤੋਂ ਲੈ ਕੇ ਨੀਚੇ ਤੱਕ, ਸਾਰਿਆਂ ਨੇ ਆਪਣਾ ਹਿੱਸਾ ਪਾ ਕੇ ਇਸ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ, ਔਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਾਂ ਇੱਥੇ ਕਿਤੇ ਸਿਰੇ ਪਹੁੰਚ ਰਹੇ। ਇਹ ਨਹੀਂ ਕਿ ਇਸ ਨੇ ਗੱਲ ਇਹ ਖਤਮ ਹੋ ਜਾਣਾ ਹੈ, ਇਸ ਲਈ ਕਿਉਂਕਿ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ। ਉਹ ਸਾਨੂੰ ਪਹਿਲਾਂ ਭੇਜਦਾ ਸੀ, ਸੁਰੰਗਾਂ ਕੱਢ ਕੇ ਥੱਲਿਓਂ ਭੇਜ ਦਿੰਦੇ ਸੀ, ਫਿਰ ਨਦੀ ਟੱਪ ਜਾਂਦੇ ਸੀ। ਹੁਣ ਡਰੋਨ ਚੱਲਣ ਲੱਗੇ, ਹੈਰੋਇਨ ਸਿੱਟਦੇ ਨੇ, ਹਥਿਆਰ ਸਿੱਟਦੇ ਨੇ, ਇਹ ਸਭ ਕੁਝ ਕਰਦੇ ਨੇ ਔਰ ਕਰਦੇ ਰਹਿਣਗੇ। ਇੱਕ ਮੁਲਕ ਇਹੋ ਜਿਹਾ ਘਟੀਆ ਸੋਚ ਦਾ ਮੁਲਕ ਹੈ ਜਿਹੜਾ ਸਾਡੇ ਮੁਲਕ ਦੇ ਨਾਲ ਟਾਕਰਾ ਲੈਣਾ ਚਾਹੁੰਦਾ। ਇਹਨਾਂ ਨੂੰ ਪਤਾ ਲੱਗ ਜੂ ਜਦੋਂ ਲੈਣਗੇ, ਲੇਕਿਨ ਉਸ ਤੋਂ ਪਹਿਲਾਂ ਇਹ ਜਿਹੜਾ ਕੁਝ ਕਰਨਾ ਚਾਹੁੰਦੇ ਨੇ, ਖਰਾਬ ਸਾਡੇ ਪੰਜਾਬ ਨੂੰ ਕਰਨਾ ਚਾਹੁੰਦੇ ਨੇ। ਕਿਉਂ? ਕਿਉਂਕਿ ਪੰਜਾਬ ਇੱਕ ਉਹਨਾਂ ਦਾ ਗੁਆਂਢੀ ਮੁਲਕ ਹੈ, ਔਰ ਅਗਰ ਕੋਈ ਜੰਗ ਹੋਊਗਾ ਇੱਧਰਲੇ ਪਾਸੇ ਹੋਊ। ਔਰ ਇਸ ਲਈ ਵੀ ਕਿ ਇੱਥੋਂ ਪੰਜਾਬ ਦੀ ਧਰਤੀ ਤੋਂ ਜਿਹੜੇ ਸਾਡੇ ਬੱਚੇ ਫੌਜ ਦੇ ਵਿੱਚ ਜਾਂਦੇ ਨੇ ਉਹ ਖਰਾਬ ਹੋਣ, ਤਾਂ ਕਿ ਉਹਨਾਂ ਦਾ ਫਾਇਦਾ ਇਸ 'ਚ ਹੋਏ ਲੰਬੀ ਤੌਰ 'ਤੇ। ਨੂੰ ਪਤਾ ਕਿੰਨੀ ਰੈਜੀਮੈਂਟਾਂ ਦੇ ਵਿੱਚ ਸਾਡੇ ਪੰਜਾਬੀ ਜਾਂਦੇ ਨੇ। ਮੇਰਾ ਖਿਆਲ ਇੰਨੇ ਪੰਜਾਬੀ ਜਿੰਨੇ ਸਾਡੇ ਡੋਗਰਾ ਰੈਜੀਮੈਂਟ ਹੋਏ, JNK ਰੈਜੀਮੈਂਟ ਹੋਏ, ਸਾਡੇ ਸਿੱਖ ਰੈਜੀਮੈਂਟ ਹੋਏ, ਸਿੱਖ ਲਾਈ ਹੋਏ, ਪੰਜਾਬ ਰੈਜੀਮੈਂਟ ਹੋਏ, ਸਾਰਿਆਂ ਦੇ ਵਿੱਚ ਪੰਜਾਬੀ ਆਪਣੇ ਤੋਪਖਾਨੇ ਦੇ ਵਿੱਚ, ਆਪਣੇ ਕੈਵਲਰੀ ਦੇ ਵਿੱਚ, ਜਿਹੜੇ ਟੈਂਕਾਂ ਦੇ ਵਿੱਚ, ਸਾਰੇ ਕਿਤੇ ਸਾਡੇ ਬੰਦੇ। ਅਗਰ ਆਪਣੇ ਪੰਜਾਬ ਜਵਾਨੀ ਖਰਾਬ ਹੋ ਜੂਗੀ ਤਾਂ ਫਿਰ ਆਪਣੇ ਦੇਸ਼ ਦੀ ਸੁਰੱਖਿਆ 'ਤੇ ਅਸਰ ਪੈਂਦਾ। ਅੱਜ DGP ਸਾਹਿਬ ਨੇ ਸਾਨੂੰ ਬੜੇ ਆંકੜੇ ਦਿੱਤੇ ਨੇ ਕਿ ਆਪਾਂ ਨੇ 45,800 ਆਪਣੇ ਤਾਂ ਕੇਸਿਸ ਰਜਿਸਟਰ ਕੀਤੇ ਨੇ NDPS ਐਕਟ ਦੇ ਅਧੀਨ। 60,000 ਦੇ ਕਰੀਬ ਸਮਗਲਰ, ਸਪਲਾਇਰਸ ਜਿਹੜੇ ਕਰਦੇ ਨੇ ਉਹ ਫੜੇ ਹੋਏ ਨੇ ਅਸੀਂ। ਔਰ ਉਹ ਸਿਰਫ ਇਹ ਨਹੀਂ ਕਿ ਜਿਹੜੇ ਫੜੇ ਨੇ ਇੱਥੇ ਛੋਟੇ, ਇਹਦੇ ਵਿੱਚ 421 ਤਾਂ ਵੱਡੇ, ਜਿਹੜੇ ਵੱਡੇ ਪੈਮਾਨੇ ਦੇ ਵਿੱਚ 2 ਕਿਲੋ ਔਰ ਅਬਵ ਦੀ ਹੈਰੋਇਨ, 2 ਕਿਲੋ ਤੁਹਾਨੂੰ ਪਤਾ ਕਿੰਨਾ ਹੁੰਦਾ। ਅੱਜ ਜਿਹੜਾ ਤੁਸੀਂ 2100 ਕਿਲੋ ਹੈਰੋਇਨ ਜਿਹੜੀ ਅਸੀਂ ਇਹਨੂੰ ਫੂਕ ਰਹੇ ਹਾਂ ਔਰ ਖ਼ਤਮ ਕਰ ਰਹੇ ਹਾਂ, ਇਹ ਅਗਰ ਇਹ ਬਾਜ਼ਾਰ 'ਚ ਪਹੁੰਚਦੀ ਔਰ ਆਪਣੇ ਬੱਚਿਆਂ ਕੋਲ ਜਾਂਦੀ ਹੈ, ਤੁਹਾਨੂੰ ਪਤਾ ਇਹਦੀ ਕੀਮਤ ਕਿੰਨੀ ਹੋਣੀ ਸੀ, ਕਿੰਨੀ ਉਹ ਕਮਾਉਂਦੇ, ਔਰ ਕਿੰਨੇ ਸਾਡੇ ਲੋਕਾਂ ਤੋਂ ਆਪਣੇ ਪੈਸੇ ਲੈਂਦੇ। 4200 ਕਰੋੜ ਰੁਪਈਆ। ਕਿਤੇ ਤਾਂ ਮੈਂ ਸੁਣਿਆ ਕਿ ਇੰਨੇ ਨਸ਼ੇ ਦੇ ਵਿੱਚ ਅੜੇ ਹੋਏ ਨੇ ਬੰਦੇ, ਬੱਚੇ ਫਸੇ ਹੋਏ ਨੇ ਕਿ ਆਪਣੇ ਮਾਂ ਦੇ ਆਪਣੇ ਜੋ ਖਾਣੇ ਬਣਾਉਣ ਦੇ ਭਾਂਡੇ ਨੇ ਉਹ ਵੀ ਵੇਚ ਰਹੇ ਨੇ ਆਪਣੇ ਪੈਸੇ ਇਸ ਵਾਸਤੇ ਨੂੰ ਖਰੀਦਣ ਵਾਸਤੇ। ਕਿੱਥੇ ਪੰਜਾਬ ਦੀ ਗਿਰਾਵਟ ਆ ਗਈ। ਇਹ ਸਾਡਾ ਪੰਜਾਬ ਇੱਕ ਵਾਰ ਹੁਣ ਵੀ ਸੂਰਮਿਆਂ ਦੀ ਧਰਤੀ ਹੈ, ਲੇਕਿਨ ਇੱਕ ਵਾਰ ਇਹਦਾ ਨਾਮ ਸਾਰੇ ਕਿਤੇ ਹੁੰਦਾ। ਖੇਡਾਂ ਦੇ ਮੈਦਾਨ ਦੇ ਵਿੱਚ ਤੁਸੀਂ ਦੇਖ ਲਓ, ਜਿੱਥੇ ਵੀ ਜਾਓ ਸਾਡੇ ਲੋਕ ਹੁੰਦੇ ਸੀ।
और आ लोग ये पाकिस्तान वाले हो। और इतों सिर्फ इतों ही नहीं कि आप सुरगां दे नीचे जी तार लगी हुई है वो नीचे सुरग बना के करते हैं या इतों ड्रोन तो करते हैं। कांडला दे विचों समुंदर पारों 700 किलोग्राम उतों कांडला तो इतों पहुँचा सी खैरवन। चंबा दे विचों आउंदा है ਜਿਹੜੇ पाकिस्तान बॉर्डर के नाल इलाके लगते हैं। थोड़े को उड़ी जिथे फौज की पूरी उत्थे फूड साढ़े हिंदुस्तानी फौज तैनात है उत्थे वो स्मगलर आके इधर निकलते हैं। नेपाल तो आती है, दिल्ली तो आती है, दिल्ली कितों आती है, सारे कितों पहुँचती है इतने सारी दुनिया के और वो तो पंजाब के तो सानू इत्थे सख्ती करनी पऊ। मैं कोशिश की सी कि नाल दे गुआढ़ी साढ़े मुख मंत्रियों को असीं जोड़ीए। हिमाचल के मैंने सद्या, हरियाणे वाले सद्या, सारे कराया, दिल्ली वाले कहेगा, दिल्ली वाले तो नहीं आए पर उन्हें बंदे भेजते से कि आप कट्ठे होकर लड़ाई लईए। राजस्थान वाले भी आए से, राजस्थान का बॉर्डर खुला होंगे कि सारा तो नहीं है, तो बॉर्डर की पेट्रोलिंग करते रहना सारा दिन, थल्ले निकल जाते से उतों। तो ये गल्लां जिहड़ियां ने आपां नूं देखना पऊ कि आपां अपने पंजाब नूं किस तरीके नाल बचा सकांगे। एक तो ये पकड़ना, ये साड़ी STF और साड़ी पंजाब पुलिस बड़ी तगड़े तरीके नाल लगे और गुआढ़ी मुल्कां दे नाल गुआढ़ी सूबे दे नाल भी उन्हां दी गलबात चलदी है। असीं बाहर भी फड़े हैं जिहड़े बहुत ही वड्डे गैंगस्टर ने। देखो हुण गैंगस्टरिज्म आपां दी गल करदे हैं, गैंगस्टरिज्म की है? गैंगस्टरिज्म जो कानून तोड़न हथियार चक लैंदे ने, वो नारकोटिक्स वाले ड्रग वाले जोड़े नशे बेचते हैं उन्होंने जुड़े होंगे ने और नाले टैररिज्म दे विच जुड़े होंगे ने। पाकिस्तान में इससे ज़्यादा क्या खुशी हो सकती है? नारको टैररिज्म बढ़ाना इत्थे और इत्थे हथियार भेजने और वो इत्थे तुसीं नशे भेजने ताकि साड़ी बर्बादी हो जाए और ना नशे जोड़े निकल जाते हैं उन्होंने बेच के होर हथियार खरीद लेंदे ने, होर चीज़ां करते हैं इत्थे गड़बड़ करन दियां। ये तो इन्होंने करना ही करना है, इन्हों का सोच ही यही है। लेकिन इतों ਜਿਹੜੇ ਬਾਹਰੋਂ ਇੱਥੇ ਭੇਜ ਰਹੇ ਸੀ, ਤੁਹਾਨੂੰ पता है किन्ने फंड, 2 तो बंदे ਅਸੀਂ फड़ लिया है। आ लो 2 बंदे साढ़े को ਇੱਥੇ ਅਸੀਂ फड़ के इतों एक आर्मीनिया तो आया और एक आया UAE तो। इस तो अलावा साढ़े को 7 गैंगस्टर्स ने इंटरनेशनल लेवल ने। सुखप्रीत बुड्ढा ਜਿਹੜੇ आ चुके ने और गैंगस्टर ਜਿਹੜੇ डिपोर्टिंग वास्ते इंतजार कर रहे हैं, असी कोशिश कर रहे हैं उन्होंने डिपोर्ट करने की। ये दो बंदियां का नाम जोड़ा है ये सुखप्रीत बुड्ढा और सुख टिकरवाड़ और दूसरे गैंगस्टर जोड़े डिपोर्टेशन वास्ते असी हुण उन्हां दा प्रबंध कर रहे हैं लियाउण दा। गौरव पटियाल आर्मीनिया दे विच जेल दे विच है और रमनजीत रोमी जिहड़ा सारे गैंगस्टर्स नूं हैंडल करदा है वो हांगकांग तो चीन दे विच उत्थे है। चीन दे असीं बड़ी पिछे पे है कि इहनूं वापस भेजो साडे पंजाब। हिंदुस्तान की सरकार भी कोशिश कर रही है अपने एजेंसियां राहीं और असीं भी कर रहे हैं। और जिहड़े इस वेले बैठे ने बाहर, हैरी चट्ठा पोर्चुगल दे विच बैठा है और गगन हथौर आस्ट्रेलिया दे विच बैठा है। और इस तो इलावा क्या कल अखबार च तुसीं सारिआं नूं पढ़िआ इत्थे कैनेडा दे विच पता नहीं किन्ने बंदे कनेरिया पुलिस ने फड़े, वो 7-8 अपने पंजाबी, सारे किते पंजाबी ये बस। इन्होंने शर्म नहीं आती कि तुसीं अपने बच्चों को इत्थे खराब करते हो, तुसीं एक नवी पीढ़ी खराब करते हो। इस वेले पंजाब की आब हवा खराब करते हो और मदद किहदी हुंदी है? इस पाकिस्तान की तुसीं दोस्त हो, तुसीं चाहुंदे हो कि साडा इत्थे बेड़ा गर्क होवे साडे पंजाब दा। शर्म होनी चाहिए है इन्हां नूं जिहड़े इह जी गल करते हैं। मैनूं कदे कदे मैं सोचदा जम्मे भी असीं अपने पिंडां दे विच, रिश्तेदार उन्होंने पिंडां, बच्चे उन्होंने पिंडां च, और तुसीं फिर अपने तबाह कर रहे हो। इत्थे गैंगस्टर्स अज चल रहे ने हरियाणे च, राजस्थान दे विच, दिल्ली दे विच सोफिस्टिकेटेड आर्म्स आए ने। वख-वख टैररिस्ट ऑर्गेनाइजेशनां दे नाल उन्होंने अपना आर्म समगलिंग का भी काम शुरू किया है। और अज जिहड़े कुछ दिन असी वैपन्स की रिकवरी की है और ड्रग्स की रिकवरी की है। ये जिहड़ा टैररिस्ट गैंगस्टर समगलर नैक्सस मैं कह रहा तिन्हां दा एक गठजोड़ जिहड़ा बनया होया है, ये साडे पंजाब वास्ते बहुत जरूरी है कि असी इहदा सामना करिए। करें असी बहुत लोग फड़े ने, लेकिन ये हटदा नहीं जदों ताईं अंतरराष्ट्रीय पद्धर ते या मुल्क अपना देश की हुकूमत
इस पाकिस्तान ਨੂੰ ਕਾਬੂ नहीं करती, ਇਹਨਾਂ ने करना ही करना है। और ਆਪਾਂ ਨੂੰ ਇਹਦਾ ਆਪਾਂ ਨੂੰ ਧਿਆਨ ਰੱਖਣਾ ਪਊ ਸਾਨੂੰ। ਇੱਕ ਤਾਂ ਜਿਹੜੇ ਇਹਨਾਂ ਨੇ ਆਪਣੇ ਕਾਨੂੰਨੀ ਅਵਸਥਾ ਦੇ ਵੱਲੋਂ ਅਸੀਂ ਕਰ ਰਹੇ ਹਾਂ, ਉਹ ਤਾਂ ਇੱਕ ਗੱਲ ਹੈ। ਦੂਸਰੇ ਜਿਹੜੇ ਫਸੇ ਹੋਏ ਨੇ ਬਿਮਾਰੀ 'ਚ, ਇਸ ਮੁਸੀਬਤ ਦੇ ਵਿੱਚ, ਉਹਨਾਂ ਦੇ ਵਾਸਤੇ ਸਾਨੂੰ ਓਟ ਸੈਂਟਰ, ਡੀਡਿਕਸ਼ਨ ਸੈਂਟਰ, ਇਹ ਜਿਹੜੇ ਅਸੀਂ ਕੀਤੇ ਹੋਏ ਨੇ ਜਾਂ ਬੜੀ ਪ੍ਰੋਗਰਾਮਸ ਹੈ, ਇਹ ਸਾਰਾ ਕੁਝ ਚੱਲ ਰਿਹਾ ਸੀ। ਔਰ ਇਹ ਤੁਸੀਂ ਅੱਜ ਸਕਰੀਨ 'ਤੇ ਦੇਖਿਆ ਕਿ ਕੀ ਸਾਡੇ ਬੱਚੇ ਕਹਿ ਰਹੇ ਨੇ, कैसे बॉडी प्रोग्राम चलते हैं, टीचर दसते हैं कि स्कूलों के कुछ हो रहा है। तो ये बॉडी प्रोग्राम असी लॉन्च किया 2 अक्तूबर 1918 ये भी STF की एक सोच सी और 1,30,000 बॉडीज इन्हों की नियुक्ति की गई सी। इस तो अलावा 37 लाख स्टूडेंट्स का एक बड़ी ग्रुप बनाए गए थे और उस दे नाल 7,05,000 लाख बॉडी ग्रुप फॉर्म किए गए से, बनाए गए से और एक 16,000 एजुकेशनल इंस्टीट्यूशनस बॉडी प्रोग्राम दे विच शामिल होए ताकि ये काम नूं आपां अगे वधा सकीए। डैपो प्रोग्राम, डैपो का मतलब ड्रग अब्यूज़ प्रिवेंशन ऑफिसर्स का प्रोग्राम तुहानूं दिखाया सी स्क्रीन दे उपर कैसे जा रहे हैं कि अपने घरां दे विच जाके लोगों नूं समझा रहे हैं कि ये जी चीज़ है ये नहीं होनी चाहिए, करो। लेकिन गल ये है कि चाहे सरकार कुछ करे, चाहे पुलिस लगे, चाहे साढ़े अफसर लगन, चाहे हैल्थ महकमा लगे, जदों ताईं कल्ला कल्ला पंजाबी इसनूं अपनी लड़ाई नहीं बनाउंदा, ये मुकनी नहीं। अपने बच्चों नूं इसनूं बचा के रखो। जिहड़े फसे ने बच्चे इस उन्हां नूं लैके जाओ अपने ओट सेंटर्स दे विच और उन्हां दा इलाज करवाओ। यही तरीका है। अगर तुम आप समझते हैं कि पुलिस ने इन्हूं रोक लेना है या हैल्थ महकमे ने रोक लेना है या DC ने रोक लेना है या किसी और ने रोक लेना, ये काम नहीं होना। कल्ले कल्ले पंजाबी की लड़ाई है ये। और मैं अज बेनती करूँगा तुहानूं सारिआं नूं, तुसीं साडा पंजाब है, ये पंजाब एक बहुत हसता खिड़िया हुआ सूबा हुंदा सी और है। और ये विच जो तुसीं हिम्मत कीती है, तुसीं सारे दुनिया नूं, देश नूं अन्न खवाया, तुसी देश वास्ते इन्नी सेवा करते हो। साढ़े सारी फौज भरी हुई है पंजाबियों की, साढ़े सारे कोई सूबा नहीं पंजाब दे विच जिथे हिंदुस्तान दे विच जिथे पंजाबी नहीं है, कोई दुनिया नहीं देश दे विच, दुनिया दे विच जिथे साढ़े पंजाबी नहीं वसे हुए। ये साड़ी हिम्मत है तो ये नाम अपना बदनाम नहीं अपना होना चाहिए। जिथे आप देखते हैं आप यही सुनते हैं कि पंजाबी बच्चे खराब हो रहे हैं, पंजाबी होता सारे देश के विच हो रहे हैं और दुनिया के विच हो रहे हैं। लेकिन सानू पंजाब के नाल लगाव है, जोड़ा मेरा पंजाब है, मेरा घर है, ये सोचना पऊ पड़ू कि मेरा घर नूं आपां खराब कर रहे हैं। और मैं भी ये सोचता कई बार मेरे बच्चों देखो आप स्क्रीन ते इन्हां दे छोटे छोटे बच्चे जिहड़े ने किन्ने खराब होणगे इन्हां दे विचों अगर असीं कोई कदम नहीं चुकांगे। तो सारिआं दा साडा फर्ज बनदा है कि इहदे वास्ते आपां कदम चुकीए। अज मैं दस दिता, तुसीं देख भी लीती कि अज दे दिन 660 किलो हेरोइन जिहदी मार्केट दे विच 1318 करोड़ सी, वो इंटरनेशनल मार्केट दे विच वो खत्म करती, इन्हां ने फूकती। 4,1200 करोड़ की साढ़े कोल हेरोइन सी, वो भी खत्म कर दी हौली हौली होर करके, और अगे नूं जिहड़ी आऊगी यही करते जावांगे। 3,000 किलो भुक्की बिक्की अज खराब हुई है, वो खत्म की है। 5 करोड़ 5.8 करोड़ जिहड़े गोलियां ने नशे दियां वो भी अज तबाह कीतियां ने। 166 किलो गांजा अज खत्म किया है और 5 किलो चरस और बहुत ही अणगिनती भंग, समैक, सिरप, इंजैक्शन जिहड़े कुछ टीके टूके लाउंदे ने, सब कुछ देखिया तुसीं तस्वीरां। मैं देखदा रहना सोशल मीडिया ते बच्चे पए हुंदे ने नालियां दे विच, इत्थे एक सूई फसी होंदी है उन्हां दे विच। की कर रहे, क्या कर रहे आप अपने बच्चों और ਉਹਦੇ ਵਿੱਚ ਜਿਹੜੇ फसी हुई है, पता नहीं किन्ने बंदियां ने उसनूं इस्तेमाल किया है, किन्ने बंदियां नूं HIV लग गई, किन्ने बंदियां नूं कोई होर किस्म की हैपेटाइटिस लग गई। वो क्योंकि एक सूई कढ़ते हैं, दूजा ठोक लेंदा, फिर तीजा ठोक लेंदा, ये तो आपां बीमारियां बढ़ा रहे हैं। इस करके मेरे वीरों और मेरे भैनों और मेरे बच्चों, अज ये जिहड़ा इंटरनेशनल दिन आपां मना रहे हैं, ये दिन बहुत अहम है, ये दुनिया वास्ते।
ਆਪਾਂ ਪੰਜਾਬ ਦਾ ਡੇ ਨਹੀਂ, ਇਹ ਇੰਟਰਨੈਸ਼ਨਲ ਲਿਖਿਆ ਹੋਇਆ ਹੈ। ਇੰਟਰਨੈਸ਼ਨਲ ਦਾ ਮਤਲਬ ਹਰ ਮੁਲਕ ਮਨਾ ਰਿਹਾ ਇਸ ਨੂੰ, ਕਿਉਂਕਿ ਹਰ ਮੁਲਕ ਦੇ ਵਿੱਚ ਇਹ ਬਿਮਾਰੀ ਹੈ। ਔਰ ਇਸ ਬਿਮਾਰੀ ਨੂੰ ਆਪਾਂ ਨੇ ਜਦ ਤਾਈਂ ਸਾਰੇ ਮੁਲਕ ਰਲ ਕੇ ਇਹਦਾ ਸਾਹਮਣਾ ਨਹੀਂ ਕਰਾਂਗੇ, ਔਰ ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ ਹਰ ਸੂਬਾ ਲੜ ਕੇ ਇਹਦਾ ਸਾਹਮਣਾ ਨਹੀਂ ਕਰਾਂਗੇ, ਔਰ ਮੇਰੇ ਪੰਜਾਬ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਅਗਰ ਆਪਾਂ ਜ਼ਿਲ੍ਹੇ ਤੋਂ ਜ਼ਿਲ੍ਹਾ ਆਪਣੀ ਪੁਲਿਸ ਫੋਰਸਿਸ ਔਰ ਆਪਣੀ STF ਦੇ ਨਾਲ ਚੱਲ ਕੇ ਇਹਨੂੰ ਖਤਮ ਨਹੀਂ ਕਰਾਂਗੇ, ਇਹ ਮੁੱਕਣੀ ਨਹੀਂ। ਔਰ ਨੁਕਸਾਨ ਕਿਹਦਾ ਹੋਊਗਾ? ਸਾਡੇ ਬੱਚਿਆਂ ਦਾ, ਸਾਡੇ ਬੱਚਿਆਂ ਦੇ ਭਵਿੱਖ ਦਾ, ਸਾਡੇ ਸੂਬੇ ਦਾ। ਸਾਡੇ ਸੂਬੇ 'ਚ ਕਮਜ਼ੋਰੀ ਆਓ। ਤਾਂ ਅੱਜ ਇਹ ਇੰਟਰਨੈਸ਼ਨਲ ਡੇ ਨੂੰ ਮਨਾਉਂਦੇ ਹੋਏ ਮੈਂ ਸਰਕਾਰਾਂ ਨੂੰ ਜਿੱਥੇ ਵੀ ਨੇ ਜੋ ਮਨਾ ਰਹੀਆਂ ਨੇ ਉਹਨਾਂ ਨੂੰ ਵਧਾਈ ਦਿੰਦਾ ਕਿ ਤੁਸੀਂ ਇਸ ਗੱਲ ਨੂੰ ਚੱਕਿਆ ਔਰ ਇਸ ਗੱਲ ਨੂੰ, ਇਸ ਲੜਾਈ ਦੇ ਵਿੱਚ ਬੜਾ ਮਹਾ ਜੰਗ ਕੀ ਸਮਝ ਲਓ ਇਹਨੂੰ, ਉਹਦੇ ਵਿੱਚ ਤੁਸੀਂ ਪਏ ਹੋ। ਸਖਤੀ ਕਰੋ, ਫੜੋ ਇਹਨਾਂ ਨੂੰ ਜਿਹੜੇ ਕਰਦੇ ਨੇ ਗੜਬੜ, ਔਰ ਅਗਰ ਇਹ ਕਰਦੇ ਰਹਿਣ ਫਿਰ ਸਖਤੀ ਮੈਂ ਤਾਂ ਕਿਹਾ ਹੋਇਆ ਆਪਣੀ ਪੁਲਿਸ ਨੂੰ, ਜਿਹੜਾ ਇਹ ਜੀ ਗੱਲ ਕਰਦਾ ਔਰ ਹਥਿਆਰ ਨਾਲ ਆਉਂਦਾ, ਜਿਹੜੇ ਹਥਿਆਰ ਰੱਖਦਾ ਰੱਖੋ, ਜਿਹੜਾ ਨਹੀਂ ਰੱਖਦਾ ਉਹਨੂੰ ਫਿਰ ਅਸੀਂ ਨਹੀਂ ਛੱਡਣਾ। ਇਹ ਕਿਸੇ ਨੂੰ ਮੈਂ ਨਹੀਂ ਇਹ ਹੋਣ ਦੇਣਾ ਇੱਥੇ ਪੰਜਾਬ ਦੇ ਵਿੱਚ ਕਿ ਆ ਕੇ ਫਿਰ ਇੱਥੇ ਆਬ ਹਵਾ ਖਰਾਬ ਕਰੇ ਔਰ ਗੜਬੜ ਕਰੇ ਇੱਥੇ ਪੰਜਾਬ ਦੇ ਵਿੱਚ। ਜਿਹੜੇ ਗਲਤੀ ਨਾਲ ਪਾਕਿਸਤਾਨ ਦੇ ਕਹੇ 'ਤੇ ਕੁਛ ਐਸੇ ਚੀਜ਼ਾਂ ਲਿਆਉਂਦੇ ਨੇ ਔਰ ਪੁਲਿਸ ਇਹਨਾਂ ਨੂੰ ਜਾਂ BSF ਉਹਨਾਂ ਨੂੰ ਚੈਲੰਜ ਕਰਦੀ ਹੈ, ਹਥਿਆਰ ਰੱਖੋ ਆਪਣੇ ਔਰ ਸਮਾਨ ਰੱਖੋ ਇੱਥੇ, ਨਹੀਂ ਰੱਖੋਗੇ ਤਾਂ ਗੋਲੀ ਵੱਜੂ ਤੁਹਾਡੇ। ਮੇਰੇ ਕੋਲ ਹੋਰ ਤੀਸਰਾ ਤਰੀਕਾ ਨਹੀਂ ਆਉਂਦਾ ਤੁਹਾਨੂੰ। ਇਹ ਮੈਂ ਪੰਜਾਬ ਆਪਣਾ ਖਰਾਬ ਔਰ ਹਿੰਦੁਸਤਾਨ ਨੂੰ ਖਰਾਬ ਨਹੀਂ ਹੋਣ ਦੇਣਾ। ਮੈਂ ਇਹ ਸਾਡਾ ਮੁਲਕ ਹੈ, ਇਹ ਸਾਡਾ ਸੂਬਾ ਹੈ ਔਰ ਮੇਰੇ ਪੰਜਾਬੀ ਨੇ ਜਿਹੜੇ ਸਾਰੇ ਇਸ ਦੇ ਵਸਨੀਕ ਨੇ ਔਰ ਇਹ ਬੱਚੇ ਜਿਹੜੇ ਇਹਦੀ ਤਸਵੀਰ ਹੈ ਮੇਰੇ ਬੱਚੇ ਨੇ ਔਰ ਮੈਂ ਬੱਚਿਆਂ ਨੂੰ ਖਰਾਬ ਨਹੀਂ ਹੋਣ ਦੇਣਾ। ਤਾਂ ਅੱਜ ਮੈਂ ਸਾਰਿਆਂ ਨੂੰ ਇੱਕ ਵਾਰ ਬੇਨਤੀ ਫੇਰ ਕਰਾਂਗਾ ਕਿ ਜਿੱਥੇ ਜਿੱਥੇ ਤੁਸੀਂ ਆਪਣਾ ਹਿੱਸਾ ਪਾ ਸਕਦੇ ਹੋ ਪਾਓ, ਆਪਣਾ ਹਿੱਸਾ ਪਾ ਕੇ ਹਿੱਸਾ ਆਪਣੇ ਪੰਜਾਬ ਦੀ ਰੱਖਿਆ ਕਰੋ, ਆਪਣੇ ਪਿੰਡ ਦੀ ਰੱਖਿਆ ਕਰੋ, ਆਪਣੇ ਮੁਹੱਲਿਆਂ ਦੀ ਰੱਖਿਆ ਕਰੋ, ਤਾਂ ਕਿ ਆਪਣੇ ਪੰਜਾਬ ਨੂੰ ਫੇਰ ਆਪਾਂ ਇੱਕ ਤਕੜਾ, ਹੱਸਦਾ ਖੇਡਦਾ ਔਰ ਮਜ਼ਬੂਤ ਪੰਜਾਬ ਬਣਾ ਸਕੀਏ। ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ। ਸਰ ਆਪ ਜੀ ਦਾ ਬਹੁਤ ਧੰਨਵਾਦ ਕਿ ਆਪਨੇ ਆਪਣੇ ਵਿਚਾਰ ਸਾਰਿਆਂ ਨੂੰ ਦੱਸੇ ਔਰ ਮੈਂ ਬਹੁਤ ਸਰ ਫੀਲ ਕਰਦਾ ਕਿ ਸਾਰਿਆਂ ਨੇ ਜੋ ਸਰ ਨੇ ਗੱਲਾਂ ਕਹੀਆਂ ਉਹ ਸੁਣੀਆਂ ਔਰ ਸਾਰੇ ਉਸ 'ਤੇ ਅਮਲ ਕਰਨਗੇ। ਸਰ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਮੈਂ ਬਲਬੀਰ ਸਿੱਧੂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੋਟ ਆਫ ਥੈਂਕਸ ਦੇ ਕੇ ਰਸਮੀ ਤੌਰ ਤੇ ਪ੍ਰੋਗਰਾਮ ਨੂੰ ਖਤਮ ਕਰਨ। ਸਰ ਬਲਬੀਰ ਸਿੱਧੂ ਜੀ। ਬਹੁਤ ਹੀ ਸਪੈਸ਼ਲ CM ਸਾਹਿਬ, ਸਾਡੇ ਪ੍ਰੈਜ਼ੀਡੈਂਟ ਜਾਖੜ ਸਾਹਿਬ ਤੇ ਸਾਰੇ ਮੇਰੇ ਮਿਨਿਸਟਰ ਕਲੀਗ ਤੇ MLA ਸਾਹਿਬਾਨ, ਚੀਫ ਸੈਕਟਰੀ ਸਾਹਿਬ, DGP ਐਂਡ ਸਾਰੇ ਪੁਲਿਸ ਅਫਸਰ ਸਾਹਿਬਾਨ ਤੇ ਜ਼ਿਲ੍ਹਿਆਂ ਦੇ ਸਾਰੇ DC ਸਾਹਿਬਾਨ ਤੇ ਬਾਕੀ ਅਫਸਰ ਸਾਹਿਬਾਨ ਤੇ ਖਾਸ ਕਰਕੇ ਜਿਹਨਾਂ ਅੱਜ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ ਸਮੁੱਚੇ ਪੰਜਾਬ ਦੇ ਵਿੱਚੋਂ, ਉਹਨਾਂ ਸਾਰਿਆਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ। ਤੇ ਕਿ ਅੱਜ ਇੱਕ ਬੜਾ ਹੀ ਅਹਿਮ ਦਿਨ ਸੀ ਤੇ ਜੋ ਸਾਡੇ ਫਿਊਚਰ ਦਾ ਜਿਹੜਾ ਫਿਊਚਰ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਸੰਭਾਲਣਾ, ਉਹਦੇ ਲਈ ਜੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਜਿਵੇਂ CM ਸਾਹਿਬ ਨੇ ਕਿਹਾ, ਤਾਂ ਮੈਨੂੰ ਪੂਰੀ ਯਕੀਨ ਹੈ ਕਿ ਅਸੀਂ ਇੱਥੇ ਫਤਿਹ ਪਾ ਲਵਾਂਗੇ। ਤੇ ਇਸ ਲਈ ਅੱਜ ਜਿੰਨੇ ਵੀ ਤੁਸੀਂ ਸਾਰੇ ਆਏ ਹੋ, ਤੁਹਾਡਾ ਸਾਰਿਆਂ ਦਾ ਮੈਂ ਆਪਣੇ ਵੱਲੋਂ CM ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸਰ। ਆਪਾਂ ਪ੍ਰੋਗਰਾਮ ਹੁਣ ਖਤਮ ਕਰਦੇ ਹਾਂ। ਥੈਂਕ ਯੂ ਸਰ।